चंडीगढ़ पुलिस वालों गड्ढा रोक लिया गया, लेकिन श्रोमणी अकाली दल के विधायकों का कहना है कि हुण गड्ढियां नूं इजाजत दे देनी चाहिए है। जिस तरीके नाल तेल दी कीमतां वधियां ने, गैस दी कीमतां वधियां ने। परमिशन कोई नाम लिखो, गड्ढा लिख के परमिशन ले, विधानसभा से परमिशन लेके आ जाओ हमारे पास। सो MLA का स्टिकर पहली बार तुसीं देख रहे हो कि किसी गड्ढे के उत्ते लग्या होया, सैलो टेप भी आ गया स्टिकर लाउण दे लई। विक्रम सिंह मजीठिया ने स्टिकर दिता है MLA का। बेजबाने ने, ये बेजबाने ने, इन्हें कैप्टन ਨੂੰ ਵੜ ਦੇਣਾ, ਇਹਨੇ ਕੈਪਟਨ ਨੂੰ ਕੁਝ ਕਹਿ ਦੇਣਾ ਅੰਦਰ ਜਾ ਕੇ। ਨਹੀਂ ਇਹਨੇ ਕਿਸੇ ਕਾਂਗਰਸੀ ਨੂੰ ਦੰਦੀ ਵੜ ਦੇਣੀ ਹੈ, ਐਵੇਂ ਕਰਦੇ ਤੁਸੀਂ ਸਿਆਣੇ ਬਣੇ ਬਈ। ਜਿੰਨਾ 10 ਸਾਲ ਲੁੱਟਿਆ ਪੰਜਾਬ ਨੂੰ, ਉਹ ਗੱਡੀਆਂ ਦੇ ਚੜ ਕੇ ਵਜਾਉਂਦੇ ਨਗਾਰੇ ਨੇ। ਇਹਨਾਂ ਕਾਲੀਆਂ ਦੇ ਥੱਲੇ ਤੇ ਗਧੇ ਚਾਹੀਦੇ ਆ, ਔਰ ਇਹਨਾਂ ਦੇ ਥੱਲੇ ਕਾਰਾਂ ਨੇ। ਗੱਡਿਆਂ ਦੇ ਵਿੱਚ ਜੇ ਆਪ ਚੜ ਕੇ ਆਏ ਨੇ ਤਾਂ ਲੋਕਾਂ ਨੂੰ ਗੱਡਿਆਂ ਦੇ ਵਿੱਚ ਚੜਾਉਣ ਦੀ ਜਿਹੜੀ ਬਹੁਤ ਵੱਡਾ ਰੋਲ ਹੈ ਜਿਹੜਾ ਉਹ ਉਹਨਾਂ ਦਾ ਹੀ ਹੈ। ਕੌਮ ਦੀ ਪਿੱਠ 'ਚ, ਪੰਥ ਦੀ ਪਿੱਠ 'ਚ ਛੁਰਾ ਮਾਰਿਆ, ਤੁਸੀਂ ਪਾਸੇ ਹੋ ਗਏ। ਪਰ ਜਦੋਂ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ, ਹੁਣ ਜਵਾਬ ਦਿਓਗੇ। ਅਸੀਂ ਗੇਮ ਚੇਂਜਰ ਬਣ ਸਕਦੇ ਹਾਂ। ਸਾਨੂੰ ਕਿਸੇ ਨੇ ਨਹੀਂ ਰੋਕਿਆ ਆਪਣੀ ਡੈਮੋਕ੍ਰੈਟਿਕ ਪਾਵਰ ਟੂ ਲੈਜਿਸਲੇਟ ਕਰਨ ਤੋਂ, ਕਿਸੇ ਨੇ ਨਹੀਂ ਰੋਕਿਆ। ਅਸੀਂ ਆਪਣੇ ਕਾਨੂੰਨ ਖੇਤਰ ਦੇ ਵਿੱਚ ਲਾਅ ਬਣਾ ਸਕਦੇ ਹਾਂ ਔਰ ਕਿਸਾਨਾਂ ਦੇ ਮੁਕੱਦਮੇ ਨੂੰ ਪੂਰੀ ਤਰ੍ਹਾਂ ਬਦਲ ਸਕਦੇ ਹਾਂ। ਕਾਂਗਰਸ ਪਾਰਟੀ ਨੂੰ, ਸਰਕਾਰ ਨੂੰ ਕੈਪਟਨ ਸਾਹਿਬ ਨਹੀਂ ਚਲਾ ਰਹੇ, ਪੰਜਾਬ ਦੇ ਬਾਬੂ ਚਲਾ ਰਹੇ ਨੇਗੇ, ਪੰਜਾਬ ਦੇ IAS ਅਧਿਕਾਰੀ ਚਲਾ ਰਹੇ ਨੇਗੇ, ਪੰਜਾਬ ਦੇ ਕਲਰਕ ਚਲਾ ਰਹੇ ਨੇਗੇ। ਚੰਗੀ ਗਵਰਨੈਂਸ ਨਹੀਂ ਆਉਂਦੀ, ਜਦ ਤੱਕ ਇਮਾਨਦਾਰ ਪ੍ਰਬੰਧ ਨਹੀਂ ਆਉਂਦਾ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ। ਕਿਉਂਕਿ ਜੇ ਲੀਡਰ ਹੈ, ਜੇ ਉਹ ਆਪ ਟੈਕਸ ਦੀ ਚੋਰੀ ਕਰਨਗੇ ਤਾਂ ਫਿਰ ਉਹ ਥੱਲੇ ਅਫਸਰਾਂ ਨੂੰ ਕਿਵੇਂ ਰੋਕਣਗੇ। ਘੱਟੋ ਘੱਟ ਜਿਹੜੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਨੇ ਉਹਨਾਂ ਦਾ ਤਾਂ ਮੁਕੰਮਲ ਕਰਜ਼ਾ ਮਾਫ ਕੀਤਾ ਜਾਵੇ। ਉੱਥੇ ਹਾਮੀ ਭਰੀ ਸੀ CM ਸਾਹਿਬ ਨੇ, ਪਰ ਅਜੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਹੈਗੀ। ਜਿਹੜੇ ਦੂਸਰੀਆਂ ਫਸਲਾਂ ਕਣਕ ਜੀਰੀ ਨੂੰ ਛੱਡ ਕੇ ਸਾਰੀਆਂ 21 ਫਸਲਾਂ ਤੇ MSP ਹੋਏ, ਤਾਂ ਹੀ ਜ਼ਿਮੀਂਦਾਰ ਕਣਕ ਜੀਰੀ ਨੂੰ ਛੱਡ ਕੇ ਦੂਸਰੀਆਂ ਫਸਲਾਂ ਵਾਲੇ ਪਾਸੇ ਆਊਗੇ। ਜ਼ੰਜੀਰਾਂ ਚਾਹੇ ਸੋਨੇ ਦੀਆਂ ਹੋਣ, ਚਾਹੇ ਲੋਹੇ ਦੀਆਂ ਹੋਣ, ਚਾਹੇ ਕਾਨੂੰਨਾਂ ਦੀਆਂ ਹੋਣ, ਇਹ ਬੰਦੇ ਨੂੰ ਗੁਲਾਮ ਬਣਾਉਂਦੀਆਂ ਨੇ, ਸੂਬਿਆਂ ਨੂੰ ਗੁਲਾਮ ਬਣਾਉਂਦੀਆਂ ਨੇ, ਫੈਡਰਲ ਸਟਰਕਚਰ ਨੂੰ ਖਤਮ ਕਰਦੀਆਂ ਨੇ। ਟੁੱਟ ਜਾਣਗੀਆਂ ਚੀਜ਼ਾਂ ਨਾਲੇ ਖੁੱਲ ਜਾਣਗੇ। ਵੇਰਕਾ ਜੀ ਨੂੰ, ਉਹਨਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਚੈਲੰਜ ਕਰਦਾ ਕਿ ਦਿੱਲੀ ਵਰਸਸ ਪੰਜਾਬ, ਬਿਜਲੀ ਕਿੱਥੇ ਸਸਤੀ ਹੈ, ਕਿੱਥੇ ਮਹਿੰਗੀ ਹੈ, ਕਿੱਥੇ ਮਾਫੀਆ ਰਾਜ ਚੱਲ ਰਿਹਾ ਹੈ ਤੇ ਕਿੱਥੇ ਚੋਰੀ ਚਕਾਰੀ ਬਿਲਕੁਲ ਬੰਦ ਹੋ ਚੁੱਕੀ ਹੈ। ਇਹਦੇ ਵਾਸਤੇ ਇੱਕ ਫੁੱਲ ਫਲੈਜਡ ਡਿਬੇਟ ਹੈ ਜਿਹੜੀ ਖੁੱਲੇ ਤੌਰ ਦੇ ਉੱਪਰ, ਜਿੱਥੇ ਸਾਰਾ ਮੀਡੀਆ ਹਾਜ਼ਰ ਹੋਵੇ, ਡਿਬੇਟ ਕਰਾ ਦਿਓ ਮੇਰੀ। पंजाब विधानसभा बजट सैशन का अज चौथा दिन सी। कल तक ली कार्रवाई मुलतवी कर दी गई है, पर अज के दिन की गल करिए तो जिहड़े अंदर अहम मसले रहे उन्होंने जमीन का जिहड़ा हेठला पानी है वो मसला गरमाया रहा। फसलों की विभिन्नता का जिहड़ा मसला है वो भी अंदर गरमा रहा, उस उत्ते चर्चा होंदी रही। खास तौर पर 85वीं सोध नूं लैके आम आदमी पार्टी ने वाकआउट किया, क्योंकि 85वीं सोध करके एक नौकरशाह की गलती के करके बहुत सारे दलित मुलाजमां दीयां प्रमोशनां रोकियां, उन्होंने नुकसान होया। इस नूं लैके आम आदमी पार्टी ने वाकआउट किया। हरपाल सिंह चीमा ने उस तो बाद सत्ताधारियों उत्ते गंभीर इल्जाम लगाए। देखो अज कल भी असीं जिहड़ा एक मुद्दा उठाया सी पंजाब दे गरीब लोगों का, पंजाब दे दलित लोगों का, जिन्हां नूं मैं समझदा जिन्हां नूं पढ़ाई तो वांझे कीते जा रहा। और अज भी जिहड़ा हैगा पंजाब दे दलितां दा मुद्दा, क्योंकि पंजाब विच जिहड़ी रिजर्वेशन मिली हुई आ, पंजाब विच गरीब लोगों नूं रिजर्वेशन मिली हुई आ, ਉਹਦੇ ਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ BJP ਸਰਕਾਰ ਨੇ ਪਾਬੰਦੀਆਂ ਲਾਈਆਂ। ਪਹਿਲਾਂ ਉਹਨਾਂ ਨੇ ਵੱਖ-ਵੱਖ ਲੈਟਰ ਜਾਰੀ ਕਰਕੇ ਜਿਹੜਾ ਹੈਗਾ ਇਹ ਰਿਜ਼ਰਵੇਸ਼ਨ ਦੇਣ ਤੋਂ ਇਨਕਾਰ ਕੀਤਾ। ਹੁਣ ਜਦੋਂ ਸਰਕਾਰ ਨੇ ਪਾਸ ਕੀਤਾ, ਪੰਜਾਬ ਦੇ ਮਾਨਯੋਗ CM ਸਾਹਿਬ ਨੇ ਪਾਸ ਕੀਤਾ, ਕੈਪਟਨ ਸਾਹਿਬ ਨੇ ਪਾਸ ਕੀਤਾ, ਗਵਰਨਰ ਸਾਹਿਬ ਨੇ ਮੋਹਰ ਲਾਈ, ਕੈਬਨਿਟ ਨੇ ਮੋਹਰ ਲਾਈ, ਪੰਜਾਬ ਦੀ ਵਿਧਾਨ ਸਭਾ ਦੀ ਜਿਹੜੀ ਕਮੇਟੀ ਬਣੀ ਉਹਨੇ ਮੋਹਰ ਲਾਈ। ਪਰ ਲੇਕਿਨ ਉਸ ਤੋਂ ਬਾਅਦ ਫਿਰ ਇੱਕ ਲੈਟਰ ਜਿਹੜਾ ਹੈਗਾ ਸੀਗਾ ਇਹ ਇਹਨਾਂ ਸੈਕਟਰੀਏਟ ਦੇ ਕਮਰਿਆਂ 'ਚ ਬੈਠੇ ਬਾਬੂਆਂ ਨੇ, ਜਿਹੜਾ ਇੱਕ ਸੈਕਟਰੀ ਹੈਗਾ परसोनल डिपार्टमेंट का सैकटरी उन्हें जारी करके फिर रोक ला दी गई है। अज उस मामले में विधान सभा चुक्या सीगा कि पंजाब सरकार की तहीन आ, पंजाब के चुने हुए नुमाइंदियां की तहीन आ कि एक बाबू जिहड़ा हैगा
ਇੱਕ ਬਾਬੂ ਜਿਹੜਾ ਹੈਗਾ ਉਹਨੇ ਲੈਟਰ ਲਿਖ ਕੇ ਜਿਹੜੇ ਪੰਜਾਬ ਦੇ ਹਜ਼ਾਰਾਂ ਹੀ ਮੈਂ ਸਮਝਦਾ ਪੰਜਾਬ ਦੇ ਦਲਿਤ ਲੋਕ ਨੇ, ਪੰਜਾਬ ਦੇ EMPLOYEE ਨੇਗੇ, ਪੰਜਾਬ ਦੇ ਟੀਚਰ ਨੇ, ਪੰਜਾਬ ਦੇ ਅਧਿਆਪਕ ਨੇ, ਉਹਨਾਂ ਦੀ ਪ੍ਰਮੋਸ਼ਨ ਤੇ ਜਿਹੜੀ ਆ ਅਣਐਲਾਨੀ ਪਾਬੰਦੀ ਲਾਈ ਹੋਈ ਆ। ਸੋ ਇਸ ਗੱਲ ਦਾ ਮਾਮਲਾ ਚੱਕਿਆ ਸੀਗਾ। ਅਸੀਂ ਮੰਗ ਕਰ ਰਹੇ ਸੀਗੇ ਕਿ ਉਸ ਅਧਿਕਾਰੀ ਦੇ ਖਿਲਾਫ ਤੁਰੰਤ ਪਰਚਾ ਦਰਜ ਕੀਤਾ ਜਾਵੇ, ਉਸ ਅਧਿਕਾਰੀ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ, ਜੇਲ੍ਹ 'ਚ ਭੇਜਿਆ ਜਾਵੇ। ਸਰਕਾਰ ਦੇ ਨੁਮਾਇੰਦੇ ਸਾਧੂ ਸਿੰਘ ਧਰਮਸੋਤ, ਰਾਜਕੁਮਾਰ ਵੇਰਕਾ, ਨੱਥੂ ਰਾਮ ਜੀ, ਬਹੁਤ ਸਾਰੇ MLA ਸਾਹਿਬਾਨ ਨੇ ਗੱਲ ਮੰਨੀ ਕਿ ਹਾਂ ਤੁਹਾਡੀ ਗੱਲ ਬਿਲਕੁਲ ਠੀਕ ਆ, ਤੁਸੀਂ ਸਹੀ ਬੋਲਦੇ ਹੋ, ਇਹ ਸਾਡੇ CM ਦੀ ਤੋਹੀਨ ਆ, ਸਾਡੇ ਪੰਜਾਬ ਦੇ ਮੁੱਖ ਮੰਤਰੀ ਤੋਹੀਨ ਆ, ਪਰ ਲੇਕਿਨ ਪੰਜਾਬ ਦੇ ਰਾਜਪਾਲ ਦੀ ਤੋਹੀਨ ਆ, ਤੇ ਉਹਨਾਂ ਨੇ ਵਿਧਾਨ ਸਭਾ ਦੀ ਤੋਹੀਨ ਆ। ਸੋ ਉਹਨਾਂ ਨੇ ਪਰ ਲੇਕਿਨ ਉਹਨਾਂ ਨੇ ਕਿਹਾ ਕਿ ਅਸੀਂ ਪਰਚਾ ਦਰਜ ਨਹੀਂ ਕਰ ਸਕਦੇ। ਸੋ ਇੱਥੋਂ ਪਤਾ ਲੱਗਦਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ, ਸਰਕਾਰ ਨੂੰ ਕੈਪਟਨ ਸਾਹਿਬ ਨਹੀਂ ਚਲਾ ਰਹੇ, ਪੰਜਾਬ ਦੇ ਬਾਬੂ ਚਲਾ ਰਹੇ ਨੇਗੇ, ਪੰਜਾਬ ਦੇ IAS ਅਧਿਕਾਰੀ ਚਲਾ ਰਹੇ ਨੇਗੇ, ਪੰਜਾਬ ਦੇ ਕਲਰਕ ਚਲਾ ਰਹੇ ਨੇਗੇ। ਕਿਉਂਕਿ ਚੁਣੀ ਹੋਈ ਸਰਕਾਰ ਨੂੰ ਲੋਕ ਸੱਤਾ ਕਿਹਨੂੰ ਦਿੰਦੇ ਨੇਗੇ? ਸੱਤਾ ਲੋਕ ਦਿੰਦੇ ਨੇਗੇ ਪੋਲੀਟੀਕਲ ਪਾਰਟੀਆਂ ਨੂੰ, ਪੋਲੀਟੀਕਲ ਲੋਕਾਂ ਨੂੰ, ਕਿ ਸਾਡੇ ਦੁੱਖਾਂ ਦਰਦਾਂ ਦੇ ਹੱਲ ਤੁਸੀਂ ਕਰੋ। ਪਰ ਲੇਕਿਨ ਉਹਨਾਂ ਦੇ ਦੁੱਖਾਂ ਦਰਦਾਂ ਦੇ ਹੱਲ ਕਰਨ ਦੀ ਬਜਾਏ ਸਾਰੀ ਸ਼ਕਤੀ, ਸਾਰੀ ਜਿਹੜੀ ਤਾਕਤ ਆ ਉਹ ਬਾਬੂਆਂ ਨੂੰ ਦੇਤੀ। ਬਾਬੂ ਆਪਦੇ ਹਿਸਾਬ ਨਾਲ ਬਿੰਗੀਆਂ ਟੇਡੀਆਂ ਮਨ ਘੜਤ ਜਿਹੜੀਆਂ ਸਟੋਰੀਆਂ ਬਣਾ ਕੇ ਕਦੇ ਕਿਸੇ ਤੇ ਪਾਬੰਦੀ ਲਾਤੀ, ਕਦੇ ਕਿਸੇ ਤੇ ਪਾਬੰਦੀ ਲਾਤੀ। ਸੋ ਮੈਂ ਸਮਝਦਾ ਅੱਜ ਪੰਜਾਬ ਦੇ 37% ਲੋਕਾਂ ਦਾ ਅਪਮਾਨ ਕੀਤਾ ਗਿਆ, ਪੰਜਾਬ ਦੇ ਗਰੀਬ ਲੋਕਾਂ ਦਾ ਅਪਮਾਨ ਕੀਤਾ ਗਿਆ, ਪੰਜਾਬ ਦੇ ਦਲਿਤ ਲੋਕਾਂ ਦਾ ਅਪਮਾਨ ਕੀਤਾ ਸੀ। ਮੇਰੀ CM ਸਾਹਿਬ ਤੋਂ, ਕੈਪਟਨ ਸਾਹਿਬ ਤੋਂ ਮੰਗ ਆ ਕਿ ਉਸ ਅਧਿਕਾਰੀ ਦੇ ਖਿਲਾਫ ਤੁਰੰਤ ਪਰਚਾ ਦਰਜ ਕਰੋ, ਉਹਨੂੰ ਜੇਲ੍ਹ 'ਚ ਭੇਜੋ, ਜਿਹਨੇ ਮੈਂ ਸਮਝਦਾ ਸਾਡੇ ਸੰਵਿਧਾਨ ਦੀ ਅਵਗਿਆ ਕੀਤੀ ਆ, ਜਿਹਨੇ ਸਾਡੇ ਸੰਵਿਧਾਨ ਦੀ ਘੋਰ ਉਲੰਘਣਾ ਕੀਤੀ ਹੈਗੀ, ਉਹਨੂੰ ਤੁਰੰਤ ਡਿਸਮਿਸ ਕਰਕੇ ਉਹਨੂੰ ਪਰਚਾ ਦਰਜ ਕਰਕੇ ਜੇਲ੍ਹ 'ਚ ਭੇਜਿਆ ਜਾਵੇ ਔਰ 85ਵੀਂ ਸੋਧ ਆ ਜਿਹੜੀ ਉਹ ਲਾਗੂ ਕੀਤੀ ਜਾਵੇ। ਇਸ ਮੁੱਦੇ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਰਾਜਕੁਮਾਰ ਚੱਬੇਵਾਲ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇਸ ਮੁੱਦੇ ਨੂੰ ਜ਼ੋਰਾਂ ਸ਼ੋਰਾਂ ਨਾਲ ਚੁੱਕਿਆ ਗਿਆ ਤੇ ਮੁਜ਼ਾਹਰਾ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਇਸ ਮੁੱਦੇ ਉੱਤੇ ਕੀ ਕਿਹਾ, ਸੁਣਦੇ ਹਾਂ। ਮੁਰਦਾਬਾਦ ਮੁਰਦਾਬਾਦ, ਲੋਕਾਂ ਨੂੰ ਲੁੱਟਣਾ ਬੰਦ ਕਰੋ, ਬੰਦ ਕਰੋ ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ ਪੈਟਰੋਲ ਤੇ ਵੈਟ ਘੱਟ ਕਰੋ, ਘੱਟ ਕਰੋ ਡੀਜ਼ਲ ਤੇ ਵੈਟ ਘੱਟ ਕਰੋ। ਪੰਜਾਬ ਵਿਧਾਨ ਸਭਾ ਦੇ ਅੰਦਰ ਕਾਂਗਰਸ ਦੇ ਇੱਕ MLA ਡਾਕਟਰ ਰਾਜਕੁਮਾਰ ਚੱਬੇਵਾਲ ਜੀ ਨੇ ਇਹ ਅਸੈਂਬਲੀ ਦੇ ਅੰਦਰ ਝੂਠ ਬੋਲਿਆ ਕਿ ਪੰਜਾਬ ਦੇ ਅੰਦਰ 85th ਜਿਹੜੀ ਅਮੈਂਡਮੈਂਟ ਆ ਉਹ ਲਾਗੂ ਹੈ। ਔਰ ਜਦੋਂ ਕਿ ਸੱਚ ਇਹ ਹੈ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਜਿਹੜੀ 85ਵੀਂ ਸੋਧ ਇਸ ਸਟੇਟ ਦੇ ਵਿੱਚ ਲਾਗੂ ਨਹੀਂ ਔਰ ਦਲਿਤ ਮੁਲਾਜ਼ਮ ਇਸ ਤੋਂ ਪੀੜਤ ਹੈ। ਅੱਜ ਕੱਲ ਮੈਂ ਮਸਲਾ ਉਠਾਇਆ ਸੀ, ਅੱਜ ਸਾਡੇ ਫਲੋਰ ਤੋਂ MLA ਬਲਦੇਵ ਖਹਿਰਾ ਜੀ ਨੇ ਇਹ ਮਸਲਾ ਸਰਕਾਰ ਦੇ ਧਿਆਨ ਦੇ ਵਿੱਚ ਲਿਆਂਦਾ ਕਿ 85th ਅਮੈਂਡਮੈਂਟ ਜਿਹੜੀ ਸਰਕਾਰ ਇੱਕ ਪਾਸੇ ਕਹਿੰਦੀ ਕਿ ਅਸੀਂ ਰਿਜ਼ਰਵੇਸ਼ਨ ਜਿਹੜਾ ਐਕਟ ਲਿਆਂਦਾ ਉਹਨੂੰ ਪਾਸ ਕੀਤਾ, ਪਰ ਦੂਸਰੇ ਪਾਸੇ ਉਹ ਲਾਗੂ ਕਿਤੇ ਨਹੀਂ ਕੀਤਾ। ਸੋ ਇਹਦੇ ਖਿਲਾਫ ਅਸੀਂ ਅੱਜ ਉਹਦੇ ਆਵਾਜ਼ ਉਠਾਈ ਹੈ ਔਰ ਜੋ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਜਿਨ੍ਹਾਂ ਨੇ ਸਾਰੇ ਹਾਊਸ ਨੂੰ ਗੁੰਮਰਾਹ ਕੀਤਾ, ਝੂਠ ਬੋਲਿਆ, ਉਹਨਾਂ ਦੇ ਖਿਲਾਫ ਵੀ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਲੈ ਕੇ ਆਂਦਾ ਜਾਵੇ ਤਾਂ ਕਿ ਅੱਗੇ ਵਾਸਤੇ ਕੋਈ ਵੀ ਬੰਦਾ MLA ਨੂੰ, ਕੋਈ भी बंदा कौम ਨੂੰ, कोई भी समाज ਨੂੰ और स्टेट ਨੂੰ गुमराह ना करे। ये जरूरी है कि उसके खिलाफ प्रिविलेज मोशन लेके ਅਸੀਂ आवांगे। खैरा साहब, आप क्या कहेंगे कि आपने आज ये आवाज उठाई है दलितों को लेके? ਲੱਖਾਂ ਮੁਲਾਜ਼ਮ ਜਿਹੜੇ ਇਸ ਆਸ ਦੇ ਵਿੱਚ ਨੇ ਕਿ ਜਦੋਂ 85ਵੀਂ ਸੋਧ ਲਾਗੂ ਹੋਊਗੀ ਉਹਨਾਂ ਨੂੰ ਹੱਕ ਮਿਲਣਗੇ, ਉਹਨਾਂ ਨੂੰ ਜਿਹੜਾ ਹੈਗਾ ਕੋਈ ਰਿਲੀਫ ਮਿਲੂਗੀ। ਉਹਦੇ ਸਬੰਧ ਵਿੱਚ ਕੱਲ ਗਵਰਨਰ ਦੇ ਭਾਸ਼ਣ ਦੀ ਬਹਿਸ ਦੇ ਦੌਰਾਨ ਰਾਜਕੁਮਾਰ ਜਿਹੜੇ ਚੱਬੇਵਾਲ MLA ਨੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਪੂਰੇ ਹਾਊਸ ਨੂੰ ਔਰ ਨਾਲ ਮੁਲਾਜ਼ਮਾਂ ਨੂੰ, ਪੂਰੇ ਪੰਜਾਬ ਵਾਸੀਆਂ ਨੂੰ ਇਹ ਗੁੰਮਰਾਹ ਕੀਤਾ ਕਿ ਜਿਹੜੀ 85ਵੀਂ ਸੋਧ ਹੈ ਉਹ ਲਾਗੂ ਹੈ। ਜਦ ਕਿ ਮੈਂ ਵੀ ਉਸ ਵੈਲਫੇਅਰ ਜਿਹੜੀ ਕਮੇਟੀ ਹੈ ਜੋ ਵਿਧਾਨ ਸਭਾ ਵੱਲੋਂ ਬਣਾਈ ਗਈ ਹੈ ਉਹਦਾ ਮੈਂਬਰ ਵੀ ਹਾਂ ਔਰ ਉਹਦੇ ਵਿੱਚ ਵੱਖ-ਵੱਖ ਸਮੇਂ ਦੇ ਉੱਤੇ ਰਾਜਕੁਮਾਰ ਵੇਰਕਾ ਵੀ ਚੇਅਰਮੈਨ ਰਹੇ ਔਰ ਨੱਥੂ ਰਾਮ ਜੀ ਵੀ ਚੇਅਰਮੈਨ ਰਹੇ ਔਰ 3 ਸਾਲ ਲਗਾਤਾਰ ਇਸ ਗੱਲ ਨੂੰ ਲੈ ਕੇ ਜਿਹੜਾ ਹੈਗਾ ਪੂਰੀ ਕਮੇਟੀ ਨੇ ਔਰ ਮੈਂਬਰਸ ਨੇ ਇਸ ਗੱਲ ਦੇ ਉੱਤੇ ਜਿਹੜਾ ਹੈਗਾ ਪੂਰੀ ਵਰਕਿੰਗ ਕੀਤੀ ਕਿ 85ਵੀਂ ਸੋਧ ਲਾਗੂ ਹੋਵੇ। ਪਰ ਜਦੋਂ ਕੱਲ ਉਹਨਾਂ ਨੇ ਝੂਠ ਬੋਲਿਆ ਕਿ ਲਾਗੂ ਹੈ ਤਾਂ ਅੱਜ ਜਦੋਂ ਇਹ ਸਵਾਲ ਮੈਂ ਪੁੱਛਿਆ ਸੀ ਕਿ ਜੇ ਲਾਗੂ ਹੈ ਤਾਂ ਸਰਕਾਰ ਦਾ ਧੰਨਵਾਦ ਕਰਦੀ, ਜੇ ਨਹੀਂ ਲਾਗੂ ਤਾਂ ਜਿਹੜਾ ਉਹਨਾਂ ਨੇ ਗੁੰਮਰਾਹ ਕੀਤਾ ਹਾਊਸ ਨੂੰ ਤੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਹੋਵੇ। ਇਹਦੇ ਲਈ ਅੱਜ ਤੁਹਾਡੇ ਮੀਡੀਆ ਦੇ ਮਾਧਿਅਮ ਤੋਂ ਵੀ ਇਹੀ ਜਿਹੜੀ ਹੈ ਗੱਲ ਮੈਂ ਸਰਕਾਰ ਨੂੰ ਪੁੱਛਣੀ ਚਾਹੁੰਦਾ ਵੀ ਜੇਕਰ ਸਰਕਾਰ ਕਹਿੰਦੀ ਹੈ ਵੀ ਵੈਲਫੇਅਰ ਕਮੇਟੀ ਨੇ ਵੀ ਉਹਨੂੰ ਕਰ ਦਿੱਤਾ ਤੇ CM ਸਾਹਿਬ ਨੇ ਵੀ ਉਹਨੂੰ ਪ੍ਰਵਾਨਗੀ ਦੇ ਦਿੱਤੀ ਤੇ ਉਦੋਂ ਬਾਅਦ ਜਿਹੜੀ ਗਵਰਨਰ ਨੇ ਵੀ ਪ੍ਰਵਾਨਗੀ ਦੇ ਦਿੱਤੀ, ਫਿਰ ਜਿਨ੍ਹਾਂ ਅਧਿਕਾਰੀਆਂ ਦਾ ਰੋਲ ਹੈ, ਜਿਨ੍ਹਾਂ ਨੇ ਉੱਤੇ ਰੋਕ ਲਾਈ ਹੈ,
ਲੇਕਿਨ ਉਹਦੇ ਬਣਦੀ ਕਾਰਵਾਈ ਹੁਣ ਤੱਕ ਕਿਉਂ ਨਹੀਂ? ਸਰਕਾਰ ਦਾ ਡਬਲ ਸਟੈਂਡਰਡ ਲੱਗ ਰਿਹਾ। ਬਿਲਕੁਲ ਡਬਲ ਸਟੈਂਡਰਡ ਹੈ ਜੀ। ਉਹਦੇ ਵਿੱਚ ਜਿਹੜੇ ਵੀ ਅਧਿਕਾਰੀ ਨੇ, ਜਿਹੜੇ ਪਰਸੋਨਲ ਡਿਪਾਰਟਮੈਂਟ ਦੇ ਅਧਿਕਾਰੀ ਨੇ, ਉਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਤੇ ਉਹਨਾਂ ਨੂੰ ਸਸਪੈਂਡ ਕਰਕੇ ਜਿਹੜਾ ਹੈਗਾ ਕਰਨਾ ਚਾਹੀਦਾ। सवार होके आए और सांकेतिक प्रदर्शन भी किया आपने। ਦੇਖੋ ਸਵੇਰੇ ਬੈਲ ਗੱਡੀ ਤੇ ਚੜ੍ਹ ਕੇ ਆਉਣ ਦਾ ਮਕਸਦ ਸਿਰਫ ਇੱਕੋ ਸੀ, ਇਹ ਸੰਕੇਤ ਦੇਣਾ ਕਿ ਗਰੀਬ ਬੰਦਾ, ਕਿਸਾਨ ਦੀ ਆਵਾਜ਼ ਸੁਣੀ ਜਾਵੇ। ਮਗਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਰਕਾਰ ਨੂੰ ਕੀ ਉਹ ਦੰਦੀਆਂ ਵੱਢਦੀਆਂ ਸੀ ਜਿਹੜਾ ਅੰਦਰ ਨਹੀਂ ਆਉਣ ਦਿੱਤੀ। ਇੱਕ ਸੰਕੇਤ ਇਸ ਲਈ ਸੀ ਕਿ ਜਿਹੜਾ ਆਮ ਸਧਾਰਨ ਬੰਦਾ, ਗਰੀਬ ਹੈ, ਕਿਸਾਨ ਹੈ, ਮਿਡਲ ਕਲਾਸ ਹੈ, ਉਹਨੂੰ ਡੀਜ਼ਲ ਪੈਟਰੋਲ ਤੇ ਜਿਹੜਾ ਵੈਟ ਲੱਗ ਰਿਹਾ ਉਸ ਤੇ ਉਹ ਬੜਾ ਦੁਖੀ ਹੈ। ਸੈਂਟਰ ਆਪਦੇ ਰੇਟ ਘਟਾਵੇ, ਮਗਰ ਉਸ ਤੋਂ ਪਹਿਲਾਂ ਸਰਕਾਰ ਤੁਹਾਡੀ ਹੈ। ਜਾਖੜ ਸਾਹਿਬ ਉਸ ਦਿਨ ਤਾਂ ਡਰਾਮਾ ਰਚਦੇ ਸੀ, ਉਹ ਡਰਾਮਾ ਨਾ ਰਚੋ, ਆਪ ਦਾ ਵੈਟ ਘਟਾਓ। ਜਿਹੜੇ ਸਾਰੇ ਦੇਸ਼ 'ਚ ਸਭ ਤੋਂ ਵੱਧ ਵੈਟ ਪੈਟਰੋਲ ਤੇ ਡੀਜ਼ਲ ਤੇ ਕੋਈ ਸੂਬਾ ਲਾਉਂਦਾ ਤੇ ਪੰਜਾਬ ਸਰਕਾਰ ਲਾਉਂਦੀ, ਤੁਸੀਂ ਕਿਉਂ ਨਹੀਂ ਘਟਾਉਂਦੇ? ਲੋਕਾਂ ਨੂੰ ਮੂਰਖ ਨਾ ਬਣਾਓ, ਆਪਣੀ ਬਣਦੀ ਜ਼ਿੰਮੇਵਾਰੀ ਨਿਭਾਓ ਤੇ ਫਿਰ ਜਾ ਕੇ ਦਿੱਲੀ ਦੀ ਲੜਾਈ ਅਸੀਂ ਲੜਨ ਦੀ ਨਾਲ ਤਿਆਰ। ਸ਼ਰਮਾ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਅੱਜ ਖਾਸ ਤੌਰ ਤੇ ਪਾਣੀ ਦਾ ਵੀ ਮਸਲਾ ਅੰਦਰ ਗੁੰਜਿਆ ਹੈਗਾ ਤੇ ਉਧਰ ਸਿੱਧੂ ਸਾਹਿਬ ਹੋਰਾਂ ਬੜੇ ਦੇਰ ਬਾਅਦ ਮੀਡੀਆ ਸਾਹਮਣੇ ਆਏ ਤੇ ਉਹਨਾਂ ਨੇ ਗੱਲ ਆਖੀ ਹੈ ਕਿ ਜੇ ਅਸੀਂ ਪੰਜਾਬ ਦੇ ਵਿੱਚ ਕਿਸਾਨੀ ਨੂੰ ਬਚਾਉਣਾ ਹੈ ਤੇ ਸਾਨੂੰ ਕੁਝ ਬਦਲਵੇਂ ਰਾਹ ਅਪਣਾਉਣੇ ਪੈਣਗੇ। ਤੇ ਤੁਸੀਂ ਕਿਸਾਨੀ ਦੇ ਮੁੱਦੇ ਤੇ ਕੀ ਕਹਿਣਾ ਚਾਹੋਗੇ, ਕਿਵੇਂ ਕਿਸਾਨੀ ਨੂੰ ਬਚਾਇਆ ਜਾ ਸਕਦਾ ਹੈ? ਦੇਖੋ, ਅੱਜ ਪਾਣੀ ਦਾ ਮੁੱਦਾ ਆਇਆ, ਡਿਵਰਸੀਫਿਕੇਸ਼ਨ ਦੀ ਸਖਤ ਲੋੜ ਆ, ਫਸਲੀ ਚੱਕਰ ਤੋਂ ਬਾਹਰ ਕੱਢਣ ਦੀ ਲੋੜ ਆ। ਤਾਂ ਹੀ ਪੋਸੀਬਲ ਆ ਜੇ ਅਲੱਗ MSP ਬਾਕੀ ਸਾਰੀਆਂ ਫਸਲਾਂ ਤੇ ਜਿਹੜਾ ਹੋਏ, ਮੱਕੀ ਤੇ ਹੋਏ, ਕਣਕ ਤੇ ਹੋਏ, ਦਾਲਾਂ ਤੇ ਹੋਏ, ਜੀਰੀ ਜਿਹੜੇ ਦੂਸਰੀਆਂ ਫਸਲਾਂ ਕਣਕ ਜੀਰੀ ਨੂੰ ਛੱਡ ਕੇ ਸਾਰੀਆਂ 21 ਫਸਲਾਂ ਤੇ MSP ਹੋਏ, ਤਾਂ ਹੀ ਜ਼ਿਮੀਂਦਾਰ ਕਣਕ ਜੀਰੀ ਨੂੰ ਛੱਡ ਕੇ ਦੂਸਰੀਆਂ ਫਸਲਾਂ ਵਾਲੇ ਪਾਸੇ ਆਊਗੇ। ਉਹਦੇ ਨਾਲ ਪਾਣੀ ਵੀ ਬਚਣਾ, ਪੋਲਿਊਟਡ ਵਾਟਰ ਨੂੰ ਰੋਕਣ ਵਾਸਤੇ ਇੰਡਸਟਰੀ ਜਿਹੜੀ ਪੋਲਿਊਟ ਕਰ ਰਹੀ ਆ ਉਹਨੂੰ ਵੀ ਰੋਕਣਾ ਪੈਣਾ। STP ਸ਼ਹਿਰਾਂ ਨੂੰ ਲਾਣੇ ਪੈਣੇ ਆ, ਜਿਹੜਾ ਪਾਣੀ ਬਰਸਾਤੀ ਪਾਣੀ ਆ ਉਹਨੂੰ ਕੰਟਰੋਲ ਕਰਨਾ ਪੈਣਾ। ਸਿੱਧੂ ਸਾਹਿਬ ਸਰਕਾਰ ਦਾ ਹਿੱਸਾ ਆ, ਸਰਕਾਰ 'ਚ ਉਹਦੀ ਕੋਈ ਸੁਣਵਾਈ ਨਹੀਂ, ਉਹ ਪ੍ਰੈਸ ਦੇ ਸਾਹਮਣੇ ਆ ਕੇ ਚਾਰ ਗੱਲਾਂ ਬੋਲ ਦਿੰਦੇ ਹੈਗੇ। 85ਵੀਂ ਸੋਧ ਦਾ ਵੀ ਮਸਲਾ ਅੰਦਰ ਗੁੰਜਿਆ ਹੈਗਾ, ਖਾਸ ਤੌਰ ਦਲਿਤ ਮੁਲਾਜ਼ਮਾਂ ਦੀ ਜਿਹੜੀ ਪ੍ਰਮੋਸ਼ਨ ਦਾ ਮਸਲਾ ਹੈਗਾ, ਉਸ ਬਾਰੇ ਫਿਰ ਪੰਜਾਬ ਸਰਕਾਰ ਦਾ ਕੀ ਰਵੱਈਆ ਰਿਹਾ ਅੰਦਰ? ਦੇਖੋ, ਸਰਕਾਰ ਆ ਜਿਹੜੀ ਡਬਲ ਚਿਹਰੇ ਆ, ਕਦੇ ਤਾਂ ਕਹਿ ਦਿੰਦੇ 85ਵੀਂ ਸੋਧ ਲਾਗੂ ਕਰ ਰਹੇ ਆ, ਜੇ CM ਸਾਹਿਬ ਲਾਗੂ ਕਰ ਰਹੇ ਆ ਤਾਂ ਅਫਸਰ ਉਹਨਾਂ ਦੇ ਮੰਨਦੇ ਨਹੀਂ ਹੈਗੇ। ਸੋ ਇਸ ਗੱਲ ਤੇ ਵੀ ਰੌਲਾ ਪਿਆ ਹੈਗਾ। ਅਕਾਲੀ ਦਲ ਇਸ ਤੇ ਕੀ ਮੰਗ ਕਰਦਾ? ਬਿਲਕੁਲ, ਅਸੀਂ ਤਾਂ ਮੰਗ ਕਰਦੇ ਹਾਂ ਵੀ ਲਾਗੂ ਹੋਣੀ ਚਾਹੀਦੀ। ਦੇਖੋ, ਅੱਜ 10 ਮਤੇ ਜਿਹੜੇ ਬੈਲਟ ਪੇਪਰ ਦੇ ਵਿੱਚ ਗੈਰ ਸਰਕਾਰੀ ਮਤੇ ਸੀ, ਉਹਨਾਂ ਵਿੱਚੋਂ 8 ਪਾਣੀ ਦੇ ਮੁੱਦੇ ਤੇ ਸੀ, ਜਿਨ੍ਹਾਂ ਵਿੱਚੋਂ ਇੱਕ ਮੇਰਾ ਵੀ ਸੀਗਾ ਤੇ ਬੜੀ ਸਾਰਥਿਕ ਬਹਿਸ ਹੋਈ ਆ। ਪਾਣੀ ਜਲ ਸੰਕਟ ਸਾਹਮਣੇ ਆ, ਗੰਭੀਰ ਚੁਣੌਤੀ ਆ, ਸਾਰੇ ਇਸ ਗੱਲ ਨਾਲ ਸਹਿਮਤ ਸੀਗੇ। ਉਹਦੇ ਲਈ ਜਿਹੜੇ ਸੁਝਾਅ ਅਸੀਂ ਦਿੱਤੇ, ਦੇਖੋ ਧਰਤੀ ਹੇਠਲੇ ਪਾਣੀ ਨੂੰ ਸਭ ਤੋਂ ਵਧੀਆ ਵੱਡਾ ਸਾਂਭਣ ਦਾ ਉਪਰਾਲਾ ਜਿਹੜਾ ਉਹ ਨਹਿਰੀ ਪਾਣੀ ਆ। ਪਰ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ, ਉਹਦੇ ਨਹਿਰੀ ਪਾਣੀ ਦਾ ਜਿਹੜਾ ਬਜਟ ਆ ਸਿੰਚਾਈ ਮਹਿਕਮੇ ਦਾ, ਉਹ 100 ਕਰੋੜ ਤੋਂ ਵੀ ਥੱਲੇ ਆ, ਜਿਹਦੇ ਨਾਲ ਕੇਵਲ ਖਰਚੇ ਵੀ ਪੂਰੇ ਨਹੀਂ ਹੁੰਦੇ ਹੈਗੇ, ਤਨਖਾਹਾਂ ਦੇ ਖਰਚੇ। ਤੇ ਫਿਰ ਕੀ ਪਲੈਨਿੰਗ ਕਰਾਂਗੇ ਅਸੀਂ? ਸਭ ਤੋਂ ਮੇਨ ਸੋਰਸ ਆ ਨਹਿਰੀ ਪਾਣੀ। ਦੂਸਰੀ ਚੀਜ਼ ਮੈਂ ਗੱਲ ਕਹੀ ਆ ਵੀ ਨਹਿਰੀ ਪਾਣੀ ਦੇ ਵਿੱਚ ਸੁਧਾਰ ਵਾਸਤੇ ਰੀਐਲੋਕੇਸ਼ਨ ਹੋਵੇ ਪਾਣੀਆਂ ਦੀ, ਜਿਹੜੇ ਤੁਸੀਂ ਪਹਿਲਾਂ ਅਲਾਟ ਕੀਤੇ ਹੋਏ ਨੇ, ਜਿਹੜੇ ਵਾਈਜ਼ ਐਲੋਕੇਟ ਕੀਤੇ ਹੋਏ ਨੇ ਪਾਣੀ। ਕਿਉਂਕਿ ਕਾਫੀ ਖੇਤਰ ਐਸਾ ਜਿਵੇਂ ਪਟਿਆਲਾ, ਜਿੱਥੇ ਪਹਿਲਾਂ ਮੱਕੀ ਛੋਲੇ ਵਰਗੀਆਂ ਫਸਲਾਂ ਹੁੰਦੀਆਂ ਸੀ, ਬਹੁਤ ਘੱਟ ਪਾਣੀ ਲੱਗਦਾ ਸੀ, ਬਹੁਤ ਵੱਡਾ ਹਿੱਸਾ ਹਜੇ ਕਲਟੀਵੇਟਡ ਹੀ ਨਹੀਂ ਸੀ, ਅਨਕਲਟੀਵੇਟਡ ਸੀਗਾ। ਹੁਣ ਉਹ ਕਲਟੀਵੇਟਡ ਹੋ ਗਿਆ ਤੇ ਕਣਕ ਤੇ ਝੋਨੇ ਥੱਲੇ ਵੱਡਾ ਰਕਬਾ ਆ ਗਿਆ, ਪਾਣੀ ਘੱਟ ਮਿਲ ਰਿਹਾ, ਉਹੀ ਪਾਣੀ ਮਿਲ ਰਿਹਾ ਜਿਹੜਾ ਛੋਲਿਆਂ ਦੇ ਸਮੇਂ ਮਿਲਦਾ ਸੀ। ਤੇ ਕਾਫੀ ਹਿੱਸਾ ਇਦਾਂ ਦਾ ਜਿਹੜਾ ਅਰਬਨਾਈਜੇਸ਼ਨ ਦੇ ਥੱਲੇ ਆ ਗਿਆ, ਉੱਥੇ ਪਾਣੀ ਦੀ ਰਿਕੁਆਇਰਮੈਂਟ ਘੱਟ ਗਈ। ਸੋ ਇਹਨੂੰ ਰਿਵਿਊ ਕੀਤਾ ਜਾਵੇ, ਦੁਬਾਰਾ ਰੀਐਲੋਕੇਟ ਕੀਤੇ ਜਾਣ ਪਾਣੀ। ਤੀਜੀ ਚੀਜ਼ ਜਿਹੜਾ ਪਾਣੀ ਨੂੰ ਸਾਂਭਣ ਵਾਸਤੇ ਹੋਰ ਸੁਝਾਵਾਂ ਦੇ ਨਾਲ ਡਾਈਵਰਸੀਫਿਕੇਸ਼ਨ ਆ ਜਿਹੜੀ, ਉਹਦੇ ਉੱਤੇ ਰਿਸਰਚ ਦੇ ਲਈ ਪੈਸਾ ਰੱਖਣਾ ਚਾਹੀਦਾ। ਮੈਨੂੰ ਇਸ ਚੀਜ਼ ਦਾ ਅਸੀਂ ਆਪਣਾ ਵਿਰੋਧ ਵੀ ਦਰਜ ਕਰਾਇਆ ਕਿ ਪੰਜਾਬ ਦੇ ਵਿੱਤ ਮੰਤਰੀ ਨੇ, ਅੱਜ ਪੰਜਾਬ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ, ਵਿੱਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਕਹਿ ਦਿੱਤਾ ਵੀ ਐਗਰੀਕਲਚਰ ਦਾ ਜਿਹੜਾ ਰਿਸਰਚ ਵਾਲਾ ਹਿੱਸਾ ਜੀ ਉਹ ਕੇਂਦਰ ਨੂੰ ਦੇ ਦਿਓ। ਤੁਸੀਂ ਕੇਂਦਰ ਤੋਂ ਸਪੋਰਟ ਲੈ ਲਓ, ਕੇਂਦਰ ਨੂੰ ਆਪਣੇ ਪ੍ਰੋਜੈਕਟ ਭੇਜੋ ਵੀ ਸਾਨੂੰ ਇਹਦੇ ਲਈ ਫੰਡ ਚਾਹੀਦਾ, ਪਰ ਇਹਦਾ ਸਿੱਧੇ ਹੀ ਸੂਬੇ ਦੇ ਅਧਿਕਾਰ ਕੇਂਦਰ ਨੂੰ ਆਪ ਦੇਣ ਵਾਲੀ ਗੱਲ ਸੂਬੇ ਦੇ ਵਿੱਤ ਮੰਤਰੀ ਨੇ ਕਹੀ। ਮੈਂ ਸਮਝਦਾ ਅਸੀਂ ਉੱਥੇ ਵੀ ਵਿਰੋਧ ਦਰਸਾਇਆ, ਪਰ CM ਸਾਹਿਬ ਨੂੰ ਇਹਦੇ ਕੱਲ ਕਲੈਰੀਫਿਕੇਸ਼ਨ ਵੀ ਕਰਨੀ ਚਾਹੀਦੀ। ਡਾਈਵਰਸੀਫਿਕੇਸ਼ਨ ਤੇ ਕਿਉਂ ਨਹੀਂ ਡਾਈਵਰਸੀਫਿਕੇਸ਼ਨ ਹੁੰਦੀ? ਸਾਡੀ ਜਿਹੜੀ ਪੰਜਾਬ ਦੀਆਂ ਟ੍ਰੈਡੀਸ਼ਨਲ ਫਸਲਾਂ, ਉਹਦੇ ਵਿੱਚੋਂ ਕਣਕ ਤੇ ਮੱਕੀ ਕਰਦੇ ਹੁੰਦੇ ਸੀ ਅਸੀਂ। ਝੋਨਾ ਤਾਂ ਅਸੀਂ ਦੇਸ਼ ਨੂੰ ਭੁੱਖਮਰੀ ਚੋਂ ਕੱਢਣ ਵਾਸਤੇ ਦੇਸ਼ ਦੀਆਂ ਸਰਕਾਰਾਂ ਦੇ ਕਹਿਣ ਤੇ ਪੰਜਾਬ ਲਾਉਣ ਲੱਗਿਆ, ਜਿਹਨੇ ਧਰਤੀ ਹੇਠਲਾ ਪਾਣੀ ਮੁਕਾਇਆ। ਹੁਣ ਮੱਕੀ ਉਹ ਆ, ਫੋਰ ਐਗਜ਼ਾਮਪਲ ਮੈਂ ਇੱਕ ਫਸਲ ਦੀ ਗੱਲ ਕਰਕੇ, ਮੱਕੀ, ਆਲੂ, ਚਾਹੇ ਇਹ ਜਿਹੜੀਆਂ ਮਰਜ਼ੀ ਫਸਲਾਂ, ਹੁਣ ਮੱਕੀ ਤੇ 1860 ਰੁਪਏ MSP ਆ। ਮੱਕੀ ਪੰਜਾਬ ਸਰਕਾਰ ਖਰੀਦੇ, ਇਹ ਸਕੀਮ ਆ ਕੇਂਦਰ ਦੀ, ਕੋਰਸ ਗ੍ਰੇਨ ਪ੍ਰੋਕਿਊਰਮੈਂਟ ਸਕੀਮ ਗਵਰਨਮੈਂਟ ਆਫ ਇੰਡੀਆ ਦੀ ਹੈਗੀ ਆ ਕਿ ਤੁਸੀਂ ਮੱਕੀ ਖਰੀਦੋ, PDS ਦੇ ਵਿੱਚ ਇੰਟਰੋਡਿਊਸ ਕਰੋ ਮੱਕੀ ਨੂੰ ਜਾਂ ਆਲੂ ਨੂੰ, ਜਿਹੜੀਆਂ ਫਸਲਾਂ ਜਿਨ੍ਹਾਂ ਦੇ ਆਪਾਂ ਮੁੱਲ ਦੇ ਸਕਦੇ ਹਾਂ। ਮਿਨੀਮਮ ਗਰੰਟੀ ਉਹ ਚਾਹੀਦੀ ਹੈ ਨਾ, ਕਿਸਾਨ ਨੂੰ ਤਾਂ ਇਨਕਮ ਚਾਹੀਦੀ ਆ। ਤੁਸੀਂ ਇਹਨਾਂ ਨੂੰ PDS ਸਕੀਮ ਦੇ ਵਿੱਚ ਇੰਟਰੋਡਿਊਸ ਕਰੋ ਤੇ ਜਿਹੜਾ ਘਾਟਾ ਪਊਗਾ ਉੱਥੇ
ਉਹ ਘਾਟਾ 50% ਹੈ ਸਕੀਮ ਦੇ ਅਧੀਨ ਵੀ ਉਹ ਘਾਟਾ ਕੇਂਦਰ ਤੇ ਪੰਜਾਬ ਮਿਲ ਕੇ ਸ਼ੇਅਰ ਕਰਦੇ ਹੁੰਦੇ ਆ ਸਕੀਮ ਦੇ ਜ਼ਰੀਏ। ਤੇ ਮੈਂ ਕਹਿੰਦਾ ਤੁਹਾਨੂੰ ਘਾਟਾ ਵੀ ਨਹੀਂ ਪੈਣਾ, ਕਿਉਂਕਿ ਅੱਜ 5000 ਰੁਪਇਆ ਪਰ ਏਕੜ ਪਿੱਛੇ ਸਬਸਿਡੀ ਮਿਲਦੀ ਆ ਬਿਜਲੀ ਬੋਰਡ ਨੂੰ, ਜਿਹੜਾ ਦੇਣੀ ਪੈਂਦੀ ਆ ਸਬਸਿਡੀ 5000 ਪਰ ਏਕੜ ਪਿੱਛੇ ਸਰਕਾਰ ਨੂੰ, ਬਿਜਲੀ ਬੋਰਡ ਨੂੰ ਦਿੰਦੇ ਆ ਸਰਕਾਰ। ਤੇ ਜੇ ਤੁਸੀਂ ਇਹ ਕਰੋਗੇ ਤਾਂ ਇਹਦੇ ਵਿੱਚ ਤੁਹਾਡੀ ਘੱਟੋ ਘੱਟ 3 ਤੋਂ 4000 ਰੁਪਇਆ ਪਰ ਏਕੜ ਪਿੱਛੇ ਬਿਜਲੀ ਬਚ ਜੂਗੀ, ਉਹੀ ਤੁਸੀਂ ਉਸ ਘਾਟੇ ਦੇ ਵਿੱਚ ਸ਼ੇਅਰ ਕਰ ਸਕਦੇ ਹੋ। ਸੋ ਕੋਈ ਘਾਟਾ ਵਾਧਾ ਨਹੀਂ, ਬਲਕਿ ਡਾਇਵਰਸੀਫਿਕੇਸ਼ਨ ਲਈ ਇੱਕ ਬਹੁਤ ਵੱਡਾ ਉਪਰਾਲਾ ਤੁਸੀਂ ਕਰ ਸਕਦੇ ਹੋ। ਸੋ ਇਹਦੇ ਨਾਲ ਨਾਲ ਜਿਹੜੇ ਦੇਖੋ ਹੁਣ ਤੱਕ ਸਾਡਾ ਪਾਣੀ ਪਾਕਿਸਤਾਨ ਨੂੰ ਜਾਂਦਾ ਰਿਹਾ ਤੇ ਸਰਕਾਰਾਂ ਸਾਡੀਆਂ ਸੂਬਿਆਂ ਨੂੰ ਲੜਾਉਂਦੀਆਂ ਰਹੀਆਂ ਆਪਸ ਦੇ ਵਿੱਚ। ਉਹਦੇ ਸ਼ਾਹਪੁਰ ਕੰਡੀ ਡੈਮ ਲਮਕ ਕੇ ਬਣ ਰਿਹਾ, ਉਹਦੇ 'ਚ ਤੇਜ਼ੀ ਲਿਆਂਦੀ ਜਾਵੇ। ਰਣਜੀਤ ਸਾਗਰ ਡੈਮ ਕਿਸ਼ਤਾਂ 'ਚ ਬਣਿਆ, ਇੱਕ ਹੁਣ ਮੱਕੋਵਾਲ ਡੈਮ ਬਣ ਰਿਹਾ, 450 ਕਰੋੜ ਦਾ ਪ੍ਰੋਜੈਕਟ ਆ, ਉਹ ਤੇ ਗੌਰ ਹੀ ਨਹੀਂ ਕਰ ਰਹੀ ਸਰਕਾਰ। ਕੇਂਦਰ ਸਰਕਾਰ ਕੋਲੇ ਮਸਲਾ ਟੇਕਅਪ ਕਰੇ। ਇਹਦੇ ਨਾਲ ਨਾਲ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਸੀ, ਹੁਣ ਛੱਪੜਾਂ ਦੇ ਨਵੀਨੀਕਰਨ ਦੀ 3 ਥਾਪਰ ਟੈਕਨੋਲੋਜੀ 3 ਵੀਲਰ ਟੈਕਨੋਲੋਜੀ ਸੀ, ਪਰ ਉਹ ਤੇ ਕੋਈ ਵਰਕ ਨਹੀਂ ਕੀਤਾ ਗਿਆ। ਮੇਰੇ ਹਲਕੇ 'ਚ 2.5 ਕਰੋੜ ਰੁਪਇਆ 1.5 ਸਾਲ ਦਾ ਇੱਦਾਂ ਪਿਆ, ਨਹੀਂ ਯੂਟੀਲਾਈਜ਼ ਕੀਤਾ ਜਾ ਰਿਹਾ। ਇਸ ਵੀਕ ਸਕੀਮ ਆ ਗਵਰਨਮੈਂਟ ਆਫ ਇੰਡੀਆ ਦੀ, ਨਹੀਂ ਯੂਟੀਲਾਈਜ਼ ਕੀਤੀ ਜਾ ਰਹੀ। ਇਸੇ ਤਰੀਕੇ ਦੇ ਨਾਲ ਗਵਰਨਮੈਂਟ ਆਫ ਇੰਡੀਆ ਦੀਆਂ ਜਿਹੜੀਆਂ ਕਈ ਬਹੁਤ ਸਾਰੀਆਂ ਸਕੀਮਾਂ ਨੇ ਜਿਨ੍ਹਾਂ ਦਾ ਆਪਾਂ ਲਾਹਾ ਲੈ ਸਕਦੇ ਹਾਂ, ਪਰ ਕਿਤੇ ਨਾ ਕਿਤੇ ਮੈਂ ਸਮਝਦਾ ਸਰਕਾਰ ਦਾ ਇਹਦੇ ਵਿੱਚ ਅਵੇਸਲਾਪਨ ਜਾਂ ਨਜ਼ਰ ਆਉਂਦਾ ਕਿ ਉਹ ਸਕੀਮਾਂ ਦਾ ਆਪਾਂ ਪ੍ਰੋਪਰ ਫਾਇਦਾ ਨਹੀਂ ਲੈ ਪਾ ਰਹੇ ਹੈਗੇ। ਜਿਵੇਂ ਭੂਜਲ ਯੋਜਨਾ ਸੀ, ਅਟਲ ਭੂਜਲ ਯੋਜਨਾ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਨ ਐਡਵਾਂਸ ਬਹੁਤ ਪਹਿਲਾਂ ਇਹ ਕਹਿ ਦਿੱਤਾ ਸੀ ਵੀ ਅਸੀਂ ਇੱਕ ਇੱਦਾਂ ਦੀ ਯੋਜਨਾ ਬਣਾਉਣ ਜਾ ਰਹੇ ਹਾਂ ਜਿਹਦੇ ਨਾਲ ਧਰਤੀ ਹੇਠਲੇ ਪਾਣੀ ਨੂੰ ਸਾਂਭਿਆ ਜਾ ਸਕੇ। ਸੋ ਪੰਜਾਬ ਨੂੰ ਉਦੋਂ ਮੈਂ ਉਸ ਸਮੇਂ ਸਟੇਟਮੈਂਟ ਦਿੱਤੀ ਸੀ ਇਹ ਵੀ ਪੰਜਾਬ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਆ। ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਇਸ ਦਿਸ਼ਾ ਵੱਲ ਨੂੰ ਸੋਚ ਰਹੇ ਆ, ਸਰਕਾਰ ਇਸ ਦਿਸ਼ਾ ਵੱਲ ਨੂੰ ਸੋਚ ਰਹੀ ਆ, ਤਾਂ ਆਪਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਆ। ਆਪਣਾ ਕੇਸ ਤਿਆਰ ਕਰਕੇ ਭੇਜਣਾ ਚਾਹੀਦਾ ਵੀ ਸਾਨੂੰ ਕਿੰਨੇ ਰਿਜ਼ਰਵਰਸ ਦੀ ਲੋੜ ਆ, ਕਿੰਨੇ ਚੈੱਕ ਡੈਮ ਅਸੀਂ ਬਣਾਉਣੇ ਆ, ਕਿਹਦੇ ਸਾਨੂੰ ਖਰਚਾ ਕਰਨਾ। ਪਰ ਅਸੀਂ ਆਪਣਾ ਰਿਪਰੈਜ਼ੈਂਟੇਟਿਵ ਵੀ ਉੱਥੇ ਨਹੀਂ ਭੇਜ ਸਕੇ, ਆਪਣਾ ਕੇਸ ਹੀ ਨਹੀਂ ਪੁੱਟ ਕਰ ਸਕੇ ਕਿ ਅੱਜ ਪੰਜਾਬ 6000 ਕਰੋੜ ਦੀ ਅਟਲ ਭੂਜਲ ਯੋਜਨਾ ਦੇ ਵਿੱਚ ਜਿਹਨੂੰ ਪਹਿਲਾਂ ਨਾ ਹੋਣਾ ਚਾਹੀਦਾ ਸੀ ਪੰਜਾਬ ਦਾ, ਸਾਡਾ ਉੱਥੇ ਨਾਂ ਨਹੀਂ ਹੈਗਾ। ਇਹਦੇ ਨਾਲ ਨਾਲ ਜਿੱਥੇ ਮਨਪ੍ਰੀਤ ਬਾਦਲ ਜੀ ਦੀ ਗੱਲ ਜਿਹੜੀ ਸਾਨੂੰ ਚੁਭੀ ਤੇ ਜਿਹਦੇ ਅਸੀਂ ਇਤਰਾਜ਼ ਜਤਾਇਆ, ਉੱਥੇ ਰਾਣਾ ਗੁਰਜੀਤ ਸਿੰਘ ਜੀ ਨੇ ਕਾਂਗਰਸ ਪਾਰਟੀ ਵੱਲੋਂ ਇੱਕ ਹੋਰ ਗੱਲ ਆਈ, ਬਹੁਤ ਸੰਜੀਦਗੀ ਨਾਲ ਬਹਿਸ ਹੋਈ। 2 ਗੱਲਾਂ ਹੀ ਜਿਹੜੀਆਂ ਜਿਹਦੇ ਨਾਲ ਸਾਡੀ ਸਹਿਮਤੀ ਆ। ਉਹ ਕਹਿੰਦੇ ਜੀ ਵੀ ਜਿਹੜੇ 10 ਰੁਪਏ ਗੰਨੇ ਦੇ 10 ਰੁਪਏ ਵੀ ਨਾ ਵਧਾਓ, ਵੀ ਇਹ ਨਹੀਂ ਵਧਾਉਣੇ ਚਾਹੀਦੇ। ਠੀਕ ਆ, ਉਹਨਾਂ ਦਾ ਦੂਜਾ ਪਾਰਟ ਠੀਕ ਸੀ ਵੀ ਯੀਲਡ ਵਧਾਓ, ਪਰ ਰੇਟ ਦੇ ਉੱਤੇ ਉਹਨਾਂ ਨੇ ਕੁਐਸਚਨ ਨਹੀਂ ਕਰਨਾ ਚਾਹੀਦਾ ਸੀਗਾ। ਹਰਿਆਣਾ ਘੱਟੋ ਘੱਟ ਜਿੰਨਾ ਗੰਨੇ ਦਾ ਪੂਰਾ ਰੇਟ ਦਿੰਦਾ ਤਾਂ ਪੰਜਾਬ ਕਿਉਂ ਨਹੀਂ ਦੇ ਸਕਦਾ? ਸੋ ਪੰਜਾਬ ਉਹ ਗੱਲ ਨਾਲ ਵੀ ਅਸੀਂ ਸਹਿਮਤ ਹਾਂ। ਮੈਂ ਸਮਝਦਾ ਕਾਂਗਰਸ ਦੀ ਜਿਹੜੀ ਪ੍ਰਾਈਵੇਟ ਸ਼ੂਗਰ ਮਿੱਲਾਂ ਨੂੰ ਬਚਾਉਣ ਵਾਲੀ ਸੋਚ ਆ ਕਿ ਉਹਨਾਂ ਨੂੰ ਸਹਾਰਾ ਦੇ ਰਹੇ ਆ, ਜੇ ਲੋਕਾਂ ਦਾ ਕਿੱਡਾ ਵੱਡਾ ਪੱਧਰ ਤੇ ਗੰਨੇ ਦੀਆਂ ਪੇਮੈਂਟਾਂ ਰੁਕੀਆਂ ਹੋਈਆਂ, ਇਹ ਉਹਦੇ ਤੇ ਅਸੀਂ ਵਿਰੋਧ ਦਰਜ ਕਰਾਇਆ। ਸੋ ਚੰਗੀ ਬਹਿਸ ਹੋਈ ਆ। ਮੈਂ ਉਮੀਦ ਕਰਦਾ ਵੀ ਕਮੇਟੀ ਬਣੀ ਆ, ਪਰ ਕਮੇਟੀ ਬਣੀ ਆ 3 ਮਹੀਨੇ ਦਾ ਟਾਈਮ ਬਾਉਂਡ ਵੀ ਕੀਤਾ ਉਹਨੂੰ, ਪਰ ਕਮੇਟੀ ਦੀਆਂ ਰਿਪੋਰਟਾਂ ਆਉਣਗੀਆਂ। ਹੁਣ ਵਾਟਰ ਰੈਗੂਲੇਟਰੀ ਅਥਾਰਟੀ ਆ ਆਲਰੇਡੀ ਬਣੀ ਹੋਈ ਆ ਪੰਜਾਬ ਦੇ ਵਿੱਚ, ਪਰ ਉਹਨੇ ਕੀਤਾ ਕੀ? ਸਿਰਫ ਪੋਜੀਸ਼ਨਸ ਮਿਲੀਆਂ ਨੇ, ਦਫ਼ਤਰ ਮਿਲਿਆ। ਹਜੇ ਤੱਕ ਵਾਟਰ ਰੈਗੂਲੇਟਰੀ ਅਥਾਰਟੀ ਦਾ ਬਣਨ ਤੋਂ ਬਾਅਦ ਕੋਈ ਵੀ ਸਟੈਪ ਨਹੀਂ, ਖਾਸ ਤੌਰ ਦੇ ਉੱਤੇ ਉਹਦੇ ਵਿੱਚ ਇੱਕ ਐਗਰੀਕਲਚਰ ਨੂੰ ਤਾਂ ਉਹਦੇ ਸਕੋਪ 'ਚੋਂ ਹੀ ਬਾਹਰ ਕੱਢਦੇ ਆ। ਸੋ ਕਿਵੇਂ ਉਹ ਕਮੇਟੀ ਪ੍ਰੋਪਰ ਵਰਕ ਕਰ ਸਕੂਗੀ? ਇਹ ਸਾਰੇ ਸੁਝਾਅ ਨੇ ਆਪਣੇ ਜਿਹੜੇ ਅੱਜ ਰੱਖੇ ਨੇ, ਤੇ ਮੈਂ ਸਮਝਦਾ ਵੀ ਇਹ ਸੁਝਾਵਾਂ ਤੇ ਅਮਲ ਵੀ ਕਰੂਗੀ ਜਿਹੜੀ ਐਡੀ ਵੱਡੀ ਬਹਿਸ ਅੱਜ ਹੋਈ ਹੈ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅੱਜ ਪ੍ਰੋਟੈਸਟ ਕੀਤਾ ਕਿ 400-500 ਕਰੋੜ ਰੁਪਏ ਜਿਹੜਾ ਹੈਗਾ ਕਰਜ਼ ਹੈ ਯੂਨੀਵਰਸਿਟੀ ਦੇ, ਪੰਜਾਬੀ ਯੂਨੀਵਰਸਿਟੀ। ਸਰ, ਕੀ ਬਜਟ ਦੇ ਵਿੱਚ ਉਸਦਾ ਧਿਆਨ ਰੱਖਣਾ ਚਾਹੀਦਾ ਸਰਕਾਰ ਨੂੰ? ਦੇਖੋ, ਜੇ ਬਜਟ ਵਿੱਚ ਧਿਆਨ ਰੱਖਣ ਦੀ ਨੀਤ ਹੁੰਦੀ ਸਰਕਾਰ ਦੀ, ਮੈਂ ਰੈਜ਼ੋਲੂਸ਼ਨ ਦਿੱਤਾ ਸੀਗਾ, ਮਤਾ ਦਿੱਤਾ ਸੀ, ਉਹ ਮਤਾ ਅਸਵੀਕਾਰ ਕਰ ਦਿੱਤਾ ਸਪੀਕਰ ਸਾਹਿਬ ਨੇ ਕਿ ਪੰਜਾਬੀ ਯੂਨੀਵਰਸਿਟੀ ਨੂੰ 500 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾਵੇ। 500 ਕਰੋੜ ਤਾਂ ਕਿਹਦੇ ਨਹੀਂ ਸੀ, ਜਿਹੜੀ ਐਨੂਅਲ ਗ੍ਰਾਂਟ ਹੁੰਦੀ ਆ ਉਹਨਾਂ ਦੀ 150 ਕਰੋੜ ਤੋਂ 108 ਕਰੋੜ ਕਰਤੀ, ਪਹਿਲੀ ਵਾਰੀ ਘਟੀ ਆ ਉਹ ਗ੍ਰਾਂਟ। ਸੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰਾਈਵੇਟ ਸੈਕਟਰ ਫੀਲਡ ਨੂੰ ਉਤਸ਼ਾਹਿਤ ਕਰ ਰਹੀ ਆ ਸਰਕਾਰ। ਅਵੇਸਲਾਪਨ ਸੀਐਮ ਸਾਹਿਬ ਦੇ ਆਪਣੇ ਜ਼ਿਲ੍ਹੇ ਦੀ ਇੱਕ ਵਿਰਾਸਤੀ ਪੰਜਾਬੀ ਮਾਂ ਭਾਸ਼ਾ ਤੇ ਬਣੀ ਹੋਈ ਇੱਕੋ ਇੱਕ ਯੂਨੀਵਰਸਿਟੀ ਆ, ਅੱਜ ਧਰਨੇ ਦਾ ਅਖਾੜਾ ਬਣ ਚੁੱਕੀ ਆ। 0 ਆਵਰ 'ਚ ਅਸੀਂ ਮਸਲਾ ਚੱਕਿਆ, ਅਣਗੌਲਿਆ ਜਾ ਕਰਤੇ ਆ, ਸੁਣਿਆ ਹੀ ਨਹੀਂ ਹੈਗਾ ਪ੍ਰੋਪਰ। ਕੱਲ ਇੱਕ ਗਰੀਬ ਮਾਲੀ ਨੇ ਖੁਦਕੁਸ਼ੀ ਕੀਤੀ ਆ। ਦੇਖੋ ਸਰਕਾਰ ਕਿਵੇਂ ਇਸ ਮਸਲੇ ਤੇ ਧਿਆਨ ਨਹੀਂ ਦੇ ਰਹੀ ਹੈਗੀ ਕਿ ਅੱਜ ਯੂਨੀਵਰਸਿਟੀ ਨੂੰ ਜ਼ਰੂਰਤ ਆ ਵੀ ਪ੍ਰੋਪਰ ਇੱਕ ਵਾਈਸ ਚਾਂਸਲਰ ਤਾਂ ਹੋਵੇ ਜਿਹੜਾ ਸੁੱਤਾ ਪਿਆ ਵੀ ਇਸ ਯੂਨੀਵਰਸਿਟੀ ਬਾਰੇ ਸੋਚੇ। ਤੇ ਇੱਥੇ ਤਾਂ ਵਾਈਸ ਚਾਂਸਲਰ ਇੱਕ IAS ਅਫਸਰ ਮੈਡਮ ਰਮਨੀਤ ਕੌਰ ਜੀ ਇੰਟੈਲੀਜੈਂਟ ਅਫਸਰ ਨੇ, ਕਾਬਲ ਅਫਸਰ ਨੇ ਉਹ, ਪਰ ਉਹਨਾਂ ਕੋਲ ਫੋਰੈਸਟ ਦਾ ਡਿਪਾਰਟਮੈਂਟ ਆ। 2.5 ਮਹੀਨੇ ਹੋ ਗਏ ਯੂਨੀਵਰਸਿਟੀ ਨਹੀਂ ਗਏ ਹੈਗੇ। ਯੂਨੀਵਰਸਿਟੀ ਨੂੰ ਅੱਜ ਰੈਗੂਲਰ ਵਾਈਸ ਚਾਂਸਲਰ ਦੀ ਜ਼ਰੂਰਤ ਆ ਜਿਹੜਾ ਪ੍ਰੋਪਰ ਟਾਈਮ ਉਹ ਯੂਨੀਵਰਸਿਟੀ ਨੂੰ ਦੇ ਸਕੇ। ਸਿੰਡੀਕੇਟ ਦੀ ਮੀਟਿੰਗ ਇੱਕ ਸਾਲ ਨਹੀਂ ਯੂਨੀਵਰਸਿਟੀ ਦੀ ਹੁੰਦੀ ਹੈਗੀ। ਸੋ ਪੰਜਾਬੀ ਯੂਨੀਵਰਸਿਟੀ ਪ੍ਰਤੀ ਸਰਕਾਰ ਦੀ ਸੋਚ ਕੀ ਆ, ਰਵੱਈਆ ਕੀ ਆ, ਉਹ ਤਾਂ ਸਾਹਮਣੇ ਆ। ਪਰ ਬਜਟ ਦੇ ਵਿੱਚ ਅਸੀਂ ਇਹ ਮੰਗ ਹਾਊਸ ਦੇ ਅੰਦਰ ਵੀ ਪਹਿਲਾਂ ਮਤਿਆਂ ਰਾਹੀਂ ਵੀ ਇਹ ਰੱਖ ਚੁੱਕੇ। ਇੱਕ ਅਸੀਂ 0 ਆਵਰ ਦੇ ਵਿੱਚ ਦੇਖੋ ਆਲ ਪਾਰਟੀ ਮੀਟਿੰਗ ਹੋਈ ਸੀ ਪਿੱਛੇ ਜੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਕਿਸਾਨੀ ਸੰਘਰਸ਼ ਦੇ ਮੁੱਦਿਆਂ ਦੇ ਉੱਤੇ। ਉੱਥੇ ਇਹ ਗੱਲ ਆਈ ਸੀਗੀ
ਕਿਉਂਕਿ ਕਰਜ਼ਾ ਮਾਫੀ ਮੁਕੰਮਲ ਕਰਜ਼ਾ ਮਾਫੀ ਦਾ ਵਾਅਦਾ ਸੀ ਪੰਜਾਬ ਸਰਕਾਰ ਦਾ, ਪਰ ਉਹ ਮੀਟਿੰਗ ਕਿਉਂਕਿ ਕਿਸਾਨੀ ਸੰਘਰਸ਼ ਦੇ ਮੁੱਦੇ ਸੇ ਇੱਕਮੁੱਠਤਾ ਦਿਖਾਣੀ ਸੀ, ਅਸੀਂ ਕੋਈ ਰਾਜਨੀਤਿਕ ਟਿੱਪਣੀ ਉਸ ਵਾਅਦੇ ਦੇ ਉੱਤੇ ਨਹੀਂ ਕੀਤੀ ਮੁਕੰਮਲ ਕਰਜ਼ਾ ਮਾਫੀ ਦੇ ਉੱਤੇ। ਪਰ ਇੰਨਾ ਜ਼ਰੂਰ ਕਿਹਾ ਵੀ ਕਿਉਂਕਿ ਕਿਸਾਨੀ ਸੰਘਰਸ਼ ਸੰਬੰਧੀ ਇਹ ਮੀਟਿੰਗ ਆ, ਘੱਟੋ ਘੱਟ ਜਿਹੜੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਨੇ ਉਹਨਾਂ ਦਾ ਤਾਂ ਮੁਕੰਮਲ ਕਰਜ਼ਾ ਮਾਫ ਕੀਤਾ ਜਾਵੇ। ਉੱਥੇ ਹਾਮੀ ਭਰੀ ਸੀ ਸੀਐਮ ਸਾਹਿਬ ਨੇ, ਪਰ ਅਜੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਹੈਗੀ। ਅੱਜ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ, ਮੈਂ ਉਮੀਦ ਕਰਦਾ ਵੀ ਕੱਲ ਆਪਣੀ ਰਿਪਲਾਈ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਇਹਦੇ ਬਾਬਤ ਕੁਝ ਕਹਿਣਗੇ। ਬਾਕੀ ਵਧੇ ਹੋਏ ਜਿਹੜੇ ਡੀਜ਼ਲ, ਖੇਤੀ ਪ੍ਰਧਾਨ ਸੂਬਾ ਪੰਜਾਬ, ਤੁਸੀਂ ਕਹਿੰਦੇ ਹੋ ਅਸੀਂ ਕਿਸਾਨ ਹਿਤੈਸ਼ੀ ਹਾਂ, ਕਿੱਡਾ ਵੱਡਾ ਬੋਝ ਅੱਜ ਸਭ ਤੋਂ ਮਹਿੰਗਾ ਡੀਜ਼ਲ ਪੰਜਾਬ ਦਾ ਕਿਸਾਨ ਖਰੀਦ ਰਿਹਾ। ਆਂਢ ਗੁਆਂਢ ਦੇ ਸੂਬਿਆਂ ਦੇ ਨਾਲੋਂ ਪੈਟਰੋਲ ਮਹਿੰਗਾ ਹੋ ਰਿਹਾ, ਪੈਟਰੋਲ ਪੰਪਸ ਵਾਲੇ ਨੇ ਉਹ ਵੀ ਪੀੜਤ, ਕਿਸਾਨ ਵੀ ਪੀੜਤ, ਆਮ ਲੋਕ ਵੀ ਪੀੜਤ। ਸੋ ਸਭ ਤੋਂ ਮਹਿੰਗਾ ਜਿਹੜਾ ਡੀਜ਼ਲ ਤੇ ਵੈਟ ਤੇ ਪੈਟਰੋਲ ਤੇ ਵੈਟ ਜਿਹੜਾ ਇਹ ਘਟਾਇਆ ਜਾਵੇ। ਕੇਂਦਰ ਜਦੋਂ ਪੰਜਾਬ ਸਰਕਾਰ ਆਪਣਾ ਘਟਾਊਗੀ ਤਾਂ ਅਸੀਂ ਕੇਂਦਰ ਨੂੰ ਵੀ ਕਹਿਣ ਜੋਗੇ ਹੋਵਾਂਗੇ। ਸੋ ਮੈਂ ਉਮੀਦ ਕਰਦਾ ਵੀ ਅੱਜ ਜਿਸ ਤਰੀਕੇ ਨਾਲ ਪ੍ਰਦਰਸ਼ਨ ਹੋਇਆ, ਜਿਸ ਤਰੀਕੇ ਨਾਲ ਗੱਲ ਚੱਕੀ ਗਈ, ਜ਼ਰੂਰ ਵਿੱਤ ਮੰਤਰੀ ਜੀ ਇਸ ਬਾਬਤ ਵੀ ਕੱਲ ਸੀਐਮ ਸਾਹਿਬ ਗਵਰਨਰ ਐਡਰੈਸ ਦੇ ਵਿੱਚ ਇਸ ਬਾਬਤ ਵੀ ਗੱਲ ਕਰਨਗੇ। ਦੇਖੋ, ਜਿਹੜਾ ਪਾਣੀ ਦਾ ਮੁੱਦਾ ਬੜਾ ਅਹਿਮ ਮੁੱਦਾ ਵਾ। ਅੱਜ ਜਿਹੜਾ ਪਾਣੀ ਸਾਡਾ ਨੀਚੇ ਜਾ ਰਿਹਾ, ਇਹ ਆਉਣ ਵਾਲੇ ਪੰਜਾਬ ਲਈ, ਆਉਣ ਵਾਲੇ ਭਵਿੱਖ ਲਈ, ਸਾਡੀ ਆਉਣ ਵਾਲੀ ਜਨਰੇਸ਼ਨ ਲਈ ਬੜਾ ਚਿੰਤਾ ਦਾ ਵਿਸ਼ਾ। ਇਹਦੇ ਤੇ ਬੜੀਆਂ ਅੱਗੇ ਵੀ ਡਿਬੇਟਸ ਹੋਈਆਂ, ਲੇਕਿਨ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ। ਬੜੇ ਸਖਤ ਫੈਸਲੇ ਲੈਣ ਦੀ ਲੋੜ ਆ। ਕਮੇਟੀ ਬਣਾਉਣ ਦੀ ਗੱਲ ਕੀਤੀ ਗਈ ਆ, ਕਮੇਟੀ ਬਣਾ ਕੇ ਜਲਦੀ ਉਹਦੇ ਸੁਝਾਅ ਲੈਣੇ ਚਾਹੀਦੇ ਨੇ। ਦੇਖੋ, ਇੱਕ ਤਾਂ ਸੀਗੀ ਰੀਚਾਰਜਿੰਗ, ਜਿਹੜੇ ਹਰ ਘਰ ਦਾ ਮੀਂਹ ਦਾ ਪਾਣੀ, ਹਰ ਕਲੋਨੀ ਦਾ, ਹਰ ਪ੍ਰੋਜੈਕਟ ਦਾ ਜਿਹੜਾ ਪਾਣੀ ਉਹ ਰੀਚਾਰਜ ਹੋਣਾ ਚਾਹੀਦਾ। ਮੈਂ ਆਪ ਇੱਕ ਕਲੋਨਾਈਜ਼ਰ ਹਾਂ, ਮੇਰੇ ਅਪਾਰਟਮੈਂਟਸ ਬਣੇ ਹੋਏ ਨੇ, ਉੱਥੇ ਸਾਰਾ ਪਾਣੀ ਰੀਚਾਰਜ ਹੋ ਰਿਹਾ, ਵੈਲ ਬਣੇ ਹੋਏ ਨੇ, ਕਲੋਨੀ 'ਚ ਵੈਲ ਬਣੇ ਹੋਏ ਨੇ, ਹਰ ਜਗ੍ਹਾ ਵੈਲ ਬਣੇ ਹੋਏ ਨੇ ਕਿ ਪਾਣੀ ਸਾਰਾ ਰੀਚਾਰਜ ਹੋਵੇ, ਰੇਨ ਵਾਟਰ ਦਾ। ਦੂਸਰਾ ਜਿਹੜੇ ਛੱਪੜ ਨੇ, ਇਹਨਾਂ ਲਈ ਇੱਕ ਪਹਿਲਾ ਪ੍ਰੋਜੈਕਟ, ਜਦੋਂ ਮੈਂ ਚੇਅਰਮੈਨ ਸੀ ਜ਼ਿਲ੍ਹਾ ਪਰਿਸ਼ਦ ਦਾ, ਉਹ ਇੱਕ ਪ੍ਰੋਜੈਕਟ ਬਣਾਇਆ ਸੀ ਅਸੀਂ, ਉਹਦੇ ਪੋਰਸ਼ਨ ਕੀਤੇ ਸੀ ਵੀ ਜਿਹੜਾ ਗੰਦਗੀ ਪਹਿਲੇ ਪੋਰਸ਼ਨ 'ਚ ਠਹਿਰ ਜਾਵੇ। ਉਹ ਪ੍ਰੋਜੈਕਟ ਪੂਰੇ ਇੰਡੀਆ 'ਚ ਲਾਗੂ ਹੋਇਆ ਸੀ ਉਦੋਂ, ਉਹ 'ਚ ਅਵਾਰਡ ਵੀ ਮਿਲਿਆ ਸੀ ਸਾਨੂੰ। ਤੇ ਤੀਸਰਾ ਜਿਹੜਾ ਇਮੀਡੀਏਟਲੀ ਹੱਲ ਹੈ, ਜਿਹੜਾ ਮੇਨ ਪ੍ਰੋਬਲਮ ਆ ਝੋਨਾ, ਇੱਕ ਕੱਦੂ ਕਰਦੇ ਆ ਜਦੋਂ ਅਸੀਂ, ਇੱਕ ਲੇਅਰ ਬਣਾ ਦਿੰਦੇ ਆ ਵੀ ਜਿਹੜੀ ਰੀਚਾਰਜਿੰਗ ਨਾ ਹੋਵੇ, ਪਾਣੀ ਥੱਲੇ ਜਾਣੋਂ ਬੰਦ ਹੁੰਦਾ, ਵੈਪੋਰੇਸ਼ਨ ਹੋਣ ਲੱਗ ਜਾਂਦੀ ਆ। ਉਹਦੇ ਲਈ ਸਿੱਧੀ ਬਿਜਾਈ ਆ ਜਿਹੜੀ ਪਿਛਲੇ ਸਾਲ ਤੋਂ, ਮੈਂ ਪਿਛਲੇ 1-2 ਸਾਲਾਂ ਤੋਂ ਸਿੱਧੀ ਬਿਜਾਈ ਕਰ ਰਹੇ ਹਾਂ ਆਪ ਕਿਸਾਨ ਹੋਣ ਦੇ ਨਾਤੇ, ਤੇ ਬੜੇ ਵਧੀਆ ਰਿਜ਼ਲਟ ਨੇ। ਇੱਕ ਤਾਂ ਖਰਚਾ ਘਟ ਜਾਂਦਾ ਵਾ ਉਹਦੇ ਲਈ। ਹੁਣੇ ਤੋਂ ਚਾਹੇ ਹਰ ਕਿਸਾਨ ਆ ਉਹਦਾ 20% 25%, ਕਿਉਂਕਿ ਤਜਰਬੇ ਨੂੰ ਟਾਈਮ ਲੱਗਦਾ, ਅਗਲੇ ਸਾਲ 50% ਹੋ ਜਾਵੇ, ਫਿਰ 75% ਹੋ ਜਾਵੇ, ਤਾਂ ਇਹਦੇ ਨਾਲ ਜਿਹੜਾ ਪਾਣੀ ਇਵੈਪੋਰੇਟ ਹੋ ਰਿਹਾ ਉਹ ਰੀਚਾਰਜ ਹੋ ਜਾਊਗਾ। ਕਿਉਂਕਿ ਜਦੋਂ ਗਰਮੀ ਹੁੰਦੀ ਆ, ਥੱਲੇ ਹੀ ਲੇਅਰ ਬਣਾ ਦਿੰਦੇ ਸਾਰੇ ਪੰਜਾਬ 'ਚ ਇੱਕ ਕੱਦੂ ਕਰਕੇ, ਪਾਣੀ ਥੱਲੇ ਜਾਂਦਾ ਨਹੀਂ, ਇਵੈਪੋਰੇਟ ਹੋ ਰਿਹਾ ਵਾ। ਸੋ ਇਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਹੈਗਾ ਤੇ ਪਾਣੀ ਅਸੀਂ ਬਚਾ ਸਕਦੇ ਹਾਂ। ਬਾਕੀ ਹੋਰ ਬੜੇ ਜਿਹੜੇ ਸੂਝਵਾਨ ਮੈਂਬਰ ਨੇ ਆਪਦੇ ਸੁਝਾਅ ਦੇਣਗੇ, ਤੇ ਸਾਰਿਆਂ ਦੇ ਸੁਝਾਅ ਲੈ ਕੇ ਜਲਦੀ ਤੋਂ ਜਲਦੀ ਇਹਦਾ ਠੋਸ ਹੱਲ ਕਰਨੇ ਚਾਹੀਦੇ, ਤਾਂ ਜੋ ਅਸੀਂ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ, ਪੰਜਾਬ ਦੇ ਪਾਣੀ ਨੂੰ ਅਸੀਂ ਬਚਾ ਸਕੀਏ। ਇਸ ਤੋਂ ਬਾਅਦ ਰਾਜਕੁਮਾਰ ਚੱਬੇਵਾਲ ਮੀਡੀਆ ਦੇ ਸਾਹਮਣੇ ਆਏ ਤੇ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਸਫਾਈ ਦਿੱਤੀ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਵਿਰੋਧੀ ਧਿਰਾਂ ਨੇ ਉਹ ਇਸ ਨੂੰ ਲੈ ਕੇ ਗੁੰਮਰਾਹ ਕਰ ਰਹੀਆਂ ਨੇ। ਜਿਹੜੇ ਵੀ ਬਿਊਰੋਕਰੇਟ, ਜਿਹੜੇ ਵੀ ਅਫਸਰਸ਼ਾਹ ਤੋਂ ਇਹ ਗਲਤੀ ਹੋਈ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਦੇਖੋ, ਸਭ ਤੋਂ ਪਹਿਲਾਂ ਤੇ ਜੋ ਅਕਾਲੀ ਵਿਧਾਇਕਾਂ ਵੱਲੋਂ ਮੇਰੇ ਤੇ ਦੋਸ਼ ਲਾਏ ਗਏ ਆ, ਉਹ ਬਿਲਕੁਲ ਬੇਬੁਨਿਆਦ ਨੇ। ਔਰ ਦੂਸਰੀ ਮੈਨੂੰ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ 85ਵੀਂ ਸੋਧ ਬਾਰੇ ਇੰਨੀ ਚਰਚਾ ਕਦੀ ਸਦਨ ਦੇ ਅੰਦਰ ਜਾਂ ਬਾਹਰ ਹੋਈ ਨਹੀਂ। ਔਰ ਮੇਰੇ ਕੱਲ ਗਵਰਨਰ ਐਡਰੈਸ ਤੋਂ ਬਾਅਦ ਇਹ ਜੋ 85ਵੀਂ ਸੋਧ ਤੇ ਜੋ ਚਰਚਾ ਹੋਈ ਹੈ, ਮੈਂ ਸਮਝਦਾ ਕਿ ਇਸ ਨਾਲ ਸਾਡੇ ਦਲਿਤ ਸਮਾਜ ਦੇ ਕਰਮਚਾਰੀਆਂ ਦਾ ਇੱਕ ਬਹੁਤ ਫਾਇਦਾ ਹੋਇਆ ਵੀ ਹੈ ਤੇ ਹੋਣ ਵੀ ਜਾ ਰਿਹਾ। ਔਰ ਮੈਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਜਿਸ 85ਵੀਂ ਸੋਧ ਦੀ ਮੇਰੇ ਸਾਥੀ ਗੱਲ ਕਰ ਰਹੇ ਨੇ, ਮੇਰੇ ਵਿਰੋਧੀ, ਉਹ ਸਭ ਤੋਂ ਪਹਿਲਾਂ ਸਾਡੀ ਪਿਛਲੀ ਸਰਕਾਰ ਦੇ ਵਿੱਚ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਨੇ ਹੀ 8 ਨਵੰਬਰ 2005 ਨੂੰ ਜਿਹੜਾ ਉਹ ਅਸੀਂ 85ਵੀਂ ਸੋਧ ਅਸੀਂ ਪਿਛਲੀ ਸਰਕਾਰ ਦੇ ਵਿੱਚ ਪਾਸ ਕੀਤੀ। ਔਰ ਉਸ ਤੋਂ ਬਾਅਦ ਐਮ ਨਾਗਰਾਜ ਦੀ ਜਜਮੈਂਟ ਆਈ, ਔਰ ਉਸ ਜਜਮੈਂਟ ਦੇ ਵਿੱਚ ਕੁਆਂਟੀਫਾਈਬਲ ਡਾਟਾ ਦੀ ਮੰਗ ਕੀਤੀ ਗਈ। ਔਰ ਮੈਨੂੰ ਇਹ ਦੱਸਦੇ ਦੁੱਖ ਹੋ ਰਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਕੁਆਂਟੀਫਾਈਬਲ ਡਾਟਾ ਜਿਹੜਾ ਉਹ ਅੱਛੇ ਰੂਪ ਦੇ ਵਿੱਚ ਨਹੀਂ ਪੇਸ਼ ਕੀਤਾ ਗਿਆ। ਔਰ 2018 ਦੇ ਵਿੱਚ, 2017 ਦੇ ਵਿੱਚ ਜਦੋਂ ਸਾਡੀ ਸਰਕਾਰ ਆਈ, 18 ਦੇ ਵਿੱਚ ਇੱਕ ਅੱਛਾ ਕੁਆਂਟੀਫਾਈਬਲ ਡਾਟਾ ਜਿਹੜਾ ਕੰਪਲੀਟ ਪਰਫੈਕਟ ਕੁਆਂਟੀਫਾਈਬਲ ਡਾਟਾ ਪੇਸ਼ ਕੀਤਾ ਜਾ ਚੁੱਕਾ ਹੈ ਤੇ ਅਪਰੂਵ ਹੋ ਚੁੱਕਾ ਹੈ। ਔਰ ਉਸ ਤੋਂ ਬਾਅਦ ਉਸੇ ਪਵਿੱਤਰ ਸਦਨ ਦੇ ਵਿੱਚ ਜਿਹੜਾ ਸ਼ਡਿਊਲ ਕਾਸਟ ਦਾ ਪੰਜਾਬ ਸ਼ਡਿਊਲ ਕਾਸਟ ਐਂਡ ਬੈਕਵਰਡ ਕਲਾਸਿਸ ਰਿਜ਼ਰਵੇਸ਼ਨ ਸਰਵਿਸਿਜ਼ ਅਮੈਂਡਮੈਂਟ ਐਕਟ 2018 ਉਸੇ ਸਦਨ ਦੇ ਵਿੱਚ ਸਾਡੀ ਸਰਕਾਰ ਦੇ ਸਮੇਂ ਉਹ ਫਿਰ ਦੁਬਾਰਾ ਪਾਸ ਹੋਇਆ। ਔਰ ਜਦੋਂ ਪਾਸ ਹੋਇਆ ਉਸ ਸਦਨ ਦੇ ਵਿੱਚ ਇਹਨਾਂ ਸਾਥੀਆਂ ਦਾ ਵੀ ਸਾਥ ਸੀ। ਜਿਹੜਾ ਕਾਨੂੰਨ ਇੱਕ ਵਾਰ ਪਵਿੱਤਰ ਉਸ ਸਦਨ ਦੇ ਵਿੱਚ ਜਦੋਂ ਪਾਸ ਹੋ ਜਾਂਦਾ ਹੈ, ਤੇ ਤੁਸੀਂ ਮੈਨੂੰ ਆਪ ਦੱਸੋ ਕਿ ਕੀ ਉਹ ਝੂਠ ਹੋ ਸਕਦਾ, ਕੀ ਉਹ ਮੈਂ ਉਸ ਤੇ ਝੂਠ ਬੋਲ ਸਕਦਾ ਹਾਂ? ਸੋ ਮੈਂ ਬਿਲਕੁਲ ਵੀ ਇਸ ਤੇ ਝੂਠ ਨਹੀਂ ਬੋਲਿਆ, ਮੈਂ ਬਿਲਕੁਲ ਕਾਨੂੰਨ ਦੇ ਤਹਿਤ ਬੋਲਿਆ। ਬਾਕੀ ਇਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਜੇਕਰ ਸਾਡਾ
ਕੈਪਟਨ ਅਮਰਿੰਦਰ ਸਿੰਘ ਦੁਆਰਾ, ਸਾਡੇ ਸਦਨ ਦੁਆਰਾ, ਸਾਡੇ ਮਾਨਯੋਗ ਗਵਰਨਰ ਸਾਹਿਬ ਦੁਆਰਾ ਪਾਸ ਹੋਇਆ ਕਾਨੂੰਨ, ਜੇਕਰ ਉਸ ਕਾਨੂੰਨ ਦੀ ਕੋਈ ਤੋਹੀਨ ਕੋਈ ਵਿਭਾਗ ਕਰਦਾ ਹੈ, ਚਾਹੇ ਉਹ ਕੋਈ ਪਰਸਨਲ ਵਿਭਾਗ ਹੋਵੇ ਜਾਂ ਕੋਈ ਵੀ ਹੋਵੇ, ਇੱਕ ਛੋਟੀ ਜਿਹੀ ਚਿੱਠੀ ਕੱਢ ਕੇ ਜੇਕਰ ਉਸ ਸਦਨ ਦੀ ਤੋਹੀਨ ਕਰਦਾ ਹੈ, ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਾਂਗਾ ਕਿ ਉਸ ਵਿਭਾਗ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਬਾਕੀ ਵਿਭਾਗ ਦੁਆਰਾ ਚਿੱਠੀ ਕੱਢਣ ਦੇ ਨਾਲ ਹੀ 85ਵੀਂ ਸੋਧ ਕੋ ਰੱਦ ਨਹੀਂ ਹੋ ਜਾਂਦੀ, ਕਿਉਂਕਿ ਅਸੀਂ ਲਾਗੂ ਕੀਤੀ ਹੋਈ ਹੈ ਤੇ ਇਹ ਪਹਿਲਾਂ ਵੀ ਕਾਂਗਰਸ ਨੇ ਲਾਗੂ ਕੀਤੀ ਸੀ, ਲਾਗੂ ਹੈ ਤੇ 85ਵੀਂ ਸੋਧ ਹਮੇਸ਼ਾ ਲਾਗੂ ਰਹੇਗੀ। ਔਰ ਮਾਨਯੋਗ ਕੈਪਟਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਇਸ ਨੂੰ ਹੋਰ ਸਖਤੀ ਦੇ ਨਾਲ ਲਾਗੂ ਕੀਤਾ ਜਾਵੇ। ਅਕਾਲੀ ਦਲ ਨੂੰ ਫਿਰ ਕਿਉਂ ਲੱਗਦਾ ਜੀ? ਉਹ ਕਹਿੰਦੇ ਤੁਸੀਂ ਸਦਨ 'ਚ ਝੂਠ ਬੋਲਿਆ। ਅਕਾਲੀ ਦਲ ਦੇਖੋ, ਮੈਂ ਤੁਹਾਨੂੰ ਆਪ ਜੀ ਨੂੰ ਮੈਂ ਪਹਿਲਾਂ ਵੀ ਕਿਹਾ ਕਿ ਜਿਹੜਾ ਕਾਨੂੰਨ ਸਦਨ ਦੇ ਵਿੱਚ 2018 ਦੇ ਵਿੱਚ ਅਸੀਂ ਪਾਸ ਕਰ ਚੁੱਕੇ ਹਾਂ, 85ਵੀਂ ਸੋਧ ਲਾਗੂ ਕਰ ਚੁੱਕੇ ਹਾਂ, ਤੇ ਫਿਰ ਉਹ ਝੂਠ ਬੋਲਣ ਦਾ ਤਾਂ ਮਤਲਬ ਹੀ ਨਹੀਂ। ਮੈਂ ਬਿਲਕੁਲ ਆਪਣੇ ਸਦਨ ਦੇ ਵਿੱਚ ਸਹੀ ਜਾਣਕਾਰੀ ਦਿੱਤੀ ਔਰ ਮੈਂ ਉਸ ਜਾਣਕਾਰੀ ਦੇ ਨਾਲ ਬਿਲਕੁਲ ਖੜਾ ਹਾਂ। ਔਰ ਮੈਂ ਜੋ ਵਿਭਾਗ ਨੇ ਕੋਈ ਗਲਤੀ ਕੀਤੀ ਹੈ ਤੇ ਕਿਉਂਕਿ ਜਿਹੜਾ ਐਸਸੀ ਕਮਿਸ਼ਨ ਹੈ ਉਸ ਦੇ ਵੱਲੋਂ ਵੀ ਇਸ ਦੇ ਹੱਕ 'ਚ ਪਹਿਲਾਂ ਕਾਰਵਾਈ ਕੀਤੀ ਜਾ ਚੁੱਕੀ ਹੈ, 85ਵੀਂ ਸੋਧ ਉਸ ਵੱਲੋਂ ਵੀ ਲਾਗੂ ਕੀਤੀ ਜਾ ਚੁੱਕੀ ਹੈ। ਜੇਕਰ ਅਧਿਕਾਰੀ ਸਾਡੀ ਕਿਸੇ ਵੀ ਨੌਲੇਜ ਤੋਂ ਬਗੈਰ, ਜੇਕਰ ਚਿੱਠੀ ਜਿਸ ਦੀ ਕੋਈ ਮੈਨੂੰ ਬਹੁਤੀ ਕੋਈ ਜਾਣਕਾਰੀ ਨਹੀਂ ਸੀ, ਜੇਕਰ ਕੋਈ ਅਧਿਕਾਰੀ ਲਾਗੂ ਕਰਦਾ, ਅਧਿਕਾਰੀ ਲਾਗੂ ਨਹੀਂ ਕਰ ਸਕਦਾ। ਅਧਿਕਾਰੀ ਦੇ ਜਾਣਕਾਰੀ ਲਾਗੂ ਕਰਨ ਦੇ ਨਾਲ, ਚਿੱਠੀ ਕੱਢਣ ਦੇ ਨਾਲ 85ਵੀਂ ਸੋਧ ਕਦੇ ਵੀ ਕਾਨੂੰਨੀ ਤੌਰ ਤੇ ਕੋਈ ਵੀ ਕਾਨੂੰਨ ਰੱਦ ਨਹੀਂ ਹੋ ਸਕਦਾ। ਇਸ ਤਰ੍ਹਾਂ ਐਡਾ ਵੱਡਾ ਕਦਮ ਚੁੱਕੇ ਟੱਬੇਵਾਲ ਸਾਹਿਬ, ਕਾਰਵਾਈ ਸਖਤ ਕਿਸ ਤਰ੍ਹਾਂ ਦੀ ਹੋਏਗੀ? ਦੇਖੋ, ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਜੇਕਰ ਅਜਿਹਾ ਹੋਇਆ। ਬਾਕੀ ਬਿਲਕੁਲ ਵੀ 85ਵੀਂ ਜਿਹੜੀ ਸੋਧ ਹੈ, ਅਸੀਂ ਫਿਰ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਸ ਨੂੰ ਜਿਸ ਅਸੀਂ ਸਪਿਰਿਟ ਦੇ ਨਾਲ ਪਾਸ ਕੀਤਾ ਹੈ, ਉਸੇ ਸਪਿਰਿਟ ਦੇ ਨਾਲ ਇਹਨੂੰ ਜਿਹੜਾ ਸਾਡੇ ਜਿਹੜੇ ਦਲਿਤ ਸਮਾਜ ਦੇ EMPLOYEES ਨੇ ਉਹਨਾਂ 'ਚ ਅੱਛਾ ਮੈਸੇਜ ਜਾਣਾ ਚਾਹੀਦਾ। ਦਲਿਤ ਸਮਾਜ ਦੇ ਪ੍ਰਮੋਸ਼ਨਾਂ ਰੁਕੀਆਂ ਹੋਈਆਂ ਨੇ ਮੁਲਾਜ਼ਮਾਂ ਦੀਆਂ, ਉਹਨਾਂ ਦੀ ਛੇਤੀ ਪ੍ਰਮੋਸ਼ਨਾਂ ਹੋਣਗੀਆਂ। ਦੇਖੋ, ਪ੍ਰਮੋਸ਼ਨ ਰੁਕੀਆਂ ਨਹੀਂ, ਪ੍ਰਮੋਸ਼ਨ ਚੱਲ ਰਹੀਆਂ ਹੈ। ਜਿੱਥੇ ਕਿਤੇ ਕਿਸੇ ਡਿਪਾਰਟਮੈਂਟ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਇਸ ਵਿਭਾਗ ਦੁਆਰਾ ਚਿੱਠੀ ਜਾਰੀ ਕਰਨ ਦੇ ਨਾਲ ਕੋਈ ਮਿਸਅੰਡਰਸਟੈਂਡਿੰਗ ਹੋਈ ਹੈ, ਉਸ ਨੂੰ ਜਲਦੀ ਦੂਰ ਕੀਤਾ ਜਾਏਗਾ। ਚੱਬੇਵਾਲ ਸਾਹਿਬ, ਇੱਕ ਨਾ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅੱਜ ਪ੍ਰੋਟੈਸਟ ਕੀਤਾ ਤੇ ਕਿਹਾ ਕਿ 400-500 ਕਰੋੜ ਰੁਪਇਆ ਜਿਹੜਾ ਹੈਗਾ ਉਹ ਕਰਜ਼ ਹੈ ਯੂਨੀਵਰਸਿਟੀ ਦੇ ਉੱਤੇ, ਜੀ ਸਰਕਾਰ ਨੂੰ ਬਜਟ ਦੇ ਵਿੱਚ ਧਿਆਨ ਦੇਣਾ ਚਾਹੀਦਾ। ਜੀ ਬਿਲਕੁਲ। ਦੇਖੋ, ਪੰਜਾਬ ਯੂਨੀਵਰਸਿਟੀ ਦਾ ਜਦੋਂ ਪਿਛਲੀ ਵਾਰ ਬਜਟ ਆਇਆ ਸੀ, ਜਦੋਂ ਸਾਡਾ ਬਜਟ ਪਿਛਲੀ ਵਾਰ ਆਇਆ ਸੀ, ਉਦੋਂ ਵੀ ਪੰਜਾਬ ਯੂਨੀਵਰਸਿਟੀ ਨੂੰ ਅਸੀਂ ਜਿਹੜਾ ਪੈਸਾ ਹੈ ਬਜਟ ਰਾਖਵਾਂ ਰੱਖਿਆ ਸੀ। ਔਰ ਇਸ ਵਾਰ ਵੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸਾਡੀਆਂ ਜਿਹੜੇ ਵਿਦਿਅਕ ਅਦਾਰੇ ਆ, ਖਾਸ ਤੌਰ ਤੇ ਉੱਚ ਸਿੱਖਿਆ ਦੇ ਲਈ ਵਿਦਿਅਕ ਅਦਾਰੇ ਜਿਹੜੇ ਆ ਉਹ ਚੱਲਦੇ ਰਹਿਣੇ ਚਾਹੀਦੇ ਆ। ਪੰਜਾਬ ਯੂਨੀਵਰਸਿਟੀ ਸਾਡੇ ਪੰਜਾਬ ਦੀ ਲਾਈਫਲਾਈਨ ਆ। ਸਾਡੇ ਬਹੁਤ ਵੱਡੇ ਵੱਡੇ ਆਫੀਸਰ, ਬਹੁਤ ਵੱਡੇ ਲੀਡਰ ਜਿਹੜੇ ਇੱਥੋਂ ਪੜ੍ਹ ਕੇ ਵੀ ਗਏ ਨੇ ਔਰ ਬੜੀ ਤਰੱਕੀਆਂ ਦੇ ਵਿੱਚ ਨੇ। ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਤੇ MLA ਰਾਜਕੁਮਾਰ ਵੇਰਕਾ ਨੇ ਬਿਜਲੀ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਉੱਤੇ ਤਿੱਖੇ ਨਿਸ਼ਾਨੇ ਵੀ ਨੇ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਉਹਨਾਂ ਨੇ ਲੰਮੇ ਹੱਥੀ ਲਿਆ। ਆਮ ਆਦਮੀ ਪਾਰਟੀ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਗੁੰਮਰਾਹ ਕਰ ਰਹੀ ਹੈ ਕਿ ਦਿੱਲੀ ਦੇ ਵਿੱਚ ਬਿਜਲੀ ਸਸਤੀ ਮਿਲ ਰਹੀ ਹੈ। ਰਾਜਕੁਮਾਰ ਵੇਰਕਾ ਨੇ ਕੀ ਕਿਹਾ, ਸੁਣਦੇ ਹਾਂ। ਗੱਡੇ ਤੇ ਚੜ ਕੇ ਅਕਾਲੀ ਦਲ ਦੇ ਵਿਧਾਇਕ ਪਹੁੰਚੇ। ਵੇਰਕਾ ਸਾਹਿਬ ਅੱਜ ਗੱਡੇ ਤੇ ਆਏ ਨੇ ਅਕਾਲੀ ਦਲ ਦੇ ਸਾਰੇ ਵਿਧਾਇਕ, ਕਹਿੰਦੇ ਨੇ ਕਿ ਪੰਜਾਬ ਸਰਕਾਰ ਜਿਹੜਾ ਸਭ ਤੋਂ ਜ਼ਿਆਦਾ ਪੈਟਰੋਲ ਤੇ ਡੀਜ਼ਲ ਦੇ ਉੱਤੇ ਜਿਹੜਾ ਵੈਟ ਵਸੂਲ। ਪਹਿਲੀ ਗੱਲ ਇਹ ਹੈ ਕਿ ਇਹ ਜਿਹੜੇ ਆਪ ਗੱਡੇ ਤੇ ਚੜ ਕੇ ਆਏ ਨਾ, ਪਹਿਲੇ ਕਹਿੰਦੇ ਕਿ ਹਾਂ ਅਸੀਂ ਸਾਰੀ ਉਮਰ ਗੱਡੀਆਂ ਤੇ ਚੜੇ ਰਹੇ ਆ, ਹੁਣ ਫੇਰ ਅਸੀਂ ਗੱਡੇ ਤੇ ਆ ਗਏ। ਭਾਈ, ਜਿਹੜੀ ਪਰਦੇ ਦੇ ਪਿੱਛੇ ਆ ਜਿਹੜੀਆਂ ਜ਼ਮੀਨਾਂ ਇਕੱਠੀਆਂ ਕੀਤੀਆਂ ਜੇ, ਜਿਹੜੇ 5 ਸਟਾਰ ਹੋਟਲ ਇਕੱਠੇ ਕੀਤੇ ਜੇ, ਜਿਹੜੇ ਤੁਸੀਂ ਇਹ ਲਗਜ਼ਰੀ ਕਾਰਾਂ ਇਕੱਠੀਆਂ ਕੀਤੀਆਂ ਜੇ, ਉਹ ਕਿੱਥੇ ਹੈ? ਬਈ, ਜਿੰਨਾ 10 ਸਾਲ ਲੁੱਟਿਆ ਪੰਜਾਬ ਨੂੰ, ਉਹ ਗੱਡੀਆਂ ਦੇ ਚੜ ਕੇ ਵਜਾਉਂਦੇ ਨਗਾਰੇ ਨੇ। ਇਹਨਾਂ ਕਾਲੀਆਂ ਦੇ ਥੱਲੇ ਤੇ ਗਧੇ ਚਾਹੀਦੇ ਆ ਔਰ ਇਹਨਾਂ ਦੇ ਥੱਲੇ ਕਾਰਾਂ ਨੇ। ਔਰ ਇਹ ਲੁੱਟਣ ਵਾਲੇ ਪੰਜਾਬ ਨੂੰ ਇਹ ਅੱਜ ਨਾਟਕ ਤੇ ਡਰਾਮਾ ਕਰ ਰਹੇ ਆ। ਅੱਜ ਗੱਡੀਆਂ ਤੇ ਆਏ ਆ, ਕੱਲ ਨੂੰ ਕੀ ਪਤਾ ਇਹ ਖੋਤਿਆਂ ਤੇ ਚੜ ਕੇ ਆ ਜਾਣ। ਭਾਈ, ਇਹਨਾਂ ਦਾ ਕੋਈ ਤਬਾਰ ਨਹੀਂ ਆ। ਲੇਕਿਨ ਇਹਨਾਂ ਨੂੰ ਪੁੱਛੋ ਕਿ ਇਹਨਾਂ ਦਾ ਜਿਹੜੇ ਗੱਡੀਆਂ ਦੇ ਚੜੇ ਸੀ ਨਾ, ਚਾਹੇ ਉਹ ਬੜਕੰਦੀ ਜਿਹਾ, ਇੱਕ ਉਹ ਸ਼ਰਮਾ, ਇੱਕ ਬਿਕਰਮ ਮਜੀਠੀਆ, ਇਹਨਾਂ ਨੂੰ ਪੁੱਛੋ ਤਾਂ ਸਹੀ ਬਈ ਇਹਨਾਂ ਦੇ ਕੋਲ ਆ ਇਲੈਕਸ਼ਨਾਂ ਤੋਂ ਪਹਿਲੇ ਕੀ ਹਾਲਾਤ ਸੀਗੇ ਔਰ ਹੁਣ ਕਿੰਨੀਆਂ ਕਿੰਨੀਆਂ ਜ਼ਮੀਨਾਂ, ਕਿੰਨੇ ਕਿੰਨੇ ਹੋਟਲ, ਕਿੰਨੀ ਕਿੰਨੀ ਇੰਡਸਟਰੀਆਂ ਦੇ ਮਾਲਕ ਆ। ਔਰ ਮੈਂ ਤੁਹਾਨੂੰ ਇਹ ਗੱਲ ਕਹਾਂ, ਇਹ ਆਮ ਲੋਕਾਂ ਦਾ ਖੂਨ ਪੀਣ ਵਾਲੇ ਲੋਕ, ਆਮ ਲੋਕਾਂ ਨੂੰ ਲੁੱਟਣ ਵਾਲੇ ਲੋਕ ਇਹ ਨਾਟਕ ਕਰ ਰਹੇ ਆ, ਇਹ ਡਰਾਮਾ ਕਰ ਰਹੇ ਆ। ਵੇਰਕਾ ਸਾਹਿਬ, ਮਜੀਠੀਆ ਸਾਹਿਬ ਇਹ ਕਹਿੰਦੇ ਨੇ ਲੋੜ ਪਈ ਤਾਂ ਗੱਡੀਆਂ ਦੇ ਉੱਤੇ ਦਿੱਲੀ ਵੱਲ ਵੀ ਕੂਚ ਕਰਾਂਗੇ ਤੇ ਉੱਥੇ ਕੇਂਦਰ ਸਰਕਾਰ ਦੀਆਂ ਚੀਕਾਂ ਕਢਵਾ ਦੇਵਾਂਗੇ। ਬਈ, ਪਹਿਲੇ ਦੇ ਆਪਣੀਆਂ ਚੀਕਾਂ ਨਿਕਲੀਆਂ ਫਿਰਦੀਆਂ ਇਹਦੀਆਂ, ਉਹ ਡਰੀ ਫਿਰਦਾ, ਕਦੀ ਉਹ ਕੇਸਾਂ ਤੋਂ ਆਪਣੇ ਡਰੀ ਫਿਰਦਾ, ਕਦੀ ਉਹ ਡਰੀ ਫਿਰਦਾ ਆਪਣੇ ਜੀਜੇ ਦੇ ਕੇਸਾਂ ਤੋਂ। ਬਈ, ਆਪਣੀਆਂ ਜਿਹੜੀਆਂ ਚੀਕਾਂ ਨਿਕਲ ਰਹੀਆਂ ਉਹਨੂੰ ਚੀਕਾਂ ਸੰਭਾਲੇ। ਲੇਕਿਨ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਜਿੱਥੋਂ ਤੱਕ ਸਵਾਲ ਇਸ ਗੱਲ ਦਾ ਹੈ ਕਿ ਉਹ ਕਹਿ ਰਹੇ ਆ ਕਿ ਪੈਟਰੋਲ ਡੀਜ਼ਲ ਦੀਆਂ ਰੇਟ ਜਿਹੜੇ ਆ ਘਟਣੇ ਚਾਹੀਦੇ।
ਮੈਂ ਤੁਹਾਨੂੰ ਇੱਕ ਗੱਲ ਕਹੀ ਹੈ ਕਿ ਜਿਹੜਾ ਸਾਡਾ ਬਜਟ ਲੈ ਕੇ ਆ ਰਿਹਾ ਸਾਡੇ ਖਜ਼ਾਨਾ ਮੰਤਰੀ, ਸਾਡੇ ਡੀਜ਼ਲ ਔਰ ਰੇਟ ਦੇ ਜਿਹੜੇ ਹੈਗੇ ਆ ਹਰਿਆਣਾ, ਹਿਮਾਚਲ ਤੇ ਦਿੱਲੀ ਦੇ 1 ਰੁਪਏ ਦਾ ਫਰਕ ਹੈ, ਸਿਰਫ 1 ਰੁਪਏ ਦਾ ਫਰਕ। ਉਹਨਾਂ ਨੂੰ ਇਹ ਪਤਾ ਕਿ ਇਹ ਫਰਕ ਹੋਰ ਵੀ ਨਿਕਲ ਕੇ ਇਹ ਉਹਨਾਂ ਸੂਬਿਆਂ ਤੋਂ ਵੀ ਥੱਲੇ ਰੇਟ ਚੱਲ ਜਾਣੇ ਆ। ਉਹ ਇਸ ਲਈ ਨਾਟਕ ਕਰ ਰਿਹਾ ਔਰ ਅਸੀਂ ਇੰਨੇ ਤੰਗ ਹਾਲਾਤ ਦੇ ਵਿੱਚ ਵੀ ਨਾ ਡਿਵੈਲਪਮੈਂਟ ਰੋਕੀ, ਨਾ ਪੈਨਸ਼ਨਾਂ ਰੋਕੀਆਂ, ਨਾ ਤਨਖਾਹਾਂ ਰੋਕੀਆਂ। ਅਸੀਂ ਆਪਣੇ ਲੋਕਾਂ ਦੇ ਵਾਸਤੇ ਜਿੰਨਾ ਕਰ ਸਕਦੇ ਆ ਆਪਣੀ ਹੈਸੀਅਤ ਤੋਂ ਵੱਧ ਕਰਾਂਗੇ ਔਰ ਇਹ ਆਉਣ ਵਾਲਾ ਜਿਹੜਾ ਬਜਟ ਹੈ ਤੁਸੀਂ ਦੇਖੋਗੇ ਕਿ ਇਹਨਾਂ ਦਾ ਸਿਰ ਸ਼ਰਮ ਨਾ ਝੁਕੇਗਾ ਕਿ ਅਸੀਂ ਕਿਹੋ ਜੀ ਗੱਲਾਂ ਕਰਦੇ ਰਹੇ ਆ ਔਰ ਪੰਜਾਬ ਸਰਕਾਰ ਨੇ ਲੋਕਾਂ ਦਾ ਕਿੰਨਾ ਬਿਲਕੁਲ ਰੇਟ ਕੱਟਣਗੇ, ਬਿਲਕੁਲ ਰੇਟ ਕੱਟਣਗੇ। ਕਿਸਾਨਾਂ ਲਈ ਬਿਜਲੀ ਦੇ ਵੀ ਖਾਸ ਹੋਏਗਾ, ਬਿਜਲੀ ਦੇ ਵੀ ਘਟਣ। ਮੈਂ ਤੁਹਾਨੂੰ ਇਹ ਕਿਹਾ ਕਿ ਸਭ ਵਾਸਤੇ ਫਾਇਦਾ ਆਏਗਾ, ਸਭ ਵਾਸਤੇ ਰੇਟ ਕੱਟਣਗੇ। ਫਿਲਹਾਲ ਕਿਸਾਨਾਂ ਨੂੰ ਫੋਕਸ ਕੀਤਾ ਜਾਵੇਗਾ 5 ਰੁਪਏ ਦੇਾਂਗੇ, ਪਰ ਉਹ ਇਸ ਟਾਈਮ 7 ਰੁਪਏ ਕੁਝ ਪੈ। ਭਾਈ ਦੇਖੋ ਬਿਜਲੀ ਦਾ ਰੇਟ ਇੰਡਸਟਰੀ ਦਾ 4 ਰੁਪਏ ਤੇ 99 ਪੈਸੇ ਹੈ, ਨੋਟ ਕਰ ਲਓ ਭਾਈ। ਉਹਦੇ ਉੱਪਰ ਜਿਹੜੇ ਟੈਕਸਸ ਹੈ ਚਾਹੇ ਉਹ ਦੂਸਰੇ ਹੈ ਉਹ ਪੈਂਦਾ 7 ਰੁਪਏ 19 ਪੈਸੇ। ਦਿੱਲੀ ਦੇ ਅੰਦਰ ਜਿਹੜਾ ਇੰਡਸਟਰੀ ਤੇ ਕਮਰਸ਼ੀਅਲ ਦਾ ਰੇਟ ਹੈ ਉਹ ਹੈਗਾ ਹੈ 11 ਰੁਪਏ 60 ਪੈਸੇ। ਇਹ ਕਿਹੜੀ ਚੀਜ਼ ਨਾਲ ਮੈਚ ਕਰਦੇ ਆ? ਉਹ ਕਹਿੰਦੇ ਦਿੱਲੀ ਦਾ ਮਾਡਲ ਲਾਗੂ ਕਰ ਦਿਓ। ਬਈ ਨਖਿੱਧ ਮਾਡਲ, ਫੇਲ ਮਾਡਲ ਅਸੀਂ ਦਿੱਲੀ ਦਾ ਲਾਗੂ ਕਰਕੇ ਲੋਕਾਂ ਦਾ ਗਲਾ ਘੁੱਟਣਾ ਅਸੀਂ ਨਹੀਂ ਲਾਗੂ ਕਰਾਂਗੇ। ਪੰਜਾਬ ਦਾ ਇਹ ਕਹਿੰਦਾ ਕਿ ਸਾਡੇ ਵੇਲੇ ਸਰਪਲਸ ਬਿਜਲੀ ਸੀ। ਬਈ ਹੁਣ ਕਿਹੜੀ ਉਹਨਾਂ ਦੇ ਘਰ ਦੇ ਵਿੱਚ ਹਨੇਰਾ ਹੋਇਆ ਹੀ? ਹੁਣ ਵੀ ਤਾਂ ਸਰਪਲਸ ਹੀ ਆ। 4 ਦੀ ਜਗ੍ਹਾ 10 ਪੱਖੇ ਲਾਈ ਫਿਰਦੇ ਆ, 20 ਏਸੀ ਚਲਾਈ ਫਿਰਦੇ ਆ, ਤੇ ਹੁਣ ਸਰਪਲਸ ਨਹੀਂ ਉਹਨਾਂ ਦੀ। ਪਹਿਲੇ ਤਾਂ ਉਹਨਾਂ ਦੇ ਔਕਾਤ ਹੀ ਨਹੀਂ ਸੀ ਹੈਗੀ, ਇੱਕ ਏਸੀ ਨਹੀਂ ਚੱਲਦਾ ਘਰਾਂ 'ਚ, 20 ਏਸੀ ਚਲਾਈ ਫਿਰਦੇ। ਵੇਰਕਾ ਸਾਹਿਬ, ਬਜਟ ਕਿਸ ਤਰੀਕੇ ਦਾ ਹੋਏਗਾ? ਕੁਝ ਲੋਕਾਂ ਨੂੰ ਰਾਹਤ ਦੇ, ਜਿਹੜਾ ਤੁਸੀਂ ਦੱਸ ਰਹੇ ਹੋ ਕਿ ਰਾਹਤ ਮਿਲੇਗੀ, ਤੇ ਕਿਸਾਨਾਂ ਦੀ ਖਾਸ ਕਰ ਅਗਰ ਗੱਲ ਕਰੀਏ ਕੋਈ ਰਾਹਤ ਮਿਲੇਗੀ? ਬਿਲਕੁਲ ਰਾਹਤ ਮਿਲੇਗੀ ਔਰ ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ ਔਰ ਵਪਾਰੀਆਂ ਵਾਸਤੇ, ਤੁਸੀਂ ਵਿਕਾਸ ਦੇ ਕੰਮਾਂ ਵਾਸਤੇ ਤੁਸੀਂ ਦੇਖੋਗੇ ਕਿ ਆਉਣ ਵਾਲਾ ਜਿਹੜਾ ਬਜਟ ਹੈ ਉਹ ਤੁਹਾਨੂੰ ਸਾਰਿਆਂ ਨੂੰ ਅੱਛਾ ਲੱਗੇਗਾ। ਔਰ ਮੈਂ ਇਹ ਚਾਹਾਂਗਾ ਕਿ ਪੰਜਾਬ ਦੇ ਲੋਕ ਜਿਹੜੇ ਹੈ ਉਹ ਇਸ ਗੱਲ ਦੀ ਤਾਰੀਫ ਕਰਨ ਕਿ ਇਹ ਜਾਨਦਾਰ ਬਜਟ ਹੈ, ਇਹ ਸ਼ਾਨਦਾਰ ਬਜਟ। ਇਹ ਵੀ ਕਿਹਾ ਜਾ ਰਿਹਾ ਕਿ ਪ੍ਰਸ਼ਾਂਤ ਕਿਸ਼ੋਰ ਵੱਲੋਂ ਇਹ ਬਜਟ ਦੀ ਜਿਹੜੀ ਹੈ ਕੁਝ ਰੂਪਰੇਖਾ ਤਿਆਰ ਕੀਤੀ ਗਈ ਹੈ ਕਿ ਜਿਹੜੇ ਪਹਿਲਾਂ 5 ਤਰੀਕ ਆਣਾ ਸੀ ਉਹਨੂੰ 8 ਤਰੀਕ ਇਸ ਲਈ ਕੀਤਾ ਗਿਆ ਕਿ ਹੋਰ ਉਹਨਾਂ ਵੱਲੋਂ ਕੁਝ ਇਸ ਤਰ੍ਹਾਂ ਦੀ ਰਣਨੀਤੀ ਤਿਆਰ ਕੀਤੀ ਗਈ ਲੋਕਾਂ ਲਈ ਹੋਰ ਸਹੂਲਤਾਂ ਦਿੱਤੀਆਂ ਜਾਏ। ਦੇਖੋ ਪ੍ਰਸ਼ਾਂਤ ਕਿਸ਼ੋਰ ਜੀ ਦੀ ਜਿਹੜੀ ਮਦਦ ਲੈਣ ਦੀ ਲੋੜ ਹੁੰਦੀ ਹੈ, ਜਿਹੜੀ ਉਹਨਾਂ ਦੀ ਰਾਏ ਆਏਗੀ। ਸਾਡੇ ਆਪਣੇ ਐਮਐਲਏ ਸਾਰੇ ਵਿਜ਼ਨਰੀ ਹੈ, ਸਾਡੇ ਮੰਤਰੀ ਵਿਜ਼ਨਰੀ ਹੈ, ਸਾਡੀ ਅਫਸਰ ਸਾਰੇ ਵਿਜ਼ਨਰੀ ਹੈ। ਅਸੀਂ ਸਾਰੇ ਹੀ ਬਿਊਰੋਕਰੇਟ ਔਰ ਸਾਡੀ ਜਿਹੜੇ ਚੁਣੇ ਹੋਏ ਨੁਮਾਇੰਦੇ ਹੈ, ਅਸੀਂ ਬੈਠ ਕੇ ਇਹਨਾਂ ਸਾਰੀਆਂ ਗੱਲਾਂ ਤੇ ਵਿਚਾਰ ਕਰਦੇ ਹਾਂ ਔਰ ਕਿਸੇ ਜਗ੍ਹਾ ਦੇ ਉੱਪਰ ਕੋਈ ਚੰਗੀ ਰਾਏ ਆਉਂਦੀ ਹੈ ਤੇ ਉਸ ਤੇ ਵੀ ਅਸੀਂ ਅਮਲ ਕਰਦੇ ਹਾਂ। ਔਰ ਮੈਂ ਮਹਿਸੂਸ ਕਰਦਾ ਕਿ ਪ੍ਰਸ਼ਾਂਤ ਕਿਸ਼ੋਰ ਕੋਲ ਐਵੇਂ ਡਰੀ ਫਿਰਦੇ ਗੱਲ ਕੋਈ ਹੈ ਨਹੀਂ ਹੈ। ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਕਾਂਗਰਸ ਪਾਰਟੀ ਰਾਜਕੁਮਾਰ ਵੇਰਕਾ ਨੂੰ ਖੁੱਲਾ ਚੈਲੰਜ ਦਿੰਦੇ ਨਜ਼ਰ ਆਏ। ਉਹਨਾਂ ਦਾ ਕਹਿਣਾ ਹੈ ਕਿ ਜੇ ਰਾਜਕੁਮਾਰ ਵੇਰਕਾ ਤੇ ਕਾਂਗਰਸ ਪਾਰਟੀ ਦੇ ਵਿਧਾਇਕ ਸੱਚ ਬੋਲਦੇ ਨੇ ਤਾਂ ਓਪਨ ਚੈਲੰਜ ਹੈ ਕਿ ਸਿੱਧੀ ਓਪਨ ਡਿਬੇਟ ਕਰਾ ਲੈਣ, ਉੱਥੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਵੇਗਾ। 85ਵੀਂ ਸੋਧ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਨੇ ਵਾਕਆਊਟ ਕੀਤਾ। ਨੌਕਰਸ਼ਾਹ ਦੇ ਉੱਤੇ ਲਗਾਤਾਰ ਸਵਾਲ ਉੱਠੇ, ਅੱਜ ਵੀ ਉੱਠ ਰਹੇ ਨੇ। ਕਿੱਥੇ ਲੱਗਦਾ ਕਿ ਕਮੀ ਰਹਿ ਗਈ 85ਵੀਂ ਸੋਧ ਦੇ ਵਿੱਚ? ਨੌਕਰਸ਼ਾਹ ਦੇ ਉੱਤੇ ਸਵਾਲ ਕਿਉਂ ਉੱਠੇ? ਦੇਖੋ ਸਵਾਲ ਇਹ ਹੈ ਜੀ ਕਿ ਜਿਹੜੇ ਬਿਊਰੋਕਰੈਟ ਹੁੰਦੇ ਨੇ, ਅਫਸਰ ਜਿਹੜੇ ਹੁੰਦੇ ਨੇ, ਉਹਨਾਂ ਨੇ ਸਰਕਾਰ ਦੇ ਇਸ਼ਾਰਿਆਂ ਦੇ ਉੱਪਰ, ਸਰਕਾਰ ਦੇ ਹੁਕਮਾਂ ਦੇ ਉੱਪਰ ਕੰਮ ਕਰਨਾ ਹੁੰਦਾ। ਇਹ ਅਨਫੋਰਚੂਨੇਟ ਹੈ ਕਿ ਇੱਕ ਚੀਜ਼ ਜਿਹਨੂੰ ਸਰਕਾਰ ਵੀ ਪਾਸ ਕਰ ਚੁੱਕੀ, ਜਿਹਨੂੰ ਵਿਧਾਨ ਸਭਾ ਵੀ ਯੂਨੈਨਿਮਸਲੀ ਪਾਸ ਕਰ ਚੁੱਕੀ, ਉਹ ਲੰਮੇ ਸਮੇਂ ਤੋਂ ਬਿਊਰੋਕਰੈਟਿਕ ਲੈਵਲ ਦੇ ਉੱਪਰ ਪੈਂਡਿੰਗ ਪਿਆ ਹੋਵੇ। ਮੈਂ ਸਮਝਦਾ ਕਿ ਇਹ ਵਿਧਾਨ ਸਭਾ ਦੀ ਤੋਹੀਨ ਹੈ ਜਿਹਨੂੰ ਕਿ ਕਿਸੇ ਵੀ ਗੱਲੋਂ ਜਾਇਜ਼ ਨਹੀਂ ਠਹਿਰਾਇਆ ਜਾ ਸਕੇ, ਤੇ ਇਸ ਕਰਕੇ ਸਿਧਾਂਤਕ ਤੌਰ ਦੇ ਉੱਪਰ ਅਸੀਂ ਅਜੇ ਬਾਈਕਾਟ ਕੀਤਾ ਹੈ। 85ਵੀਂ ਸੋਧ ਲਾਗੂ ਨਾ ਹੋਣ ਕਰਕੇ ਪ੍ਰੋਪਰ ਢੰਗ ਨਾਲ ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਕਿੰਨਾਂ ਨੂੰ ਨੁਕਸਾਨ ਹੋਇਆ, ਕਿੰਨਾ ਕੁ ਨੁਕਸਾਨ ਹੋਇਆ? ਦੇਖੋ ਸਾਰੇ ਜਿਹੜੇ ਦਲਿਤ ਵਰਗ ਹੈ ਉਹਨਾਂ ਨੂੰ ਇਹ ਨੁਕਸਾਨ ਹੋਇਆ। ਔਰ ਗੱਲ ਇਹ ਹੈ, ਨਫੇ ਨੁਕਸਾਨ ਦੀ ਗੱਲ ਛੱਡੋ, ਗੱਲ ਇਹ ਹੈ ਕਿ ਜਦੋਂ ਇੱਕ ਚੀਜ਼ ਡੈਮੋਕ੍ਰੇਸੀ ਦੇ ਇਸ ਪਵਿੱਤਰ ਮੰਦਰ ਨੇ ਜਦੋਂ ਪਾਸ ਕਰਤੀ, ਯੂਨੈਨਿਮਸਲੀ ਪਾਸ ਕਰਤੀ, ਤੇ ਫਿਰ ਉਹਨੂੰ ਕੋਈ ਕਿਵੇਂ ਰੋਕ ਕੇ ਬੈਠ ਜੇ ਇਸ ਵਿਧਾਨ ਸਭਾ ਨੂੰ ਇੰਨਾ ਕੁ ਡਿਫੰਕਟ ਜਾਂ ਇੰਨਾ ਕੁ ਵਿਦਆਊਟ ਐਨੀ ਪਾਵਰ ਸਮਝਦੀ ਹੈ ਬਿਊਰੋਕਰੇਸੀ, ਤੇ ਫਿਰ ਇੰਨਾ ਖਰਚਾ ਕਿਉਂ ਕਰਦੇ ਨੇ ਇਸ ਦੇ ਉੱਪਰ? ਫਿਰ ਤਾਂ ਸੈਕਟਰੀਏਟ ਹੈਗਾ ਤੇ ਜਾਂ ਘਰਾਂ ਦੇ ਵਿੱਚ ਬੈਠ ਕੇ ਜਿਹੜੇ ਮੰਤਰੀ, ਸੀਐਮ ਔਰ ਅਫਸਰ ਨੇ ਜਿਹੜੇ ਉਹ ਚਲਾ ਲੈਣਾ। ਫਿਰ ਇਹ ਇੰਸਟੀਟਿਊਸ਼ਨ ਕਾਹਦੇ ਵਾਸਤੇ ਬਣਾਇਆ? ਸੋ ਸਿਧਾਂਤਕ ਸੀਗਾ ਜਿਹਦੇ ਉੱਪਰ ਅਸੀਂ ਇਹ ਪ੍ਰੋਟੈਸਟ ਕੀਤਾ। ਅਮਨ ਜੀ, ਮੰਨਿਆ ਜਾ ਰਿਹਾ ਹੈ ਕਿ ਨੌਕਰਸ਼ਾਹ ਦੀ ਇੱਕ ਗਲਤੀ ਕਰਕੇ ਕਈ ਜਿਹੜੇ ਦਲਿਤ ਮੁਲਾਜ਼ਮ ਨੇ ਉਹਨਾਂ ਦੀ ਪ੍ਰਮੋਸ਼ਨਾਂ ਵੀ ਰੁਕੀਆਂ ਹੋਈਆਂ ਨੇ, ਤੇ ਸਰਕਾਰ ਦਾ ਅੱਗੋਂ ਕੀ ਭਰੋਸਾ ਆ? ਦੇਖੋ ਸਰਕਾਰ ਦਾ ਭਰੋਸਾ ਤਾਂ ਹੈ ਤਾਂ ਸਿਰਫ ਇੱਕ ਗੋਂਗਲੋਂ ਤੋਂ ਮਿੱਟੀ ਝਾੜਨ ਵਾਲਾ ਕੰਮ ਕੀਤਾ ਹੈ। ਕਹਿੰਦੇ ਤਾਂ ਹੈਗੇ ਕਿ ਸਰਕਾਰ ਕੱਲ ਨੂੰ ਸੀਐਮ ਸਾਹਿਬ ਇਹਦੇ ਉੱਪਰ ਆ ਕੇ ਕੋਈ ਜਵਾਬ ਦੇਣਗੇ। ਹੁਣ ਕੱਲ ਨੂੰ ਜਦੋਂ ਜਵਾਬ ਆਏਗਾ ਉਸ ਤੋਂ ਮਗਰੋਂ ਹੀ ਪਤਾ ਲੱਗੇਗਾ ਕੀ ਕਰਦੇ ਨੇ। ਅਮਨ ਜੀ, ਆਮ ਆਦਮੀ ਪਾਰਟੀ ਨੇ ਬਿਜਲੀ ਦਾ ਮੁੱਦਾ ਚੁੱਕਿਆ ਸੀ, ਮਹਿੰਗੀ ਬਿਜਲੀ ਦਾ, ਲੇਕਿਨ ਅੱਜ ਗੱਡਿਆਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਚੜੇ ਫਿਰਦੇ ਨਜ਼ਰ ਆਏ, ਕੀ ਕਹੋਗੇ?
ਦੇਖੋ ਜੀ, ਉਹ ਤਾਂ ਗੱਡਿਆਂ ਦੇ ਵਿੱਚ ਜੇ ਆਪ ਚੜ੍ਹ ਕੇ ਆਏ ਨੇ ਤਾਂ ਲੋਕਾਂ ਨੂੰ ਗੱਡਿਆਂ ਦੇ ਵਿੱਚ ਚੜ੍ਹਾਉਣ ਦੀ ਜਿਹੜੀ ਬਹੁਤ ਵੱਡਾ ਰੋਲ ਹੈ ਜਿਹੜਾ ਉਹ ਉਹਨਾਂ ਦਾ ਹੀ ਹੈ, ਕਿਉਂਕਿ ਜਿਹੜੇ 3 ਪ੍ਰਾਈਵੇਟ ਥਰਮਲ ਪਾਵਰ ਪਲਾਂਟ ਲੱਗੇ ਨੇ, ਨੋ ਡਾਊਟ ਇਹਦੀ ਸ਼ੁਰੂਆਤ ਹੈ ਜਿਹੜੀ ਉਹ 2002 ਤੋਂ 7 ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਹੋਈ ਸੀਗੀ, ਪਰ ਇਹਦੀ ਸਾਰੀ ਇੰਪਲੀਮੈਂਟੇਸ਼ਨ ਔਰ ਐਗਜ਼ੀਕਿਊਸ਼ਨ ਹੈ ਜਿਹੜੀ ਇਹਨਾਂ 3 ਪ੍ਰਾਈਵੇਟ ਥਰਮਲ ਪਲਾਂਟਾਂ ਦੀ ਜਿਹੜੇ ਨਾਲ ਐਗਰੀਮੈਂਟ ਐਗਜ਼ੀਕਿਊਟ ਹੋਏ ਨੇ, ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਬਣੇ ਸੀਗੇ। ਸੋ ਇਸ ਕਰਕੇ ਹੁਣ ਉਹ ਡਰਾਮੇ ਜੋ ਮਰਜ਼ੀ ਕਰੀ ਜਾਣ, ਪਰ ਪੰਜਾਬ ਨੂੰ ਲੁੱਟਣ ਦੇ ਵਿੱਚ ਤੇ ਮਹਿੰਗੀ ਬਿਜਲੀ ਦੇ ਜਿਹੜਾ ਜ਼ੁਲਮ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਅਕਾਲੀ ਦਲ ਦੇ ਉੱਪਰ ਵੀ ਆਉਂਦਾ, ਉਹਨਾਂ ਦੇ 10 ਸਾਲ ਦੇ ਰਾਜ ਭਾਗ ਦੇ ਉੱਪਰ ਆਉਂਦਾ। ਹੁਣ ਡਰਾਮੇ ਚਾਹੇ ਗੱਡਿਆਂ ਤੇ ਚੜ੍ਹ ਕੇ ਆ ਜਾਣ, ਚਾਹੇ ਸਾਈਕਲਾਂ ਤੇ ਆ ਜਾਣ, ਚਾਹੇ ਖੋਤੇ ਤੇ ਚੜ੍ਹ ਕੇ ਆ ਜਾਣ, ਜ਼ਿੰਮੇਵਾਰੀ ਤੋਂ ਤਾਂ ਨਹੀਂ ਬਚ ਸਕਦੇ। ਤੇਲ ਕੀਮਤਾਂ ਦੇ ਨੂੰ ਲੈ ਕੇ ਉਹਨਾਂ ਨੇ ਮੁਜ਼ਾਹਰਾ ਕੀਤਾ ਹੈ, ਤੇਲ ਕੀਮਤਾਂ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ, ਕੇਂਦਰ ਸਰਕਾਰ ਦੇ ਵਿਰੁੱਧ ਵੀ। ਦੇਖੋ ਇਸ ਤਰ੍ਹਾਂ ਹੈ ਕਿ ਅੱਜ ਜਦੋਂ ਜਿਹੜੀਆਂ ਕਰੂਡ ਆਇਲ ਦੀਆਂ, ਜੇ ਆਪਾਂ ਇਸ ਥੋੜੇ ਪਿਛਲੇ ਸਮੇਂ ਦੀ ਵੀ ਗੱਲ ਕਰ ਲਈਏ, ਕਰੂਡ ਆਇਲ ਦੀਆਂ ਪ੍ਰਾਈਸਿਸ ਨੇ ਜਿਹੜੀਆਂ ਉਹ ਵਨ ਆਫ ਦਾ ਲੋਐਸਟ ਨੇ ਇਨ ਦਾ ਵਰਲਡ। ਉਸ ਸਮੇਂ ਵੀ ਚਾਹੇ ਤਾਂ ਕੇਂਦਰ ਸਰਕਾਰ ਹੋਵੇ, ਔਰ ਉਸ ਸਮੇਂ ਦੀ ਗੱਲ ਤੁਹਾਨੂੰ ਮੈਂ ਦੱਸ ਰਿਹਾ ਹਾਂ ਜਦੋਂ ਕੋਵਿਡ ਸ਼ੁਰੂ ਹੋਇਆ ਸੀਗਾ April, May, June, July ਦੇ ਸਮੇਂ ਦੌਰਾਨ, ਜਦ ਕਰੂਡ ਦੀਆਂ ਪ੍ਰਾਈਸਿਸ ਸਭ ਤੋਂ ਲੋਐਸਟ ਸੀਗੀਆਂ, ਉਸ ਸਮੇਂ ਵੀ ਕੇਂਦਰ ਨੇ ਜਿਹੜੀ ਉਹਦੇ ਉੱਪਰ ਟੈਕਸਿਸ ਸੀਗੇ ਉਹ ਕਈ ਗੁਣੇ ਵਧਾ ਦਿੱਤੇ ਸੀਗੇ, ਤੇ ਪੰਜਾਬ ਸਰਕਾਰ ਨੇ ਵੀ ਸਮੇਂ-ਸਮੇਂ ਸਿਰ ਉਹਦੇ ਉੱਪਰ ਜਿਹੜਾ ਉਹ ਵਾਧਾ ਜਿਹੜਾ ਉਹ ਕਰਦੀ ਆ ਰਹੀ ਹੈ। ਅੱਜ ਜਿੰਨੀ ਆਇਲ ਦੀ ਕਾਸਟ ਤੁਸੀਂ ਦੇ ਰਹੇ ਹੋ, ਪੈਟਰੋਲ ਦੀ, ਡੀਜ਼ਲ ਦੀ, ਜੇ ਸਪੋਜ਼ 100 ਰੁਪਏ ਦੇ ਰਹੇ ਹੋ, ਤਾਂ ਉਹਦੇ 'ਚ ਆਇਲ ਦੀ ਪ੍ਰਾਈਸ ਤਾਂ ਸਿਰਫ 30 ਰੁਪਏ ਹੈ, 70 ਰੁਪਏ ਨੇ ਜਿਹੜੇ ਉਹ ਟੈਕਸਿਸ ਦੇ ਵਿੱਚ ਚਲੇ ਜਾਂਦੇ ਨੇ, ਔਰ ਉਹ ਟੈਕਸਿਸ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਦੋਨਾਂ ਨੂੰ ਜਾਂਦੇ। ਸੋ ਦੋਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪ੍ਰਾਈਸਿਸ ਜਿਹੜੀਆਂ ਉਹ ਘਟਾਈਆਂ ਜਾਣ, ਪਰ ਦੋਨੋਂ ਹੀ ਨਹੀਂ ਕੁਛ ਕਰਦੇ, ਇੱਕ ਦੂਜੇ ਨੂੰ ਕਹੀ ਜਾਂਦੇ ਨੇ ਤੁਸੀਂ ਘਟਾਓ, ਪਹਿਲੇ ਆਪ ਵਾਲਾ ਕੰਮ ਚੱਲ ਰਿਹਾ ਤੇ ਲੋਕ ਲੁੱਟੇ ਜਾ ਰਹੇ ਨੇ। ਪੰਜਾਬ ਦੀ ਜਨਤਾ ਇੱਕ ਸਵਾਲ ਨੂੰ ਲੈ ਕੇ ਕਨਫਿਊਜ਼ ਜ਼ਰੂਰ ਹੈ। ਤੁਸੀਂ ਇਹ ਗੱਲ ਕਹਿੰਦੇ ਹੋ ਕਿ ਤੁਸੀਂ ਬਿਜਲੀ ਸਸਤੀ ਦੇ ਰਹੇ ਹੋ ਦਿੱਲੀ ਦੇ ਵਿੱਚ, ਆਮ ਆਦਮੀ ਪਾਰਟੀ, ਤੇ ਇੱਥੇ ਰਾਜਕੁਮਾਰ ਵੇਰਕਾ ਜੀ ਹੋਰ ਕਾਂਗਰਸੀ ਕਹਿ ਰਹੇ ਨੇ ਕਿ ਇੱਥੇ ਤੁਸੀਂ ਗੁੰਮਰਾਹ ਕਰ ਰਹੇ ਹੋ ਕਿ ਜਿਹੜੇ ਕਾਰਪੋਰੇਟ ਘਰਾਣੇ ਹੈਗੇ ਨੇ ਉੱਥੇ ਜਿਹੜੀ ਬਿਜਲੀ ਹੈਗੀ ਹੈ ਅਸੀਂ ਪੰਜਾਬ ਦੇ ਸਸਤੀ ਦੇ ਰਹੇ ਹਾਂ ਉਹਨਾਂ ਨੂੰ, ਤੇ ਤੁਸੀਂ ਉਹ ਕਹਿ ਰਹੇ ਨੇ ਕਿ ਇੱਥੇ ਅਸੀਂ ਸਸਤੀ ਬਿਜਲੀ ਦੇ ਰਹੇ ਹਾਂ ਲੇਕਿਨ ਆਮ ਆਦਮੀ ਪਾਰਟੀ ਗੁੰਮਰਾਹ ਕਰ ਰਹੀ ਹੈ। ਮੈਂ ਤੁਹਾਡੇ ਜ਼ਰੀਏ ਵੇਰਕਾ ਜੀ ਨੂੰ, ਉਹਨਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਚੈਲੰਜ ਕਰਦਾ ਕਿ ਦਿੱਲੀ ਵਰਸਸ ਪੰਜਾਬ, ਬਿਜਲੀ ਕਿੱਥੇ ਸਸਤੀ ਹੈ ਕਿੱਥੇ ਮਹਿੰਗੀ ਹੈ, ਕਿੱਥੇ ਮਾਫੀਆ ਰਾਜ ਚੱਲ ਰਿਹਾ ਹੈ ਤੇ ਕਿੱਥੇ ਚੋਰੀ ਚਕਾਰੀ ਬਿਲਕੁਲ ਬੰਦ ਹੋ ਚੁੱਕੀ ਹੈ। ਇਹਦੇ ਵਾਸਤੇ ਇੱਕ ਫੁੱਲ ਫਲੈਜਡ ਡਿਬੇਟ ਹੈ ਜਿਹੜੀ ਖੁੱਲੇ ਤੌਰ ਦੇ ਉੱਪਰ, ਜਿੱਥੇ ਸਾਰਾ ਮੀਡੀਆ ਹਾਜ਼ਰ ਹੋਵੇ, ਡਿਬੇਟ ਕਰਾ ਦਿਓ ਮੇਰੀ, ਉਹਨਾਂ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਾਂਗੇ ਅਸੀਂ ਕਿ ਦਿੱਲੀ ਸਸਤੀ ਹੈ ਕਿ ਪੰਜਾਬ ਦੇ ਵਿੱਚ ਸਸਤੀ ਹੈ ਬਿਜਲੀ। ਉਧਰ ਜਲਾਲਾਬਾਦ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਸ਼ਰਾਬ ਦੀ ਫੈਕਟਰੀ ਨੂੰ ਲੈ ਕੇ ਲੋਕ ਧਰਨਾ ਦੇ ਰਹੇ ਨੇ। ਦਵਿੰਦਰ ਸਿੰਘ ਕੁਬਾਇਆ ਨਾਲ ਇਸ ਬਾਰੇ ਸਾਡੀ ਗੱਲਬਾਤ ਹੋਈ, ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਸੱਤਾਧਾਰੀ ਕੁਝ ਸਿਆਸਤਦਾਨ ਨੇ ਜੋ ਚਾਹੁੰਦੇ ਨੇ ਕਿ ਉੱਥੇ ਫੈਕਟਰੀ ਲੱਗਣੀ ਚਾਹੀਦੀ ਹੈ, ਲੇਕਿਨ ਦਵਿੰਦਰ ਸਿੰਘ ਕੁਬਾਇਆ ਨੇ ਕਿਹਾ ਕਿ ਮੈਂ ਲੋਕਾਂ ਦੇ ਨਾਲ ਖੜਾ ਹੋਵਾਂਗਾ। ਦਵਿੰਦਰ ਕੁਬਾਇਆ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਕਾਂਗਰਸ ਦੇ ਵਿਧਾਇਕ। ਕੁਬਾਇਆ ਸਾਹਿਬ, ਅੱਜ ਕਿਹੜੇ ਅੰਦਰ ਮਸਲੇ ਚੁੱਕੇ ਤੁਸੀਂ? ਅੱਜ ਜਿਹੜਾ ਮੇਰੇ ਹਲਕੇ ਦੇ ਵਿੱਚ ਕਾਫੀ 17-18 ਦਿਨਾਂ ਤੋਂ ਜਿਹੜਾ ਧਰਨਾ ਲਗਾਇਆ ਗਿਆ, ਹਾਈਵੇ ਰੋਕਿਆ ਹੋਇਆ ਹੈ, ਫਾਜ਼ਿਲਕਾ ਹਬੋਰ ਹਾਈਵੇ, ਔਰ ਲੋਕਾਂ ਦੀ ਮੰਗ ਹੈ ਕਿ ਉੱਥੇ ਕੋਈ ਸ਼ਰਾਬ ਫੈਕਟਰੀ ਲੱਗ ਰਹੀ ਹੈ ਉਹਨੂੰ ਸ਼ਿਫਟ ਕਰਕੇ ਕਿਤੇ ਹੋਰ ਲਾਇਆ ਜਾਏ। ਸੋ ਅੱਜ ਮੈਂ ਉਹ ਮੁੱਦਾ ਵਿਧਾਨ ਸਭਾ ਦੇ ਵਿੱਚ ਚੱਕਿਆ ਕਿ ਲੋਕਾਂ ਦੀ ਆਵਾਜ਼ ਹੈ ਕਿ ਉੱਥੇ ਫੈਕਟਰੀ ਨਾ ਲੱਗੇ ਔਰ ਉਹਨੂੰ ਉਸ ਇਲਾਕੇ ਤੋਂ ਹੀ ਬਾਹਰ ਕਿਤੇ ਲਾਇਆ ਜਾਏ ਜਾਂ ਇੰਡਸਟਰੀਅਲ ਏਰੀਆ ਦੇ ਵਿੱਚ ਲਾਇਆ ਜਾਏ, ਔਰ ਉਹ ਆਵਾਜ਼ ਮੈਂ ਚੱਕੀ ਔਰ ਮੈਨੂੰ ਵਿਸ਼ਵਾਸ ਹੈ ਕਿ ਉਹ ਉੱਥੋਂ ਚੇਂਜ ਹੋਊਗੀ। ਇਹ ਵੀ ਖਬਰਾਂ ਆ ਰਹੀਆਂ ਨੇ ਕਿ ਕੋਈ ਸੱਤਾਧਾਰੀ ਦੇ ਅੰਦਰ ਸਿਆਸਤਦਾਨ ਹੈਗੇ ਨੇ ਜੋ ਫੈਕਟਰੀ ਲਗਾਉਣਾ ਚਾਹੁੰਦੇ ਨੇ। ਕੋਈ ਵੀ ਹੋਵੇ, ਸੱਤਾਧਾਰੀ ਦੇ ਹੋਣ ਜਾਂ ਕੋਈ ਹੋਰ ਹੋਣ, ਜਦੋਂ ਲੋਕਾਂ ਦੀ ਆਵਾਜ਼ ਹੈ, ਲੋਕਾਂ ਨੇ ਮੈਨੂੰ ਚੁਣਿਆ ਔਰ ਉਹ ਲੋਕਾਂ ਦੀ ਆਵਾਜ਼ ਜਿਹੜੀ ਮੈਂ ਵਿਧਾਨ ਸਭਾ ਤੱਕ ਪਹੁੰਚਾਈ ਹੈ, ਔਰ ਉਹ ਅਸੀਂ ਜਿਹੜਾ ਮਸਲਾ ਹੱਲ ਕਰਾ ਕੇ ਰਵਾਂਗੇ। ਜਿਹੜਾ ਤੁਹਾਡਾ ਏਰੀਆ ਹੈਗਾ ਉੱਥੇ ਕਈ ਪਿੰਡਾਂ ਦੇ ਵਿੱਚ ਆਪਾਂ ਦੇਖੀਏ ਕਿ ਘਰ ਦੀ ਕੱਢੀ ਸ਼ਰਾਬ ਵੀ ਨਿਕਲਦੀ ਹੈਗੀ ਹੈ। ਪਿੱਛੇ ਜਦੋਂ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਸੀ ਪੰਜਾਬ ਦੇ ਵਿੱਚ, ਉੱਥੇ ਕਾਫੀ ਰੇਡਾਂ ਵੀ ਵੱਜੀਆਂ। ਹੁਣ ਕਾਫੀ ਅੱਗੇ ਨਾਲ ਉੱਥੇ ਸੁਧਾਰ ਦੇਖਣ ਨੂੰ ਮਿਲਿਆ ਕਿ ਨਹੀਂ? ਬਿਲਕੁਲ, ਜਿਹੜੀ ਮੌਤਾਂ ਹੋਈਆਂ ਸੀ ਉਹ ਤਰਨਤਾਰਨ ਜ਼ਿਲ੍ਹੇ 'ਚ ਹੋਈਆਂ ਸੀ, ਮੇਰੇ ਹਲਕੇ ਜਾਂ ਸਾਡੇ ਜ਼ਿਲ੍ਹੇ 'ਚ ਨਹੀਂ ਕੋਈ ਹੋਈਆਂ। ਔਰ ਜੇ ਕੋਈ ਨਕਲੀ ਸ਼ਰਾਬ ਜਾਂ ਕੋਈ ਜਾਲੀ ਸ਼ਰਾਬ ਸਾਡੇ ਇਲਾਕੇ 'ਚ ਨਹੀਂ ਕੋਈ ਵਿਕਦੀ, ਨਾ ਕੋਈ ਨਿਕਲਦੀ, ਔਰ ਬਾਹਰ ਏਰੀਆ ਸੀਗੀ। ਬਾਕੀ ਗਵਰਨਮੈਂਟ ਵੱਲੋਂ ਪੂਰੀ ਸਖਤੀ ਕੀਤੀ ਗਈ ਹੈ ਔਰ ਇਦਾਂ ਦਾ ਕੋਈ ਮਸਲਾ ਜਿਹੜਾ ਨਹੀਂ ਆਇਆ ਸਾਡੇ ਇਲਾਕੇ ਦੇ ਵਿੱਚ। ਤੁਹਾਡੇ ਇਲਾਕੇ ਦੇ ਕਿਹੜੇ ਮਸਲੇ ਹੈਗੇ ਨੇ ਜਿੱਥੇ ਅੱਜ ਸਭ ਤੋਂ ਪਹਿਲਾਂ ਕੰਮ ਕਰਨ ਦੀ ਲੋੜ ਹੈਗੀ ਹੈ? ਸਾਡੇ ਮੇਨ ਉੱਥੇ ਜਿਹੜਾ ਐਜੂਕੇਸ਼ਨ ਤੇ ਔਰ ਡਿਵੈਲਪਮੈਂਟ ਦੇ, ਜਿਹੜਾ ਕਿ ਬਾਰਡਰ ਏਰੀਆ ਬਹੁਤ ਪਛੜਿਆ ਹੋਇਆ, ਔਰ ਹਸਪੀਟਲ ਉੱਥੇ ਚੰਗੇ ਹੋਣੇ ਚਾਹੀਦੇ, ਔਰ ਸਾਰਾ ਕੁਝ ਹੀ ਮੈਂ ਸਮਝਦਾ ਆਪਣੀ ਕਾਂਗਰਸ ਸਰਕਾਰ ਨੇ ਸਾਨੂੰ ਦਿੱਤਾ। ਸਾਡਾ ਉੱਥੇ ਕੈਂਸਰ ਹਸਪੀਟਲ ਵੀ ਬਣ ਰਿਹਾ, ਉੱਥੇ ਕਾਲਜ ਵੀ, ਔਰ ਉੱਥੇ ਡਾਈਟ ਵੀ ਬਣ ਰਹੀ ਹੈ, ਔਰ ਡਿਵੈਲਪਮੈਂਟ ਵਾਸਤੇ ਵੀ ਜਿਹੜੇ ਫੰਡ ਸਾਨੂੰ ਜਿੱਦਾਂ ਵੀ ਅਸੀਂ ਡਿਮਾਂਡ ਕਰਦੇ ਹਾਂ ਉੱਦਾਂ ਹੀ ਸਾਨੂੰ ਮਿਲ ਜਾਂਦੇ। ਤੁਸੀਂ ਕਿਹਾ ਕਿ ਜਿਵੇਂ ਡਿਮਾਂਡ ਕਰਦੇ ਹੋ ਉਵੇਂ ਫੰਡ ਮਿਲ ਜਾਂਦੇ ਨੇ, ਪਰ ਹਾਲੇ ਵੀ ਦੇਖਿਆ ਜਾਵੇ ਤਾਂ ਜਲਾਲਾਬਾਦ ਤੇ ਜਿਹੜੇ ਉਧਰ ਲਾਗੇ ਤਾਗੇ ਦੇ ਏਰੀਆ ਹੈਗੇ ਨੇ ਕਾਫੀ ਪਛੜੇ ਹੋਏ ਨੇ, ਉਸ ਲੈਵਲ ਤੇ ਉੱਥੇ ਵਿਕਾਸ ਨਹੀਂ ਹੋ ਰਿਹਾ। ਕੀ ਕਾਰਨ ਮੰਨਦੇ ਹੋ?
ਬਿਲਕੁਲ ਨਹੀਂ, ਪਿਛਲੀ ਸਰਕਾਰ ਨੇ ਕੋਈ ਵਿਕਾਸ ਨਹੀਂ ਕੀਤਾ। ਇਹ ਤਾਂ ਹੁਣ ਅਸੀਂ ਜਿਹੜਾ ਕਰੋੜਾਂ ਰੁਪਏ ਇੱਥੋਂ ਚੰਡੀਗੜ੍ਹ ਵੱਲ ਜਾ ਕੇ ਅਸੀਂ ਉਸ ਇਲਾਕੇ ਦੇ ਵਿੱਚ ਲਾਇਆ, ਔਰ ਆਉਣ ਵਾਲੇ ਸਾਲ ਦੇ ਵਿੱਚ ਵੀ ਜਿਹੜਾ ਡਿਵੈਲਪਮੈਂਟ ਫਾਜ਼ਿਲਕਾ ਜ਼ਿਲ੍ਹੇ ਦੀ ਤੁਸੀਂ ਵੇਖੋ ਹੋਰ ਵਧੂਗੀ। ਸ਼ੁਕਰੀਆ ਗੱਲਬਾਤ ਕਰਨ ਲਈ। ਉਦੋਂ ਨਵਜੋਤ ਸਿੰਘ ਸਿੱਧੂ ਬੜੇ ਚਿਰਾਂ ਬਾਅਦ ਮੀਡੀਆ ਦੇ ਸਾਹਮਣੇ ਆਏ, ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਨੂੰ ਸੰਬੋਧਨ ਕਰਦਿਆਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਵਿੰਨੇ। ਨਾਲ ਹੀ ਆਖਿਆ ਕਿ ਅੱਜ ਸਾਨੂੰ ਖੇਤੀ ਨੂੰ ਬਚਾਉਣ ਦੀ ਲੋੜ ਹੈਗੀ ਹੈ, ਫਸਲੀ ਵਿਭਿੰਨਤਾ ਦੀ ਲੋੜ ਹੈਗੀ ਹੈ, ਜਿਸ ਨਾਲ ਜ਼ਮੀਨ ਦਾ ਹੇਠਲਾ ਪਾਣੀ ਵੀ ਬਚੇਗਾ। ਉਹਨਾਂ ਨੇ ਇੱਕ ਬਲੂਪ੍ਰਿੰਟ ਵੀ ਪੇਸ਼ ਕੀਤਾ। ਜ਼ੰਜੀਰਾਂ ਚਾਹੇ ਸੋਨੇ ਦੀਆਂ ਹੋਣ, ਚਾਹੇ ਲੋਹੇ ਦੀਆਂ ਹੋਣ, ਚਾਹੇ ਕਾਨੂੰਨਾਂ ਦੀਆਂ ਹੋਣ, ਇਹ ਬੰਦੇ ਨੂੰ ਗੁਲਾਮ ਬਣਾਉਂਦੀਆਂ ਨੇ, ਸੂਬਿਆਂ ਨੂੰ ਗੁਲਾਮ ਬਣਾਉਂਦੀਆਂ ਨੇ, ਫੈਡਰਲ ਸਟਰਕਚਰ ਨੂੰ ਖਤਮ ਕਰਦੀਆਂ ਨੇ। ਟੁੱਟ ਜਾਣਗੀਆਂ ਜ਼ੰਜੀਰਾਂ, ਤਾਲੇ ਖੁੱਲ ਜਾਣਗੇ। ਜਿਹੜੇ ਪੰਜਾਬ ਦੀ ਆਜ਼ਾਦੀ ਨਾਲ ਟਕਰਾਉਣਗੇ ਕੱਖਾਂ ਵਾਂਗ ਰੁਲ ਜਾਣਗੇ। ਪਹਿਲਾਂ ਨਹੀਂ ਕਦੇ ਜੰਗ ਹਾਰੀ ਫਾਰਮਰਾਂ ਨੇ, ਹੁਣ ਵੀ ਨਹੀਂ ਹਾਰ। ਅੱਗੇ ਚੱਲਦੇ ਆਪਾਂ। ਮੈਂ ਤੁਹਾਨੂੰ ਉਦਾਹਰਨ ਦਿੰਦਾ, ਐਗਜ਼ਾਮਪਲ ਦਿੰਦਾ। ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰੋਮੋਸ਼ਨ ਫੈਸਿਲਿਟੇਸ਼ਨ ਐਕਟ ਦੁਆਰਾ ਕਿ ਇਹ ਕਾਨੂੰਨ ਕਿਸ ਤਰ੍ਹਾਂ ਕੰਪਲੀਟਲੀ ਇਲੀਗਲ। ਸੈਂਟਰ ਦੀ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਸਟੇਟ ਦੀ ਜਿਹੜੀ ਇੰਟਰਾ ਸਟੇਟ ਪ੍ਰੋਡਿਊਸ ਹੁੰਦੀ ਹੈ ਉਹਦੀ ਸੇਲ ਪਰਚੇਜ਼ ਦੇ ਉੱਤੇ ਸੈਸ ਲਾਉਣ ਦੀ, ਲੈਵੀ ਲਾਉਣ ਦੀ, ਕਿਸੇ ਵੀ ਤਰੀਕੇ ਦਾ ਫੀ ਲਾਉਣ ਦੀ। ਸੈਕਸ਼ਨ 6 of the act encroaches on the state's right to charge market fees, cess, levy in its territory, which again is in the competence of the states. ਇਹ ਸਟੇਟਾਂ ਦੇ ਅਧਿਕਾਰ ਨੇ। ਇਹ ਪਿਛਲੇ ਦਰਵਾਜ਼ੇ ਤੋਂ ਐਂਟਰੀਆਂ ਕਰਦੇ ਆ ਸ਼ਬਦ ਜਾਲ ਬੁਣ ਕੇ। ਤੁਸੀਂ ਕਨਕਰੈਂਟ ਲਿਸਟ ਦੀ ਵੀ ਜੇ 33 ਦੇਖੋਗੇ, ਐਂਟਰੀ 33, ਉਹ ਇਹਨਾਂ ਨੂੰ ਸਿਰਫ ਟ੍ਰੇਡ ਐਂਡ ਕਾਮਰਸ ਦੇ ਅਧੀਨ ਕਾਨੂੰਨ ਬਣਾਉਣ ਦਾ ਅਧਿਕਾਰ ਦਿੰਦੀ ਹੈ, ਪਰ ਕਿਸੇ ਸਟੇਟ ਦੇ ਐਗਰੀਕਲਚਰ ਪ੍ਰੋਡਿਊਸ ਸੇਲ ਪਰਚੇਸ ਦੇ ਉੱਤੇ ਸੈਸ ਲੈਵੀ ਲਾਉਣ ਤੋਂ ਬਾਹਰ ਕਰਦੀ। ਜਿਹੜੀ ਐਂਟਰੀ 28 ਹੈ ਕਨਸਟੀਟਿਊਸ਼ਨ ਦੀ, ਉਹਦੇ ਚ ਵਰਡ ਆਉਂਦਾ ਮਾਰਕੀਟਸ ਐਂਡ ਫੇਅਰਸ। ਮਾਰਕੀਟਸ ਐਂਡ ਫੇਅਰਸ ਇਹ ਕਲੀਅਰਲੀ ਡੋਮੇਨ ਹੈ ਸਟੇਟਾਂ ਦੀ। ਇੱਕ ਟ੍ਰੇਡ ਏਰੀਆ ਵਰਡ ਯੂਜ਼ ਕਰਤਾ ਜੀ ਸੈਂਟਰ ਸਰਕਾਰ ਨੇ, ਟ੍ਰੇਡ ਏਰੀਆ। ਅੱਜ ਤੱਕ ਪ੍ਰੂਵ ਨਹੀਂ ਕਰ ਸਕੇ ਵੀ ਕਨਸਟੀਟਿਊਸ਼ਨ ਦੇ ਵਿੱਚ ਟ੍ਰੇਡ ਏਰੀਆ ਨਾਮ ਦਾ ਕੋਈ ਸ਼ਬਦ ਹੈ। ਤੇ ਇਹ ਵੀ ਸਮਝਾ ਦੇਣ ਵੀ ਮਾਰਕੀਟ ਤੇ ਟ੍ਰੇਡ ਏਰੀਆ ਫਰਕ ਕਿਵੇਂ ਹੈ। ਕੋਈ ਫਰਕ ਨਹੀਂ। ਐਂਟਰੀ 28 ਮਾਰਕੀਟਸ ਐਂਡ ਫੇਅਰਸ ਆਰ ਡੋਮੇਨ ਆਫ ਦਾ ਸਟੇਟ ਟੂ ਲੈਜਿਸਲੇਟ। ਇਸ ਕਰਕੇ ਕਾਨੂੰਨ ਬਣਾਉਣ ਦੇ ਅਧਿਕਾਰ ਜਿਹੜੇ ਸਟੇਟ ਦੇ ਨੇ, ਸਾਡੇ ਪੰਜਾਬ ਸਟੇਟ ਦੇ ਨੇ, ਹੋਰ ਸਟੇਟਾਂ ਦੇ ਨੇ, ਇਹ ਉਹ ਖੋ ਰਹੇ ਨੇ ਸਾਡੇ ਤੋਂ। ਇਸ ਤੋਂ ਅੱਗੇ ਵਧਦਾ, ਆਫਟਰ defiance and denial of these unconstitutional laws, ਮੈਂ ਕਹਿੰਦਾ ਕਿ ਬੜੇ ਲੋਕ ਇਹ ਕਹੀ ਜਾਂਦੇ ਆ ਜੀ ਕਿ the game is over, ਸੈਂਟਰ ਨੇ ਤਾਂ ਪਾਸ ਕਰਤੇ। the game is not over, we can be game changers if we rise above blame game। ਅਸੀਂ ਗੇਮ ਚੇਂਜਰ ਬਣ ਸਕਦੇ ਹਾਂ। ਸਾਨੂੰ ਕਿਸੇ ਨੇ ਨਹੀਂ ਰੋਕਿਆ ਆਪਣੀ ਡੈਮੋਕ੍ਰੈਟਿਕ ਪਾਵਰ ਟੂ ਲੈਜਿਸਲੇਟ ਕਰਨ ਤੋਂ, ਕਿਸੇ ਨੇ ਨਹੀਂ ਰੋਕਿਆ। ਅਸੀਂ ਆਪਣੇ ਕਾਨੂੰਨ ਖੇਤਰ ਦੇ ਵਿੱਚ ਲਾਅ ਬਣਾ ਸਕਦੇ ਹਾਂ ਔਰ ਕਿਸਾਨਾਂ ਦੇ ਮੁਕੱਦਰ ਨੂੰ ਪੂਰੀ ਤਰ੍ਹਾਂ ਬਦਲ ਸਕਦੇ ਹਾਂ। ਵਕਤ ਦੀ ਜ਼ਰੂਰਤ ਹੈ ਔਰ ਸਾਨੂੰ ਉਹ ਡੈਮੋਕ੍ਰੈਟਿਕ ਜਿਹੜਾ ਰਾਈਟ ਹੈ ਉਹਨੂੰ ਐਕਸਰਸਾਈਜ਼ ਕਰਨਾ ਚਾਹੀਦਾ। ਆਪਣਾ ਮੁਕੱਦਰ ਆਪਣੇ ਹੱਥ 'ਚ ਲੈਣਾ ਚਾਹੀਦਾ। ਕਿਸ ਤਰ੍ਹਾਂ? ਮੇਰੀ ਮੰਗ ਹੈ ਕਿ ਅਸੀਂ ਆਪਣੇ ਕਾਨੂੰਨ ਬਣਾਈਏ ਜਿਹਦਾ ਸੈਂਟਰ ਨਾਲ ਕੋਈ ਲੈਣਾ ਦੇਣਾ ਨਹੀਂ, ਜਿਹਦਾ ਸੈਂਟਰ ਨਾਲ ਕੋਈ ਸਰੋਕਾਰ ਨਹੀਂ। ਮੈਂ ਪਹਿਲੇ ਕਾਨੂੰਨ ਦੀ ਗੱਲ ਕਰਦਾ ਜਿਹੜਾ ਸਾਡੇ ਅਖਤਿਆਰ ਦੇ ਵਿੱਚ ਹੈ, which is in our domain completely, expansion of MSP and procurement।
ਅਸੀਂ ਸਿਰਫ ਕਣਕ ਔਰ ਝੋਨੇ ਦੇ ਪ੍ਰੋਕਿਉਰਮੈਂਟ ਚੋਂ ਨਿਕਲੀਏ, ਕਿਸ ਤਰ੍ਹਾਂ ਕਿਸਾਨ ਨੂੰ ਹੋਰ ਫਸਲਾਂ ਦੇ ਉੱਤੇ MSP ਦਈਏ ਤਾਂ ਕਿ ਅਸੀਂ ਡਾਈਵਰਸਿਫਿਕੇਸ਼ਨ ਕਰ ਸਕੀਏ। ਕਿਉਂਕਿ ਤੁਸੀਂ ਅਗਰ ਝੋਨਾ ਦੇਖੋ, ਝੋਨਾ ਲਾਉਣਾ ਕਿਸਾਨ ਦੀ ਮਜਬੂਰੀ ਹੈ, ਉਹ ਚਾਹ ਕੇ ਵੀ ਨਹੀਂ ਨਿਕਲ ਸਕਦਾ ਕਿਉਂਕਿ MSP ਮਿਲਦੀ ਹੀ ਝੋਨੇ ਤੇ ਕਣਕ ਤੇ ਹੈ। ਲਿਖ ਦਿੰਦੇ ਆ ਮੱਕੀ, ਲਿਖ ਦਿੰਦੇ ਆ ਗੰਨਾ, ਲਿਖ ਦਿੰਦੇ ਆ ਸਾਰਾ ਕੁਝ, ਲਿਖਦੇ ਆ 1600, ਮਿਲਦੀ 700 ਨਹੀਂ, 600 ਚ ਵੀ ਚੁੱਕੀ ਨਹੀਂ ਗਈ। ਇਸ ਕਰਕੇ ਉਹਦੀ ਮਜਬੂਰੀ ਹੈ। ਲੇਕਿਨ ਉਹਦੀ ਮਜਬੂਰੀ ਦੇ ਨਾਲ ਨਾਲ ਇੱਕ ਹੋਰ ਗੱਲ ਹੈ ਕਿ ਅਸੀਂ ਆਪਣੀ ਸਸਟੇਨੇਬਲ ਲਿਮਿਟ ਤੋਂ ਕਿਤੇ ਜ਼ਿਆਦਾ ਪਾਣੀ, ਪੰਜਾਬ ਦਾ ਪਾਣੀ ਕਰਜ਼ੇ ਲੈ ਲੈ, ਟਿਊਬਵੈੱਲ ਲਾ ਲਾ, ਪੰਪੀਆਂ ਚਲਾ ਚਲਾ, ਸਸਟੇਨੇਬਲ ਲਿਮਿਟ ਤੋਂ ਕਿਤੇ ਵੱਧ ਪਾਣੀ ਕੱਢ ਰਹੇ ਹਾਂ ਅਸੀਂ। ਔਰ ਮੈਂ ਕਦੋਂ ਦਾ ਦੁਹਰਾ ਰਿਹਾ ਹੈ ਕਿ 1 ਕਿਲੋ ਝੋਨਾ ਲਾਣਾ ਹੋਵੇ ਤੇ 5000 ਲੀਟਰ ਪਾਣੀ ਲੱਗਦਾ। ਤੁਸੀਂ ਹਿਸਾਬ ਲਾ ਲਓ ਕਿ ਜਿੰਨਾ SYL ਤੋਂ ਨੁਕਸਾਨ ਹੋਣਾ ਸੀ ਉਹਦੇ ਨਾਲੋਂ ਕਿਤੇ ਵੱਧ ਕਰਦੇ ਹਾਂ ਹਰ ਸਾਲ। ਪਾਣੀ ਐਕਸਪੋਰਟ ਕਰਦੇ ਹਾਂ ਅਸੀਂ ਝੋਨੇ ਦੇ ਨਾਲ, ਖਾਣੇ ਤਾਂ ਸਿਰਫ 8%। ਫਿਰ ਕਹੇ ਜੀ ਸੋਲੂਸ਼ਨ, ਮੈਂ 6 ਮਹੀਨਿਆਂ ਤੋਂ ਉਹੀ ਗੱਲ ਕਰਦਾ। 6 ਮਹੀਨਿਆਂ ਤੋਂ ਮੈਂ ਇਸ ਡਾਈਵਰਸਿਫਿਕੇਸ਼ਨ ਦੀ ਗੱਲ ਕਰਦਾ, ਪਾਣੀ ਬਚਾਉਣ ਦੀ ਗੱਲ ਕਰਦਾ ਤੇ ਇਹ कहना हमेशा भी अगर मान लो तो हार है और अगर बदलने की ठान लो तो जीत है। ये पक्की जित है। और मैं तुहानूं दसदा किवें, पहला तो मैं बड़ा क्लीयर हाँ, अज दे दिन अगर असी लैजिसलेट करिए तो असी दालां ते ऑयल सीड्स के उत्ते MSP दे सकते, क्लीयर सीधा। नाले डाइवर्सिफिकेशन हो, नाले पानी बचू, नाले किसान नूं झोने ते कणक तो इलावा कुछ उगाउण दा विकल्प मिलू। किदां? ओ महाराज मार्कफेड ते पंसब तो अगर तुसीं प्रोक्योर कराओ, मार्कफेड ते पंसब तो, और तुसीं दालां दे वास्ते, ऑयल सीड्स दे वास्ते तुसीं किन्ना पैसा बाहरों इंपोर्ट करने लई खर्च रहे हो। ਤੁਸੀਂ ਜਿੰਨੇ ਪੈਸੇ ਦੀਆਂ ਦਾਲਾਂ ਆਟਾ ਦਾਲ ਸਕੀਮ ਵਾਸਤੇ ਵੀ ਬਾਹਰੋਂ ਮੰਗਾਣੇ ਹੋ, ਉਹ ਪੈਸਾ ਸਾਈਡ ਤੇ ਰੱਖ ਲਓ, ਐ ਰੱਖ ਲਓ ਸਾਈਡ ਤੇ ਕਹੋ ਇਹ ਤੇ MSP ਦਿਆਂ, ਉਸੇ ਦਿਨ ਸ਼ੁਰੂ ਹੋ ਜੂ। ਆ ਨਾਲ ਦੇ ਤੁਸੀਂ ਸੂਬੇ ਨੂੰ ਦੇਖ ਲਓ, ਹਰਿਆਣਾ ਤਿਲਾਂ ਨੂੰ ਪ੍ਰੋਕਿਓਰ ਕਰਦਾ, ਤੇਲ ਬਣਾ ਕੇ ਵੇਚਦਾ। ਜਿੰਨਾ ਮਰਜ਼ੀ ਕਰ ਲਓ, ਪੰਜਾਬ ਨੇ ਤਾਂ ਸਿਖਾਇਆ ਦੁਨੀਆ ਨੂੰ, ਪੰਜਾਬ ਤੇ ਅੱਜ ਵੀ ਟੌਰਚ ਬੀਰਰ ਹੈ, हर थां ते जुल्म ते लड़दा, जदों सब तो अगे लड़दा अलख जगाउंदा। ते ये ते सिखाई असीं है, रिगवेद दे टाइम दी खेती असीं सिखाई है। ये टॉर्च बेयरर्स बाबे नानक दा किता सी, उन्हें सिखाया सानू। ये अंबानी अडानी दी ताकत की है, जरा सोचो, उहदी ताकत यही है भी वो पोला जिहा लैंदा माल, हुण ते उहनूं लाइसेंस देता भी भाई तू 50 गुणे वेच ते 100 गुणा वेच, वो रख लैंदा कि नहीं रखता। फिर वो जो जी करता मनमानी करता, तो भाई सरकार बांह क्यों ना फड़े किसान की, फिर क्यों सड़क ते जाऊ। तीजी गल जिहड़ी मैं कह रहा और ये ही सारा कुछ आऊ, वो हैगी कोआपरेटिव। सानू अपना कोआपरेटिव का कानून अमेंड करना पैना। देखो कोआपरेटिव नूं रजिस्टर कदों करना, उन्होंने चलाना किवें, ਉਹਦੀ मैनेजमेंट एक किसान के हथ 'ਚ होनी चाहिए, अज अफसरां के हथ 'ਚ। हुण भी तुसीं घुंडियां जिहियां पवा लओ अफसर तो कितों ते कहो जी असीं किसान लई कोआपरेटिव बनाते, तो गलत है। ਤੁਹਾਨੂੰ कोई मेहनत करने की लोड़ नहीं, कोई ਇਹੋ ਜਿਹੇ कानून बनाने की लोड़ नहीं। मैं ਤੁਹਾਨੂੰ कह रहा कि प्लैनिंग कमीशन ने कोआपरेटिव एक्ट 1991 बनाया हुआ, कुछ करने की लोड़ नहीं। वो अधिकृत करता है, अधिकार दिंदा है किसान नूं भी वो आप रजिस्ट्रेशन कराए। हुण ते वो गुलाम है रजिस्टर कोआपरेटिव सोसाइटी का, जब जी करे कट दे, जब जी करे बना दे। ये बनाओ ना,
ਵੀ ਹੈਵ ਟੂ ਸੀ ਕਿ ਅਸੀਂ ਫਾਰਮੈਲਿਟੀ ਕਰਨੀ ਹੈ ਕਿ ਗਰਾਊਂਡ ਰਿਐਲਿਟੀ। ਇਹ ਪਤਾ ਲੱਗੇ ਨਾ ਕਿਸਾਨ ਨੂੰ, ਜਿੱਦਣ ਤੁਸੀਂ ਇਹ ਅਧਿਕਾਰ ਦਿਓਗੇ ਕਿ ਉਹ ਆਪਣੇ ਕੋਆਪਰੇਟਿਵ ਬਣਾ ਕੇ ਉਹਨੇ ਰਜਿਸਟ੍ਰੇਸ਼ਨ ਕਰ ਸਕਦਾ, ਉਹਨਾਂ ਦੀ ਮੈਨੇਜਮੈਂਟ ਕਰ ਸਕਦਾ, ਤੇ ਤੁਸੀਂ ਉਹਨੂੰ ਕਲੈਕਟਿਵ ਸਟਰੈਂਥ ਦਿਓਗੇ, ਇਕੱਠੇ ਹੋ ਕੇ ਸਾਰੇ ਕਿਸਾਨ ਉਸੇ ਦਿਨ ਪ੍ਰੋਡਿਊਸਰ ਤੋਂ ਇਹ ਤੈਅ ਕਰਨ ਲੱਗ ਜਾਣਗੇ ਵੀ ਅਸੀਂ ਕੀ ਕੀਮਤ ਲੈਣੀ ਹੈ ਇਕੱਠੇ ਹੋ ਕੇ ਉਸੇ ਦਿਨ। ਮੈਨੂੰ ਇੱਕ ਬੰਦਾ ਦੱਸ ਦਿਓ ਇਸ ਧਰਤੀ ਦੇ ਉੱਤੇ ਜਿਹੜਾ ਆਪਦੀ ਚੀਜ਼ ਦੀ ਪ੍ਰਾਈਸ ਆਪ ਨਾ ਤੈਅ ਕਰਦਾ ਹੋਵੇ। ਮੈਨੂੰ ਇੱਕ ਬੰਦਾ ਦੱਸ ਦਿਓ। ਤੁਸੀਂ ਜਾਓ ਦੁਕਾਨ ਦੇ ਉੱਤੇ, ਟੁੱਥਪੇਸਟ ਦੀ ਪ੍ਰਾਈਸ ਇੰਨੀ ਹੈ ਜੀ, ਇਹਦੇ ਤੇ ਇੰਨਾ ਟੈਕਸ ਹੈ, ਲੈਣੀ ਲਾਓ ਨਹੀਂ ਜਾਓ। ਤੇਲ ਤੇ ਇੰਨੀ ਹੈ, ਇੰਨਾ ਲੈਣਾ ਲਾਓ ਨਹੀਂ ਜਾਓ। ਗੱਡੀ ਵੇਚਣੀ ਹੈ, ਇੰਨੇ ਦਊਂ, ਇੰਨੇ ਲੈਣੇ ਆ, ਦੇਣੇ ਦੇ ਨਹੀਂ ਜਾ। ਸਵਾਈ ਕਿਸਾਨ ਦੇ, ਕਿਸਾਨ ਪਰਚੂਨ ਤੋਂ ਖਰੀਦਦਾ ਤੇ ਹੋਲਸੇਲ 'ਚ ਵੇਚਦਾ। ਹੀ ਇਜ਼ ਦੀ ਓਨਲੀ ਪਰਸਨ who buys in retail and sells in wholesale। क्यों? क्योंकि ਉਹਦੇ ਕੋਲ perishable commodity है, ਉਹ ਇੱਕ ਦਿਨ ਨਹੀਂ ਰੱਖ ਸਕਦਾ। ਉਹਨੂੰ ਕਿਹਾ ਜਾਂਦਾ ਦੇਣੀ ਹੈ ਦੇ, ਨਹੀਂ ਨਾ ਉਹ ਕਿੱਦਾਂ ਰੱਖ ਲੂ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਮਹਾਰਾਜ, ਇਹ ਸਾਰਿਆਂ ਨੂੰ ਇੱਕ ਇੱਕ ਬੰਦੇ ਨੂੰ ਸਮਝ ਆਊ। ਜਦੋਂ ਸੀਜ਼ਨ ਹੁੰਦਾ ਤੇ ਉਹ ਟਮਾਟਰ ਲੈ ਕੇ ਮਾਰਕੀਟ 'ਚ ਜਾਂਦਾ, ਉਹ ਟਮਾਟਰ 3 ਰੁਪਏ ਨੂੰ ਵਿਕਦਾ। ਉਹ ਕਹਿੰਦਾ ਯਾਰ 4 ਦੇ ਦੇ, 5 ਦੇ ਦੇ। ਉਹਨੂੰ ਪਤਾ ਹੈ ਵੀ ਅਗਲੇ ਦਿਨ ਗਲ ਜੂ ਟਮਾਟਰ, ਕੋਲਡ ਸਟੋਰੇਜ ਮੇਰੇ ਕੋਲ ਹੈ ਨਹੀਂ। ਉਹ ਟਮਾਟਰ ਉਹ ਤੋਂ 3 ਰੁਪਏ ਦਾ ਲਿੱਤਾ ਜਾਂਦਾ, ਉਸੇ ਦਿਨ ਪਰਚੂਨ ਤੇ 25 ਰੁਪਏ ਦਾ ਵਿਕਦਾ। ਤੇ ਜੇ ਮਹੀਨੇ ਇੱਕ ਬਾਅਦ ਜਾਂ ਡੇਢ ਬਾਅਦ ਜਾਂ 2 ਬਾਅਦ ਉਹਨੇ ਟਮਾਟਰ ਲੈਣਾ ਹੋਵੇ, ਉਹ ਪਰਚੂਨ ਦੀ ਦੁਕਾਨ ਤੋਂ 65 ਦਾ ਖਰੀਦਦਾ। ਆਂਦਾ ਹੀ 3 ਰੁਪਏ ਦਾ ਟਮਾਟਰ ਉਹ 65 ਦਾ ਖਰੀਦਦਾ। ਇਹਨੂੰ ਕੌਣ ਇਨਸਾਫ ਕਹੂ? ਪ੍ਰੋਫੈਸਰਾਂ ਦੀਆਂ ਪਾਲਿਟੀਆਂ ਫਿਕਸਡ ਵੇਜਸ ਨੇ, ਐਨੂਅਲ ਇਨਕਰੀਮੈਂਟ ਨੇ। ਔਰ ਬਦਕਿਸਮਤੀ ਨਾਲ ਸਾਡੀ ਪਛਾਣ, ਸਾਡੀ ਜਾਨ ਕਿਸਾਨ ਐਮਐਸਪੀ ਲਈ ਲੜ ਰਹੇ। ਮੈਂ ਮੰਗ ਕਰਦਾ, ਅਸੀਂ ਇਹ ਤਾਂ ਦੇਖ ਹੀ ਲਿਆ ਕਿ ਸਰਕਾਰਾਂ ਕਾਰਪੋਰੇਟਸ ਲਈ ਕੀ ਕਰਦੀਆਂ ਨੇ, 0.1% ਲੋਕਾਂ ਲਈ ਕੀ ਕਰਦੀਆਂ ਨੇ। 5-5 ਲੱਖ ਕਰੋੜ ਰੁਪਈਆ ਛੱਡਦੀਆਂ ਨੇ, ਰੈਵਨਿਊਜ਼ ਫੋਰਗੋਨ ਛੱਡਦੀਆਂ ਨੇ। 17 ਲੱਖ ਕਰੋੜ ਰੁਪਈਆ ਬੈਂਕਾਂ ਦਾ ਚੁਕਾਤਾ, ਐਨਪੀਏ ਸਾਂਠ ਗਾਂਠ ਨਾਲ, ਕਿਸੇ ਪ੍ਰਾਈਵੇਟ ਬੈਂਕ ਦਾ ਨਹੀਂ ਹੈ, ਸਾਰਾ ਸਰਕਾਰੀ ਬੈਂਕਾਂ ਦਾ ਚੁਕਾਤੇ ਸਾਰੇ। ਹਾਂਜੀ, ਇਹ ਜਾਣਦੇ ਹਾਂ ਅਸੀਂ ਵੀ ਉਹਨਾਂ ਲਈ ਕੀ ਕਰ ਰਹੇ। ਪਰ ਮੈਂ ਮੰਗ ਕਰਦਾ ਕਿ ਮਨਰੇਗਾ ਲਾਈਕ ਇਨਕਮ ਸਪੋਰਟ 2-2.5 ਏਕੜ ਵਾਲੇ ਕਿਸਾਨ ਦੇ ਖੇਤ ਦੇ ਵਿੱਚ, ਚਾਹੇ ਕਿਸਾਨ ਜਾਵੇ ਚਾਹੇ ਮਜ਼ਦੂਰ ਜਾਵੇ, ਉਹਨੂੰ ਮਨਰੇਗਾ ਲਾਈਕ ਵੇਜ ਸਪੋਰਟ ਮਿਲਣੀ ਚਾਹੀਦੀ ਹੈ। ਮੈਂ ਮੰਡੀ ਗਿਆ, ਸਬਜ਼ੀ ਮੰਡੀ, ਮੈਂ ਧਰਾ ਦੀ ਗੱਲ ਕਰਦਾ, ਮੰਡੀ ਗਿਆ। ਉੱਥੇ ਮੰਡੀ ਇੱਕ ਮਜ਼ਦੂਰ ਨਾਲ ਮੈਂ ਗੱਲ ਕੀਤੀ। ਮੈਂ ਕਿਹਾ ਭਾਈ ਤੇਰੀ ਕਿੰਨੀ ਦਿਹਾੜੀ ਹੈ? ਉਹ ਕਹਿੰਦਾ ਜੀ 250। ਮੈਂ ਕਦੋਂ ਤੋਂ ਹੈ? ਉਹ ਕਹਿੰਦਾ ਜੀ ਪਿਛਲੇ 1.5-2 ਸਾਲਾਂ ਤੋਂ 250 ਹੀ ਹੈ। ਮੈਂ ਵਧੀ ਹੈ 5 ਰੁਪਏ 10 ਰੁਪਏ? ਕਹਿੰਦਾ ਨਾ। ਮੈਂ ਦਾਲ ਕਿੰਨੇ ਦੀ ਹੋ ਗਈ? ਕਹਿੰਦਾ ਜੀ 6 ਮਹੀਨਿਆਂ 'ਚ 50 ਰੁਪਏ ਤੋਂ ਦਾਲ 120 ਹੋ ਗਈ ਤੇ 150 ਤੇ ਖੜੂਗੀ। ਕਹਿੰਦਾ ਜੀ ਟਮਾਟਰ ਬਹੁਤ ਵੱਧ ਗਏ। ਕਹਿੰਦਾ ਜੀ ਮਟਰ ਅੱਜ 110 ਨੂੰ ਮਿਲਦਾ ਹੁੰਦਾ ਸੀ ਪਹਿਲਾਂ 10 ਨੂੰ। ਮੈਂ ਕਿਹਾ ਤੇਰੀ ਤਨਖਾਹ ਜਾਂ ਤੇਰੀ ਦਿਹਾੜੀ 250 ਤੋਂ ਕਿਸੇ ਨੇ 260 ਵੀ ਕੀਤੀ ਹੈ? ਕਹਿੰਦਾ ਨਾ। ਮਤਲਬ ਜਦੋਂ ਕੀਮਤ ਵਧਾਈ ਤੁਸੀਂ ਦਾਲ ਦੀ ਦੁੱਗਣੀ, ਤੇ ਜਦੋਂ ਤੁਸੀਂ ਕੀਮਤ ਵਧਾਈ ਮਟਰ ਦੀ 10 ਗੁਣੀ ਤੇ ਹੋਰ ਚੀਜ਼ਾਂ ਦੀ, ਮਿੱਤਰਾਂ ਨਾਲ ਸ਼ੇਰ ਪਾਣੀ ਜਦੋਂ ਤੁਸੀਂ ਉਹ ਕੀਮਤਾਂ ਵਧਾਈਆਂ, ਕਿ ਤੁਸੀਂ ਉਸ ਇਨਫਲੇਸ਼ਨ ਦੇ ਨਾਲ, ਉਸ ਮਹਿੰਗਾਈ ਦੇ ਨਾਲ ਕਿਸੇ ਗਰੀਬ ਦੀ ਜਿਹੜੀ ਦਿਹਾੜੀ ਆ ਉਹਨੂੰ ਲਿੰਕ ਕੀਤਾ। ਇਟ ਸ਼ੁੱਡ ਬੀ ਲਿੰਕਡ ਟੂ ਇਨਫਲੇਸ਼ਨ। ਤੁਸੀਂ ਅਡਾਨੀ ਦੇ ਸਾਈਲੋ ਲਿੰਕ ਕੀਤਾ। ਲਾ ਦਿਆ ਮੇਰਾ ਕੋਈ, ਮੈਂ ਤਾਂ ਪਹਿਲਾਂ ਦਾ ਬੁਲਾਉਣਾ, ਆਓ ਬੈਠੋ। ਅਡਾਨੀ ਨੂੰ ਜਿਹੜੀ ਪੇਮੈਂਟ ਮਿਲੂਗੀ ਉਹ ਇਨਫਲੇਸ਼ਨ ਦੇ ਨਾਲ ਲਿੰਕ ਹੋਈ ਹੈ। ਉਹ ਇਨਫਲੇਸ਼ਨ ਦੇ ਹਿਸਾਬ ਦੇ ਨਾਲ ਮਿਲੂਗੀ। ਜਿੰਨੀ ਕੀਮਤ ਵਧੂ ਉਹਨੂੰ ਉਹਦੀ ਸਟੋਰੇਜ ਵੀ, ਬਾਕੀ ਵੀ ਪੈਸੇ ਮਿਲਣਗੇ। ਲੇਕਿਨ ਇੱਕ ਲੇਬਰਰ ਨੂੰ ਨਹੀਂ। ਮੈਂ ਕਿਉਂ ਕਹਿ ਰਿਹਾ? ਮੈਂ ਇੱਕ ਸੱਥ 'ਚ ਬੈਠਾ ਅਟਾਰੀ,
ਉੱਥੇ ਇੱਕ ਮੇਰਾ ਵੀਰ ਮੇਰਾ ਹੱਥ ਫੜ ਕੇ ਮੈਨੂੰ ਕਹਿੰਦਾ, ਸਿੱਧੂ ਸਾਹਿਬ ਮੈਂ ਮਟਰ ਲਾਉਣਾ। ਕਹਿੰਦਾ ਜੇ 2 ਰੁਪਏ ਮਟਰ ਦੀ ਲਵਾਈ ਹੈ ਤੇ ਲੇਬਰ ਵੀ ਮੈਨੂੰ 2 ਦੇਣੀ ਪੈਂਦੀ ਹੈ, ਮੈਨੂੰ ਬਚਦਾ ਹੀ ਕੁਛ। ਜਦੋਂ ਤੁਸੀਂ ਖੇਤ 'ਚ ਜਾਂਦੀ ਉਹਦੀ ਲੇਬਰ ਨੂੰ ਵੇਜ ਸਪੋਰਟ ਦਿਓਗੇ ਤਾਂ ਤੁਸੀਂ ਕਿਸਾਨ ਦਾ ਬੋਝਾ ਘੱਟ ਕਰ ਦਿਓਗੇ, ਖਤਮ ਕਰ ਦਿਓਗੇ। ਜਿਹੜੇ 2 ਰੁਪਏ ਉਹ ਦਿੰਦਾ ਲੇਬਰ ਨੂੰ, ਜਦੋਂ ਸਰਕਾਰ ਇਨਫਲੇਸ਼ਨ ਦੇ ਨਾਲ ਲਿੰਕ ਕਰਕੇ ਬਕਾਇਆ ਪੇ ਕਰੂਗੀ ਤੇ ਬੱਲੇ ਬੱਲੇ ਹੋ, ਨਾਲੇ ਗਰੀਬ ਦੀ ਨਾਲੇ ਕਿਸਾਨ ਦੀ, ਛੋਟੇ ਦੀ। ਚੁਣ ਲਓ ਇਕਨੋਮਿਕਲੀ, ਜਿਹੜੇ 2.5 ਏਕੜ ਵਾਲੇ ਨੇ, 4 ਏਕੜ ਵਾਲੇ ਨੇ, ਮੈਂ ਤਾਂ ਕਹਿੰਦਾ 5 ਏਕੜ ਵਾਲਿਆਂ ਨੂੰ ਦਿਓ। ਵੈਸੇ ਵੀ ਤੁਸੀਂ ਸਨਮਾਨ ਪਤਾ ਹੀ ਦੇ ਦਿਓ ਉਹਨੂੰ, ਕਿਉਂਕਿ ਉਹ ਖੇਤ 'ਚ ਮਿੱਟੀ ਨਾਲ ਮਿੱਟੀ ਹੋ ਰਿਹਾ। ਡਿਮਾਂਡ ਡਰਿਵਨ ਹੈ ਇਹ ਮਨਰੇਗਾ। ਹਾਂਜੀ, ਸੈਂਸੈਕਸ ਹੋਇਆ ਪਿਛਲਾ 2011 ਦਾ, ਇਹ 10 ਸਾਲ ਪਹਿਲਾਂ ਹੋਇਆ ਜਿਹੜਾ। ਹਾਂਜੀ, ਉਹ 'ਚ ਦਲਿਤ ਵੀਰ ਪੰਜਾਬ ਦੇ ਵਿੱਚ 32% ਸੀ। ਅੱਜ 10 ਸਾਲ ਬਾਅਦ ਲਾ ਲਓ 35% ਪੱਕੇ ਨੇ। 35-36% ਦਲਿਤ ਵੀਰਾਂ ਕੋਲ 2% ਜ਼ਮੀਨ ਹੈ, ਚਾਹੇ ਰਹਿਣ ਨੂੰ ਹੋਵੇ ਚਾਹੇ ਵਾਹਣ ਨੂੰ। 35% ਦਲਿਤ ਵੀਰਾਂ ਦੀ ਆਬਾਦੀ ਕੋਲ ਸਿਰਫ 2%। ਹਾਂਜੀ, ਉਹਨਾਂ ਦੀ ਬਾਹ ਫੜੋ ਨਾ, ਉਹ ਲੇਬਰ ਕਰਦੇ। ਦੇਖ ਲਓ ਜਾ ਕੇ, ਸਵੇਰੇ ਲੇਬਰ ਚੌਕ ਖੜ ਜਾਓ, ਉੱਥੇ ਨਹੀਂ ਖਾਣਾ ਜਿਹੜਾ ਕਿਸਾਨ ਦਾ। ਹੋਰ ਛੱਡੋ, ਅੰਮ੍ਰਿਤਸਰ ਦੀ ਸਬਜ਼ੀ ਮੰਡੀ ਸਭ ਤੋਂ ਵੱਡੀ ਹੈ, ਉੱਥੇ ਜਾ ਕੇ ਪਤਾ ਕਰ ਲਓ ਵੀ ਜੋ ਸਿੱਧੂ ਕਹਿੰਦਾ ਸਹੀ ਹੈ, 250 ਤੋਂ ਵਧੀ ਹੈ। ਇਹ 4 ਚੀਜ਼ਾਂ ਸਾਡੇ ਹੱਥ ਨੇ, ਕਿਸੇ ਸੈਂਟਰ ਵਾਲੇ ਵੱਲ ਨਹੀਂ ਦੇਖਣਾ। ਇਹਨਾਂ ਵੱਲ ਕਿਉਂ ਵੇਖਦੇ ਹਾਂ ਅਸੀਂ? ਕਿਉਂ ਅਸੀਂ ਆਪਦਾ ਨਾ ਮੁਕੱਦਰ ਇਹਨਾਂ ਦੇ ਹੱਥ ਦੇਈਏ? ਹਾਂਜੀ, ਇਹ ਆਜ਼ਾਦੀ ਸਾਨੂੰ ਸ਼ਹੀਦ ਆਜ਼ਮ ਭਗਤ ਸਿੰਘ ਨੇ ਦਿੱਤੀ। ਸਭ ਤੋਂ ਵੱਧ ਖੂਨ ਡੋਲਿਆ ਪੰਜਾਬੀਆਂ ਨੇ, ਸਭ ਤੋਂ ਵੱਧ ਬਲੀਦਾਨ ਨੇ, ਸਭ ਤੋਂ ਵੱਧ ਅਨਾਜ ਪ੍ਰੋਡਿਊਸ ਕੀਤਾ 2% ਨੇ। ਸਾਡੀ ਜਦੋਂ ਲੋੜ ਸੀ ਉਹ ਤਾਂ ਤਰਲੇ ਮਿੰਟਾਂ, ਹੁਣ ਯੂਜ਼ ਐਂਡ ਥਰੋ, ਮਤਲਬ ਨਿਕਲ ਗਿਆ ਹੈ ਕਿ ਪਹਿਚਾਨ ਤੇ ਨਹੀਂ। ਮੈਂ ਅਖੀਰ ਦੇ ਵਿੱਚ ਇਹ ਟਿਕਾ ਕੇ ਕਹਿਣਾ, ਨੰਬਰ 2 ਪੁਆਇੰਟ ਸੀ ਇਹਦਾ, ਕੈਪੈਸਿਟੀ ਟੂ ਬਾਰਗੇਨ। ਮੈਂ ਕਹਿ ਹੀ ਦਿੱਤਾ ਸੀ, ਹੋਲਡਿੰਗ ਕੈਪੈਸਿਟੀ। ਮੈਂ ਐਂਡ ਕਰਦਾ, ਆਪਣਾ ਪ੍ਰਣ ਕਰਦਾ, ਹਰ ਪੰਜਾਬੀ ਕਰੀ ਬੈਠਾ ਕਿ ਪ੍ਰਣ ਕਰਦੇ ਆ ਆਜ਼ਾਦੀ ਦੀ ਸ਼ਾਮ ਨਹੀਂ ਹੋਣ ਦਿਆਂ। ਭਗਤ ਸਿੰਘ, ਉਦਮ ਸਿੰਘ, ਸਰਾਭਾ ਸਾਹਿਬ ਵਰਗੇ ਵੀਰਾਂ ਦੀਆਂ ਸਮਾਧੀਆਂ ਨੂੰ ਬਦਨਾਮ ਨਹੀਂ ਹੋਣ ਦਿਆਂਗੇ। ਜਦ ਤੱਕ ਤਨ ਵਿੱਚ ਗਰਮ ਲਹੂ ਦੀ ਇੱਕ ਬੂੰਦ ਵੀ ਬਾਕੀ ਹੈ, ਪੰਜਾਬ ਦੀ ਸਰਜ਼ਮੀਨ ਨੂੰ ਨਿਲਾਮ ਨਹੀਂ ਹੋਣ ਦਿਆ। ਇਹ ਪ੍ਰਣ, ਮੈਂ ਖੜਾ, ਮੈਨੂੰ ਕੁਛ ਨਹੀਂ ਚਾਹੀਦਾ। ਇਹ ਮੈਂ ਮੰਗਾ ਰੱਖਣੀ, ਸ਼ੇਰਾਂ ਦੀ ਕੌਮ ਹੈ ਪੰਜਾਬੀ। ਸ਼ੇਰ ਜੋ ਕੰਮ ਕਰਦਾ ਨਾ, ਉਹ ਅਧੂਰਾ ਨਹੀਂ ਕਰਦਾ। ਬਾਂਸ ਦੇ ਪਿੰਜੜਿਆਂ 'ਚ ਨਾ ਸ਼ੇਰ ਨੂੰ ਤੁਸੀਂ ਕੈਦ ਨਹੀਂ ਕਰ ਸਕਦੇ। ਉਹ ਜੋ ਕੰਮ ਕਰਦਾ ਪੂਰੀ ਤਾਕਤ ਲਾ ਕੇ ਕਰਦਾ, ਅਧੂਰਾ ਨਹੀਂ ਕਰਦਾ, ਪੂਰਾ ਕਰਦਾ। ਇਸ ਕਰਕੇ ਸ਼ੇਰਾਂ ਵਾਂਗ ਨਿਰਣਾ ਲਈ ਔਰ ਇਸ ਕਾਲੇ ਕਾਨੂੰਨਾਂ ਦੀ ਕੈਦ ਦੇ ਵਿੱਚੋਂ ਆਜ਼ਾਦ ਹੋਈਏ। ਸਾਨੂੰ ਹੱਕ ਦਿੱਤੇ ਹੈ, ਜਮਹੂਰੀਅਤ ਦੇ ਹੱਕ, ਲੋਕਤੰਤਰਿਕ ਹੱਕ ਦਿੱਤੇ ਹੈ ਸਾਨੂੰ। ਪੰਜਾਬ ਦੇ ਲੋਕਾਂ ਨੇ ਆਸ ਦੇ ਨਾਲ ਦੇਖਦੇ ਆ, ਉਮੀਦ ਦੇ ਨਾਲ ਦੇਖਦੇ, ਵਿਸ਼ਵਾਸ ਦੇ ਨਾਲ ਦੇਖਦੇ। ਔਰ ਮੈਨੂੰ ਆਸ ਹੈ ਕਿ ਅਸੀਂ ਜਿਨ੍ਹਾਂ ਨੂੰ ਜਿਤਾਇਆ ਆਸਾਂ ਦੇ ਨਾਲ, ਉਹਨਾਂ ਦੀ ਪਿੱਠ ਨਹੀਂ ਲੱਗਣੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ। ਸੋ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਇਕੱਠੇ ਪੁਰਾਣੇ ਯਾਰ ਅੱਜ ਵਿਧਾਨ ਸਭਾ ਦੇ ਬਾਹਰ। ਖਿੜਕੀ ਖੋਲ ਲਓ, ਖਿੜਕੀ ਖੋਲ ਲਓ। ਪ੍ਰਗਟ ਸਿੰਘ ਅਸੀਂ ਕਿਹਾ ਥੋੜਾ ਸਿੰਘ ਸਿੱਧੂ ਸਪੋਰਟਸ ਵਾਲਾ ਮਸਲਾ ਚੱਕਿਆ ਸੀਗਾ, ਸਪੋਰਟਸ ਵਾਲੇ ਲੱਗਦਾ ਵੀ ਇਸ ਵਾਰੀ ਬਜਟ 'ਚ ਕੁਝ ਦੇ ਦੇਣਗੇ। ਉਹ ਮੈਂ ਤਾਂ ਬੜੀ ਹੈ, ਸਪੋਰਟਸ ਨੂੰ ਲੈ ਕੇ ਤੁਸੀਂ ਅੰਦਰ ਮੁੱਦਾ ਵੀ ਚੱਕਿਆ, ਕੀ ਮੁੱਦਾ ਸੀ ਉਹਦਾ, ਦੱਸ ਦਿਓ ਉਸ ਦੇ ਬਾਰੇ ਕੀ ਹੈ। ਉਹਨੇ ਮੁੱਦਾ ਤਾਂ ਯਾਰ ਮੇਰਾ ਠੀਕ ਹੀ ਹੁੰਦਾ। ਹੁਣ ਨਹੀਂ ਉਹ ਕੀ ਗੱਲ ਕਿਉਂਕਿ ਲੋਕ ਜਾਣਨਾ ਚਾਹੁੰਦੇ ਕਿ ਥੱਲੇ ਸਿਸਟਮ ਨੂੰ ਠੀਕ ਕਰਨ ਦੀ ਜ਼ਰੂਰਤ ਹੈ। ਕਈ ਵਾਰੀ ਇੱਥੇ ਫਲੋਰ ਤੇ ਕਈ ਕੁਝ ਕਹਿ ਦਿੰਦੇ ਆ, ਉਹ ਠੀਕ ਕਰਨ ਦੀ ਜ਼ਰੂਰਤ ਹੈ। ਖਿਡਾਰੀਆਂ ਲਈ ਤੁਸੀਂ ਮੰਗ ਰੱਖੀ, ਕੀ ਮੰਗਿਆ ਤੁਸੀਂ ਦੱਸ ਦਿਓ। ਨੂੰ ਤਾਂ ਯਾਰ ਜੋ ਅਸੀਂ ਕਰ ਸਕਦੇ ਆ ਉਹ ਤੋਂ ਵੱਧ ਕਰਨਾ ਚਾਹੀਦਾ। ਬਿਲਕੁਲ ਤੁਸੀਂ ਦੇਖੋ ਕਿ ਆਖਿਰਕਾਰ ਇੰਨੀ ਜਾਣਕਾਰੀ ਦੇ ਇੱਕ ਗੱਡੀ ਦੇ ਵਿੱਚ ਅੱਜ ਜਾ ਰਹੇ ਨੇ, ਲੱਗਣਗੇ ਚੌਕੇ ਛੱਕੇ ਇਸ ਸੈਸ਼ਨ ਦੇ ਵਿੱਚ। ਯਾਰ ਹਮੇਸ਼ਾ ਹੀ ਅਸੀਂ ਤਾਂ ਠੀਕ ਹੀ ਖੇਡਦੇ ਆ। ਵੈਸੇ 2 ਜਿਸਮ ਇੱਕ ਜਾਨ ਆ, 2 ਜਿਸਮ ਇੱਕ ਜਾਨ। ਸੋ ਸਿੱਧੂ ਸਾਹਿਬ ਇਸ਼ਾਰਾ ਕਰ ਰਹੇ
ਕਈ ਸਾਰੇ ਸਲਾਹਾਂ ਦਿੱਤੀਆਂ ਨਵਜੋਤ ਸਿੰਘ ਸਿੱਧੂ ਜੀ ਨੇ, ਤੁਸੀਂ ਸਹਿਮਤ ਹੋ? ਲੱਗਦਾ ਕਿ ਉਹ ਸਲਾਹਾਂ ਬਿਲਕੁਲ ਠੀਕ ਹੈ। ਦੇਖੋ ਜੇ ਸੂਬੇ ਨੂੰ ਉਭਾਰਨਾ ਤਾਂ ਸਾਨੂੰ ਆਊਟ ਆਫ ਬਾਕਸ ਤਾਂ ਸੋਚਣਾ ਹੀ ਪਊਗਾ। ਕਿਸਾਨੀ ਮੁੱਦੇ ਦੇ ਉੱਤੇ ਹੋਰ ਵਿਧਾਇਕਾਂ ਨੇ ਕੀ ਕੁਝ ਕਿਹਾ, ਸੁਣਦੇ ਹਾਂ। ਜੋ ਮਜੀਠੀਆ ਸਾਹਿਬ ਕਹਿ ਕੇ ਗਏ ਆ ਉਹ ਤੁਸੀਂ ਵੀ ਸਾਰਿਆਂ ਨੇ ਸੁਣਿਆ, ਠੀਕ ਹੈ। ਇਹ ਅੱਜ ਗੱਲ ਕਰਦੇ ਨੇ ਪੈਟਰੋਲ ਡੀਜ਼ਲ ਦੀ। ਆ ਜਿਹੜਾ ਕਿਸਾਨੀ ਦੇ ਕਾਲੇ ਕਾਨੂੰਨ ਆਏ ਨੇ 5 ਜੂਨ ਤੋਂ ਲੈ ਕੇ, ਮੇਰਾ ਖਿਆਲ ਇਫ ਆਮ ਨਾਟ ਰੋਂਗ, ਸ਼ਾਇਦ ਜਿੱਦਣ ਸਰਦਾਰ ਬਾਦਲ, ਵੱਡੇ ਬਾਦਲ ਸਾਹਿਬ ਨੇ ਆ ਕੇ ਇਹਨਾਂ ਕਾਲੇ ਕਾਨੂੰਨਾਂ ਦੀ ਪ੍ਰੋੜਤਾ ਕੀਤੀ ਹੈ, ਐਡੇ ਸੋਲੇ ਗਾਏ ਕਿ ਇਹ ਕਾਲੇ ਕਾਨੂੰਨ ਜਿਹੜੇ ਬਣੇ ਨੇ, ਕ੍ਰਿਸ਼ੀ ਕਾਨੂੰਨ, ਇਹ ਬਹੁਤ ਵਧੀਆ ਨੇ। ਇਹਦੇ ਨਾਲ ਸਾਡੀ ਮੇਰੀ ਪਹਿਲਾਂ ਗੱਲ ਤਾਂ ਸੁਣ ਲਓ, ਗੱਲ ਤਾਂ ਸੁਣ ਲਓ। ਮੈਂ ਗੱਲ ਕੀਤੀ ਨਹੀਂ, ਗੱਲ ਤਾਂ ਸੁਣ ਲਓ ਨਾ, ਮੈਂ ਉੱਥੇ ਹੀ ਆਉਣਾ। ਐਡੇ ਕਿ ਇਹਨਾਂ ਨੇ ਸੋਲੇ ਗਾਏ, ਅੱਜ ਇਹਨਾਂ ਦਾ ਪੰਜਾਬ ਦੇ ਲੋਕਾਂ ਨੇ ਗਰਾਊਂਡ ਦੇ ਉੱਤੇ ਬਿਲਕੁਲ ਹੀ ਇਹਨਾਂ ਦਾ ਬਾਈਕਾਟ ਕੀਤਾ। ਜੋ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਹੈ, ਜਿੱਥੋਂ ਤੱਕ ਕੀਮਤਾਂ ਦਾ ਸਵਾਲ ਹੈ, ਉਹ ਇਹਨਾਂ ਨੂੰ ਵੀ ਪਤਾ, ਸਾਨੂੰ ਵੀ ਪਤਾ ਹੈ। ਮੋਦੀ ਸਾਹਿਬ ਨੇ, ਬੀਜੇਪੀ ਸਰਕਾਰ ਨੇ ਇਹ ਜਿਹੜੇ ਹੁਣ ਪੈਟਰੋਲ ਡੀਜ਼ਲ ਦੇ, ਤੁਸੀਂ ਦੇਖੋ ਤਾਂ ਸਹੀ ਨਾ, ਮੇਰਾ ਖਿਆਲ ਸ਼ਾਇਦ ਜੋ ਆਪਣੇ ਇੰਟਰਨੈਸ਼ਨਲ ਪ੍ਰਾਈਸਿਸ ਹੈ ਉਹਦੇ ਮੁਤਾਬਕ ਤਾਂ ਡੀਜ਼ਲ ਤੇ ਪੈਟਰੋਲ ਦੀ ਕੀਮਤ ਸਾਰੀ 45-55 ਰੁਪਏ ਚਾਹੀਦੀ ਹੈ। 100 ਰੁਪਇਆ ਹੋ ਗਿਆ। ਇਹ ਤਾਂ ਅਸੀਂ ਡੇ 1 ਤੋਂ ਪ੍ਰੋਟੈਸਟ ਕਰ ਰਹੀ ਹੈ ਕਾਂਗਰਸ। ਕੈਪਟਨ ਅਮਰਿੰਦਰ ਸਿੰਘ ਨੇ ਵੀ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਦੇ ਖਿਲਾਫ ਆਵਾਜ਼ ਉਠਾਈ ਹੈ। ਸਾਡੇ ਦੇਖੋ ਬਿਲਕੁਲ ਟੈਕਸ ਲੈ ਰਹੇ ਆ, ਉਹਦੇ ਨਾਲ ਆਮਦਨ ਵੀ ਹੁੰਦੀ ਹੈ। ਕੈਪਟਨ ਅਮਰਿੰਦਰ ਸਿੰਘ ਨਾਲ ਵਿਧਾਨ ਸਭਾ ਦੇ ਵਿੱਚ ਗੱਲ ਕਰਾਂਗੇ ਕਿ ਇਹਦਾ ਕੀ ਹੱਲ ਹੋ ਸਕਦਾ। ਘੱਟ ਕਰਨ ਦੀ ਗੱਲ ਕਰੋਗੇ? ਬਿਲਕੁਲ ਕਰਾਂਗੇ। ਜਿੰਨਾ ਕੁ ਗਵਰਨਮੈਂਟ ਲੋਕਾਂ ਨੂੰ ਰਿਲੀਫ ਦੇ ਸਕਦੀ ਹੈ। ਤੁਹਾਨੂੰ ਯਾਦ ਹੋਣਾ, ਮੈਂ ਤੁਹਾਡੇ ਧਿਆਨ ਚ ਲਿਆ ਦਿਆਂ, ਕੈਪਟਨ ਅਮਰਿੰਦਰ ਸਿੰਘ ਨੇ 5 ਰੁਪਏ, ਜਦੋਂ 4 ਮਹੀਨੇ ਪਹਿਲਾਂ ਪ੍ਰਾਈਸਿਸ ਵਧੀਆ ਸੀ, ਕੈਪਟਨ ਅਮਰਿੰਦਰ ਸਿੰਘ ਨੇ ਡੀਜ਼ਲ ਪੈਟਰੋਲ ਤੇ 5 ਰੁਪਏ ਘਟਾਏ ਸੀਗੇ। ਬਹੁਤ ਵੱਡੀ ਗੱਲ ਕੀਤੀ ਸੀ। ਹੁਣ ਵੀ ਘਟਵਾ ਦਿਓ, ਕਰੋ ਚਲੋ ਦੇਖੋ, ਇਹ ਤਾਂ ਬਿਲਕੁਲ ਕਰਾਂਗੇ ਗੱਲ। ਇਹ ਤਾਂ ਆਨਰੇਬਲ ਕੈਪਟਨ ਅਮਰਿੰਦਰ ਸਿੰਘ ਪੁੱਛਣਾ ਹੈ, ਤੁਸੀਂ ਬੋਲੋ। ਮੈਂ ਕਹਿੰਦਾ ਜੀ ਜ਼ਰੂਰ ਪੁੱਛੋ, ਇਹਦੇ ਵਿੱਚ ਕੋਈ, ਇਹ ਤਾਂ ਸਾਡੇ ਪੰਜਾਬ ਦੇ ਲੋਕਾਂ ਦਾ, ਸਾਰਿਆਂ ਦਾ ਭਲਾ। ਤੁਹਾਡੇ ਹਲਕੇ ਦੇ ਲੋਕ ਵੀ ਤਾਂ ਪੁੱਛਦੇ ਹੋਣਗੇ। ਨਹੀਂ, ਇਕੱਲੇ ਹਲਕੇ ਦੇ ਲੋਕ ਨਹੀਂ, ਸਾਰੇ ਪੰਜਾਬ ਦੇ ਲੋਕ ਪੁੱਛਦੇ ਆ। ਕਰਨਾ ਚਾਹੀਦਾ। ਫਿਰ ਦੱਸਦੇ ਕਿ ਉਹਨਾਂ ਨੂੰ ਤੁਸੀਂ ਵੀ ਕਦੋਂ ਘਟਾਓਗੇ? ਨਹੀਂ, ਮੈਂ ਤਾਂ ਤੁਹਾਨੂੰ ਦੱਸਿਆ, ਦੇਖੋ ਇਹ ਮੇਰੀ ਅਥਾਰਟੀ ਨਹੀਂ ਆ। ਮਾਨਯੋਗ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਅੰਦਰ ਜਾ ਕੇ ਗੱਲ ਕਰਾਂਗੇ, 100% ਗੱਲ ਕਰਾਂਗੇ। ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਚੌਥਾ ਦਿਨ, ਸਵੇਰ ਦੀ ਜਿਹੜੀ ਸ਼ੁਰੂਆਤ ਹੋਈ ਹੰਗਾਮੇ ਭਰਪੂਰ ਦੇ ਨਾਲ ਹੋਈ। ਐਮਐਲਏ ਹੋਸਟਲ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਗੱਡਿਆਂ ਦੇ ਉੱਤੇ ਚੜ ਗਏ, ਖਾਸ ਤੌਰ ਤੇ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ। ਅਕਾਲੀ ਵਿਧਾਇਕਾਂ ਦਾ ਕਹਿਣਾ ਹੈ ਕਿ ਜਿਹੜੀ ਤੇਲ ਦੀਆਂ ਕੀਮਤਾਂ ਵਧੀਆਂ ਨੇ, ਉਹਦੇ ਲਈ ਜਿੱਥੇ ਸੱਤਾਧਾਰੀ ਕੈਪਟਨ ਸਰਕਾਰ ਜ਼ਿੰਮੇਵਾਰ ਹੈ, ਉੱਥੇ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਹੈ। ਗੈਸ ਦੀਆਂ ਕੀਮਤਾਂ ਵੀ ਵਧੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਚਿਰ ਪ੍ਰਦਰਸ਼ਨ ਕਰਦੇ ਰਹਾਂਗੇ ਜਿੰਨਾ ਚਿਰ ਇਹ ਤੇਲ ਦੀਆਂ ਕੀਮਤਾਂ ਘੱਟ ਨਹੀਂ ਕਰਦੀ ਸਰਕਾਰ। ਸੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਗੱਡਿਆਂ ਦੇ ਉੱਤੇ ਚੜੇ ਹੋਏ ਨੇ। ਤੇਲ ਤੇ ਗੈਸ ਦੀਆਂ ਕੀਮਤਾਂ ਦੇ ਵਿਰੁੱਧ ਆਪਣੇ ਅੰਦਾਜ਼ ਦੇ ਵਿੱਚ ਮੁਜ਼ਾਹਰਾ ਕਰ ਰਹੇ ਨੇ। ਅੱਗੇ ਬੈਲ ਨਜ਼ਰ ਆ ਰਹੇ ਨੇ, ਤੁਹਾਨੂੰ ਸਜਾਏ ਹੋਏ ਨੇ, ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੁਸੀਂ ਦੇਖ ਰਹੇ ਹੋ। पंजाब कांग्रेस बैठ ले रही है डीजल पे, इसको कम करो। सुना कि विक्रम सिंह मजीठिया, प्रेम सिंह चंदूमाजरा, मनप्रीत सिंह इयाली ਗੱਡੇ ਦੇ ਉੱਤੇ ਨਜ਼ਰ ਆ ਰਹੇ ਨੇ। ਤੇਲ ਤੇ ਗੈਸ ਦੀਆਂ ਜਿਹੜੀ ਕੀਮਤਾਂ ਵਧੀਆਂ ਨੇ, ਉਹਨਾਂ ਦੇ ਵਿਰੁੱਧ ਮੁਜ਼ਾਹਰਾ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ। ਗੱਡੇ ਦੇ ਉੱਤੇ ਵਿਧਾਨ ਸਭਾ ਵੱਲ ਕੂਚ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇਲ ਤੇ ਗੈਸ ਦੀਆਂ ਕੀਮਤਾਂ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਤੁਸੀਂ ਦੇਖ ਸਕਦੇ ਹੋ, ਇੱਕ ਪਾਸੇ ਕਾਲੇ ਰੰਗ ਦਾ ਬੈਲ ਤੇ ਦੂਜੇ ਪਾਸੇ ਥੋੜੇ ਚਿੱਟੇ ਭੂਰੇ ਰੰਗ ਦਾ ਬਲਦ ਨਜ਼ਰ ਆ ਰਿਹਾ ਹੈ। ਇੱਕ ਵੱਖਰੇ ਅੰਦਾਜ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰੋਸ ਮੁਜ਼ਾਹਰੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਅੱਗੇ ਹੋ ਜਾਓ ਭਾਜੀ, ਮੋਟਰਸਾਈਕਲ ਵਾਲੇ ਅੱਗੇ ਕਰੋ। ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਤੇਲ ਦੀਆਂ ਵਧੀਆਂ ਕੀਮਤਾਂ ਦੇ ਕਰਕੇ ਲੋਕ ਬਹੁਤ ਜ਼ਿਆਦਾ ਨਿਰਾਸ਼ ਨੇ। ਤੁਸੀਂ ਦੇਖ ਸਕਦੇ ਹੋ ਕਿ ਗੱਡੇ ਦੇ ਅੱਗੇ ਕੈਪਟਨ ਸਿਆਸਤਦਾਨਾਂ ਦੀਆਂ ਤਸਵੀਰਾਂ ਵੀ ਲਾਈਆਂ ਨੇ, ਜਿਨ੍ਹਾਂ ਨੂੰ ਗੈਸ ਕੀਮਤਾਂ, ਤੇਲ ਕੀਮਤਾਂ ਦੇ ਵਾਧੇ ਲਈ ਜ਼ਿੰਮੇਵਾਰ ਠਹਿਰਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ। ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਤੇਲ ਦੀਆਂ ਤੇ ਗੈਸ ਦੀਆਂ ਕੀਮਤਾਂ ਜਿਹੜੀਆਂ ਹੈਗੀਆਂ ਨੇ ਉਹ ਵਧੀਆਂ ਜਾ ਰਹੀਆਂ ਨੇ। ਲੋਕਾਂ ਦੇ ਉੱਤੇ ਵਾਧੂ ਜਿਹੜਾ ਬੋਝ ਹੈਗਾ ਉਹ ਪੈ ਰਿਹਾ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਚੰਡੀਗੜ੍ਹ ਪੁਲਿਸ ਵੱਲੋਂ ਗੱਡਾ ਰੋਕ ਲਿੱਤਾ ਗਿਆ, ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਦਾ ਕਹਿਣਾ ਹੈ ਕਿ ਹੁਣ ਗੱਡਿਆਂ ਨੂੰ ਇਜਾਜ਼ਤ ਦੇ ਦੇਣੀ ਚਾਹੀਦੀ ਹੈ। ਜਿਸ ਤਰੀਕੇ ਨਾਲ ਤੇਲ ਦੀਆਂ ਕੀਮਤਾਂ ਵਧੀਆਂ ਨੇ, ਗੈਸ ਦੀਆਂ ਕੀਮਤਾਂ ਵਧੀਆਂ ਨੇ। यार यदि परमिशन नहीं है, यार परमिशन नहीं है। आप जाओ, आप
परमिशन कोई नाम लिखो, गड्ढा लिख के परमिशन लेकर विधानसभा से परमिशन लेके आ जाओ हमारे पास। नंबर भी बैलगाड़ी लिख के, बैलगाड़ी लिख के ले लो जी, बैलगाड़ी लिख के परमिशन दे, मना कर रहे हैं। ਸੋ ਉਹਨਾਂ ਦਾ ਕਹਿਣਾ ਹੈ ਕਿ ਇਹ ਜੱਟ ਦਾ ਗੱਡਾ ਹੈ, ਇਹਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ ਪੈਂਦੀ। ਸੋ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਖੜੇ ਹੋਏ ਨੇ, ਵਿਧਾਨ ਸਭਾ ਦੇ ਅੰਦਰ ਗੱਡਾ ਲੈ ਕੇ ਜਾਣਾ ਹੈ, ਤੇਲ ਕੀਮਤਾਂ ਦੇ ਵਿਰੁੱਧ ਜਿਹੜਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਪਰ ਦੇਖਣਾ ਇਹ ਵੀ ਦਿਲਚਸਪ ਹੋਏਗਾ ਕਿ ਚੰਡੀਗੜ੍ਹ ਪੁਲਿਸ ਰੋਕ ਪਾਉਂਦੀ ਹੈ ਜਾਂ ਇਹ ਬੈਰੀਕੇਡ ਤੋੜ ਕੇ ਅੱਗੇ ਲੰਘਣਗੇ। ਇਸ ਵੇਲੇ ਵਿਧਾਨ ਸਭਾ ਦੇ ਬਾਹਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਜਿਹੜੀਆਂ ਹੈਗੀਆਂ ਨੇ ਦਿਖਾ ਰਹੇ ਹਾਂ। ਐਮਐਲਏ ਦਾ ਸਟicker ਦਿੰਦੇ ਹੋਏ ਵਿਕਰਮ ਸਿੰਘ ਮਜੀਠੀਆ, ਬਲਦ ਦੇ ਉੱਪਰ ਵਿਕਰਮ ਸਿੰਘ ਮਜੀਠੀਆ ਨੇ ਸਟicker ਦਿੱਤਾ ਹੈ। ਸੋ ਐਮਐਲਏ ਦਾ ਸਟicker ਪਹਿਲੀ ਵਾਰ ਤੁਸੀਂ ਦੇਖ ਰਹੇ ਹੋ ਕਿ ਕਿਸੇ ਗੱਡੇ ਦੇ ਉੱਤੇ ਲੱਗਿਆ ਹੋਇਆ। ਸੈਲੋ ਟੇਪ ਵੀ ਆ ਗਈ ਹੈ ਸਟicker ਲਾਉਣ ਦੇ ਲਈ। ਵਿਕਰਮ ਸਿੰਘ ਮਜੀਠੀਆ ਨੇ ਸਟicker ਦਿੱਤਾ ਹੈ ਐਮਐਲਏ ਦਾ। ਗੱਡੇ ਦੇ ਉੱਤੇ ਐਮਐਲਏ ਦਾ ਸਟicker। ਪੰਜਾਬ ਵਿਧਾਨ ਸਭਾ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਪੁਲਿਸ ਕਹਿੰਦੀ ਕਿ ਗੱਡਾ ਅਸੀਂ ਅੰਦਰ ਨਹੀਂ ਜਾਣ ਦੇਣਾ, ਪ੍ਰਵਾਨਗੀ ਲੈਣੀ ਪੈਂਦੀ ਹੈ। ਉਹ ਕਹਿੰਦੇ ਕਿ ਅਸੀਂ ਐਮਐਲਏ ਦਾ ਸਟicker ਲਗਾ ਦਿੱਤਾ ਹੈ ਤੇ ਹੁਣ ਇਹ ਐਮਐਲਏ ਦਾ ਗੱਡਾ ਹੈਗਾ। ਹੁਣ ਦੱਸੋ ਤੁਸੀਂ ਅੰਦਰ ਜਾਣ ਦਿਓਗੇ ਕਿ ਨਹੀਂ ਜਾਣ ਦਿਓਗੇ? ਸੋ ਵਿਧਾਨ ਸਭਾ ਦੇ ਵਿੱਚ ਅਜਿਹੀਆਂ ਪ੍ਰੋਟੈਸਟ ਦੀਆਂ ਜਿਹੜੀ ਤਸਵੀਰਾਂ ਹੈਗੀਆਂ ਨੇ, ਹੈਰਾਨ ਤੇ ਪਰੇਸ਼ਾਨ ਕਰਨ ਵਾਲੀਆਂ ਜ਼ਰੂਰ ਹੈਗੀਆਂ ਨੇ। बकायदा स्टिकर जो एमएलए इसके स्टिकर होते हैं एंट्री के, वो चिपकाए जा रहे हैं। देख सकते हैं सर, किवें देखते हो इस कार्रवाई ਨੂੰ ਜਿਵੇਂ ਸਟicker ਲਾਇਆ ਗਿਆ ਐਮਐਲਏ ਦਾ? ਸੋ ਇਹ ਪੰਜਾਬ ਵਿਧਾਨ ਸਭਾ ਦੇ ਬਾਹਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। गाड़ी के ਅੱਜ ਤੇ ਵਿਰੋਧ ਕਰ ਵਿਕਰਮ ਸਿੰਘ ਮਜੀਠੀਆ ਗੱਡੇ ਤੋਂ ਹੇਠਾਂ ਆਉਂਦੇ ਹੋਏ ਮਜੀਠੀਆ ਸਾਹਿਬ, ਤੇਲ ਦੀਆਂ ਕੀਮਤਾਂ ਦੇ ਵਿਰੁੱਧ ਇੱਕ ਵੱਖਰੇ ਅੰਦਾਜ਼ ਵਿੱਚ ਮੁਜ਼ਾਹਰਾ ਕੀਤਾ ਜਾ ਰਿਹਾ, ਕੀ ਕਹੋਗੇ? ਤੁਸੀਂ ਅੱਜ ਐਮਐਲਏ ਦਾ ਪਾਸ ਲੱਗਿਆ, ਤੁਸੀਂ ਅੱਜ ਐਮਐਲਏ ਨੂੰ ਅੰਦਰ ਜਾਣ ਤੋਂ ਰੋਕਿਆ, ਤੁਸੀਂ ਲੋਕਤੰਤਰ ਦਾ ਘਾਣ ਕਰ ਰਹੇ ਹੋ। ਫਿਰ ਸਾਡੀ ਗੱਡੀ ਜਾਣ ਦਿਓ, ਸਾਡੀ ਗੱਡੀ ਚੱਲੂਗੀ ਅੰਦਰ। ਇਹ ਗੱਡੀ ਕਿਉਂ ਰੋਕੀ? ਇਹ ਲਿਖਿਆ ਕਿੱਥੇ ਦਿਖਾਓ ਪਰਮਿਸ਼ਨ, ਕਿਤੇ ਕਾਨੂੰਨ ਆ ਪਰਮਿਸ਼ਨ ਲੱਗੀ ਨਹੀਂ। ਤੁਸੀਂ ਲਿਖੋ, ਦੱਸੋ। ਇੱਕ ਮੇਰੀ ਬੇਨਤੀ ਸੁਣਿਓ, ਦੇਖੋ ਸ਼ੇਰ ਸਿੰਘ ਜੀ ਤੁਸੀਂ ਵੀ ਕਿਸਾਨ ਦੇ ਪੁੱਤ ਹੋ। ਇਹ ਕਿਸਾਨ ਦੀ ਗੱਡੀ ਆ, ਗਰੀਬ ਬੰਦੇ ਦੀ ਗੱਡੀ ਆ, ਜਿਹੜਾ ਤੇਲ ਦੀ ਕੀਮਤਾਂ ਨਹੀਂ ਦੇ ਸਕਦਾ, ਜਿਹੜੇ ਵੈਟ ਨਹੀਂ ਭਰ ਸਕਦਾ ਜ਼ਿਆਦਾ, ਉਹ ਇਸੇ ਦੀ ਸਵਾਰੀ ਕਰਦਾ। ਅੱਜ ਤੁਸੀਂ ਇਹਨੂੰ ਰੋਕਿਆ, ਤੁਸੀਂ ਕਿਸਾਨ ਵਿਰੋਧੀ ਚਿਹਰਾ, ਗਰੀਬ ਵਿਰੋਧੀ ਚਿਹਰਾ ਆਪਦਾ ਨੰਗਾ ਕੀਤਾ। ਚਾਹੀਦਾ ਨਹੀਂ। ਇਹ ਤਾਂ ਬੇਜ਼ਬਾਨੇ ਨੇ, ਇਹ ਬੇਜ਼ਬਾਨੇ ਨੇ। ਇਹਨੇ ਕੈਪਟਨ ਨੂੰ ਵੱਢ ਦੇਣਾ, ਇਹਨੇ ਕੈਪਟਨ ਨੂੰ ਕੁਝ ਕਹਿ ਦੇਣਾ ਅੰਦਰ ਜਾ ਕੇ। ਨਹੀਂ, ਇਹਨੇ ਕਿਸੇ ਕਾਂਗਰਸੀ ਨੂੰ ਦੰਦੀ ਵੱਢ ਦੇਣੀ ਹੈ। ਐਵੇਂ ਕਰਦੇ ਤੁਸੀਂ, ਸਿਆਣੇ ਬਣੋ। ਸਟicker ਦੱਸੋ, ਸਟicker ਲਾਇਆ ਕੋ ਐਮਐਲਏ? ਇਹਨਾਂ ਨੇ ਕਿਹਾ ਜੀ ਪਾਸ ਚਾਹੀਦਾ, ਪਾਸ ਵੀ ਲਾਤਾ। ਦੱਸੋ ਇਹਨਾਂ ਨੂੰ। ਇਹ ਦੇਖੋ, ਇਹਨਾਂ ਨੂੰ ਇਹ ਕਿਹਾ ਕਿ ਗਰੀਬ ਦੀ ਗੱਲ, ਕਿਸਾਨ ਦੀ ਗੱਲ ਵਿਧਾਨ ਸਭਾ ਦੇ ਅੰਦਰ ਨਾ ਹੋਵੇ। ਅਸਲ ਗੱਲ ਇਹ ਪਾਸ ਦੇਖੋ, ਵਿਧਾਨ ਸਭਾ ਦੇ ਕਿਸੇ ਰੂਲ ਬੁੱਕ 'ਚ ਨਹੀਂ ਲਿਖਿਆ ਕਿ ਤੁਸੀਂ ਸਵਾਰੀ ਕਿਹੜੀ ਚਾਹੋ। ਗਰੀਬ ਬੰਦੇ ਨੇ ਗੱਡੇ ਤੇ ਆਉਣਾ, ਸਾਈਕਲ ਤੇ ਆਉਣਾ, ਪੈਦਲ ਚੱਲ ਕੇ ਆਉਣਾ। ਮਤਲਬ ਕਿ ਇਹ ਜਿਹੜੀ ਸਰਕਾਰ ਅੰਦਰ ਬੈਠੀ ਹੈ ਕੈਪਟਨ ਦੀ, ਇਹ ਗਰੀਬ ਦੇ ਤੇ ਕਿਸਾਨ ਦੇ ਉਲਟ ਹੈ। ਕਿਉਂਕਿ ਸਭ ਤੋਂ ਪਹਿਲਾਂ ਕਿਸਾਨ ਦੀ ਪਛਾਣ ਇਹ ਗੱਡਾ ਜਿਹਨੂੰ ਅੱਜ ਰੋਕਿਆ ਗਿਆ। ਇਸ ਲਈ ਇਹਦਾ ਅਸਲੀ ਚਿਹਰਾ ਨੰਗਾ ਕਰਨਾ ਸੀ ਕਿ ਇਹ ਸਰਕਾਰ ਕਿਸਾਨ ਵਿਰੋਧੀ ਆ, ਗਰੀਬ ਵਿਰੋਧੀ ਆ, ਮਿਡਲ ਕਲਾਸ ਵਿਰੋਧੀ ਆ। ਸਭ ਤੋਂ ਵੱਧ ਵੈਟ ਵਸੂਲਦੇ ਆ, ਸਭ ਤੋਂ ਵੱਧ ਵੈਟ ਪੰਜਾਬ 'ਚ। ਇਹ ਕਿਉਂ ਨਹੀਂ ਘਟਾਉਂਦੇ? ਦਿੱਲੀ ਨੂੰ ਕਹਿੰਦੇ ਘਟਾਵੇ ਦਿੱਲੀ, ਪਹਿਲਾਂ ਆਪਣਾ ਕੰਮ ਤਾਂ ਕਰੋ। ਤੁਹਾਡੀ ਸਰਕਾਰ ਚੱਲ ਰਹੀ ਹੈ ਪੰਜਾਬ 'ਚ, ਲੋਕਾਂ ਨੂੰ ਮੂਰਖ ਨਹੀਂ ਬਣਾਉਣ ਦੇਵਾਂਗੇ। ਅਸਲੀਅਤ ਸਾਹਮਣੇ ਲਿਆਉਣੀ ਆਪੋਜੀਸ਼ਨ ਦਾ ਫਰਜ਼ ਹੈ। ਅਸੀਂ ਆਪਦੇ ਫਰਜ਼ ਦੀ ਅਦਾਇਗੀ ਕਰਦੇ ਰਵਾਂ। ਹੁਣ ਜਿਹੜੀ ਸਰਕਾਰ, ਜਿਹੜੀ ਗੱਡੀ ਜਾਂ ਜਿਹੜਾ ਮੋਟਰਸਾਈਕਲ ਜਿਹਦੀ ਮਾਰ ਸਾਰੀ ਪੰਜਾਬ ਝੇਲਦਾ ਹੈ, ਇਹਨਾਂ ਦੇ ਮਹਿੰਗੇ ਵੈਟ ਕਰਕੇ ਹੁਣ ਉੱਤੇ ਚੜਾਂਗੇ। ਤੇ ਇਹ ਵੀ ਚਾਹੁੰਦੇ, ਦੇਖੋ ਸਰਕਾਰ ਬੜੀ ਸ਼ਰਾਰਤੀ ਆ, ਇਹ ਚਾਹੁੰਦੇ ਕਿ ਲੋਕ ਡੀਜ਼ਲ ਤੇ ਪੈਟਰੋਲ ਦੀ ਗੱਡੀਆਂ ਤੇ ਆਉਣ, ਡੀਜ਼ਲ ਪੈਟਰੋਲ ਦੀ ਖਪਤ ਵਧੇ, ਖਪਤ ਵਧੂ ਤੇ ਇਹਨਾਂ ਦਾ ਵੈਟ ਵਧੂ, ਭਾਵੇਂ ਲੋਕਾਂ ਦਾ ਕਚੁੰਬੜ ਨਿਕਲ ਜਾ। ਵਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਅਸੀਂ ਅੱਗੇ ਹੁਣ ਬੈਲ ਗੱਡੀ ਦੇ
ਐਮਐਲਏ ਦਾ ਸਟicker ਵੀ ਲਾਤਾ, ਪਾਸ ਵੀ ਲਾ ਦਿੱਤਾ ਹੈ। ਹੁਣ ਸਾਨੂੰ ਪੁਲਿਸ ਨੂੰ ਇਜਾਜ਼ਤ ਦੇਣੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਕਿ ਜਿਸ ਤਰੀਕੇ ਨਾਲ ਤੇਲ ਦੀਆਂ ਕੀਮਤਾਂ ਵਧ ਰਹੀਆਂ ਨੇ ਉਸ ਹਿਸਾਬ ਨਾਲ ਤਾਂ ਗੱਡਿਆਂ ਦੇ ਉੱਤੇ ਹੀ ਹੁਣ ਦਿੱਲੀ ਵੱਲ ਨੂੰ ਇੱਥੇ ਵਿਧਾਨ ਸਭਾ ਵੱਲ, ਪੰਜਾਬ ਵਿਧਾਨ ਸਭਾ ਵੱਲ ਆਉਣ ਦੀ ਪ੍ਰਵਾਨਗੀ ਜਿਹੜੀ ਹੈਗੀ ਹੈ ਉਹ ਦੇਣੀ ਚਾਹੀਦੀ ਹੈ। ਵੈਟ ਘਟਾਉਣਾ ਇਹਨਾਂ ਨੇ ਲੱਗਦਾ ਕਿ ਵਿਰੋਧ ਕਰਨਾ ਚਾਹੀਦਾ ਗਵਰਨਰ ਦਾ। ਕੱਟ ਕਰੋ ਡੀਜ਼ਲ ਪੈਟਰੋਲ ਤੇ ਧੰਨਵਾਦ ਕਰੋ। ਸੋ ਤਸਵੀਰਾਂ ਤੁਸੀਂ ਪੰਜਾਬ ਵਿਧਾਨ ਸਭਾ ਦੇ ਬਾਅਦ ਦੀਆਂ ਦੇਖ ਰਹੇ ਹੋ। ਸ਼੍ਰੋਮਣੀ ਅਕਾਲੀ ਦਲ ਦੇ ਅੰਦਾਜ਼ ਦੇ ਵਿੱਚ ਅੱਜ ਮੁਜ਼ਾਹਰਾ ਕੀਤਾ ਹੈ। ਗੱਡਿਆਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਆਏ। ਪੰਜਾਬ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਦਿਖਾ ਰਹੇ ਹਾਂ। ਲਗਾਤਾਰ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ, ਗੈਸ ਦੀਆਂ ਕੀਮਤਾਂ ਵੱਧ ਰਹੀਆਂ ਨੇ। ਉਸ ਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੁਜ਼ਾਹਰਾ ਹੈਗਾ, ਦੇਖ ਰਹੇ ਹੋ। ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਚੌਥੇ ਦਿਨ ਦੀ ਜਿਹੜੀ ਕਾਰਵਾਈ ਹੈਗੀ ਹੈ ਇਹ ਹੈਗੀ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਬਿਕਰਮ ਸਿੰਘ ਮਜੀਠੀਆ ਤੇ ਹੋਰ ਜਿਹੜੇ ਵਿਧਾਇਕ ਹੈਗੇ ਨੇ ਉਹ ਅੱਗੇ ਵੱਲ ਵਧਦੇ ਹੋਏ ਪੈਦਲ ਚੱਲ ਕੇ ਉਹ ਅੱਗੇ ਆ ਰਹੇ ਨੇ। ਪੁਲਿਸ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ, ਗੱਡਾ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਕਰਕੇ ਹੁਣ ਬਿਕਰਮ ਸਿੰਘ ਮਜੀਠੀਆ ਤੇ ਹੋਰ ਜਿਹੜੇ ਵਿਧਾਇਕ ਹੈਗੇ ਨੇ ਉਹ ਪੈਦਲ ਚੱਲ ਕੇ ਹੀ ਵਿਧਾਨ ਸਭਾ ਵੱਲ ਜਿਹੜੇ ਹੈਗੇ ਨੇ ਉਹ ਅੱਗੇ ਵਧ ਰਹੇ ਨੇ। ਗੱਡਾ ਜਾਣ ਨਹੀਂ ਦੇ ਰਹੇ, ਉਹਨੂੰ ਬੁਲਾ ਦੇ ਅੱਗੇ। ਮਜੀਠੀਆ ਦਾ ਗੱਡਾ ਜਾਣ ਨਹੀਂ ਦੇ ਰਹੇ। ਲਗਾਤਾਰ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਵਧ ਰਹੀਆਂ ਨੇ ਜੀ। ਆ ਚੈਨਲ ਵਾਲੇ ਆ ਜਾਓ, ਸਾਰੇ ਆ ਜਾਓ। ਇੱਕ ਗੱਲ ਤੁਸੀਂ ਵੇਖੋ, ਮੈਂ ਪੁਲਿਸ ਵਾਲਿਆਂ ਨੂੰ ਪੁੱਛਿਆ ਕਿ ਆ ਬਲਦਾਂ ਨੇ ਕਪਤਾਨ ਨੂੰ ਜਾਂ ਖਜ਼ਾਨਾ ਮੰਤਰੀਆਂ ਨੂੰ ਦੰਦੀਆਂ ਵੜ ਦੇਣੀਆਂ ਅੰਦਰ ਜਾ ਕੇ? ਜਾਣ ਦਿਓ, ਇਹ ਤਾਂ ਬੇਜ਼ਬਾਨੇ ਨੇ। ਮਗਰ ਇਹ ਗਰੀਬ ਦੀ, ਕਿਸਾਨ ਦੀ ਪਛਾਣ ਹੈ। ਅੱਜ ਇਹਦਾ ਵਿਰੋਧ ਕਰਨਾ ਮਤਲਬ ਕਿ ਤੁਸੀਂ ਕਿਸਾਨ ਵਿਰੋਧੀ, ਗਰੀਬ ਵਿਰੋਧੀ, ਮਿਡਲ ਕਲਾਸ ਵਿਰੋਧੀ। ਔਰ ਇਹ ਇਕੱਲਾ ਇਹ ਚਾਹੁੰਦੇ ਆ ਕਿ ਲੋਕ ਡੀਜ਼ਲ ਪੈਟਰੋਲ ਵੱਧ ਫੂਕਣ ਤੇ ਇਹਨਾਂ ਨੂੰ ਵੈਟ ਵੱਧ ਇਕੱਠਾ ਹੋਵੇ, ਲੋਕਾਂ ਦਾ ਭਾਵੇਂ ਕਚੁੰਬੜ ਨਿਕਲ ਜਾਵੇ। ਪੁਲਿਸ ਤੇ ਕਾਂਗਰਸ ਦੇ ਵਿਧਾਇਕ ਇਹ ਕਹਿ ਰਹੇ ਕਿ ਅਗਰ ਵੈਟ ਸਰਕਾਰ ਦੇ ਇਸ਼ਾਰੇ ਤੇ ਕੱਟ ਕਰ ਦਿੱਤਾ ਜਾਵੇ ਤਾਂ ਕਾਂਗਰਸ ਸਰਕਾਰ। ਮਜੀਠੀਆ ਸਾਹਿਬ, ਕਿਸਾਨਾਂ ਦੇ ਟਰੈਕਟਰਾਂ ਨੇ ਬੈਰੀਕੇਡ ਤੋੜ ਕੇ ਦਿੱਲੀ ਵੱਲ ਵਧੇ ਸੀ, ਕੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬਲਦ ਹੈਗੇ ਨੇ ਇਹ ਵੀ ਵਧਣਗੇ ਦਿੱਲੀ ਵੱਲ? ਦੇਖੋ, ਇਹ ਤਾਂ ਬਲਦਾਂ ਦਾ ਧਿਆਨ ਵੀ ਰੱਖਣਾ ਪੈਂਦਾ, ਡਰ ਵੀ ਜਾਂਦੇ ਆ। ਆਫਟਰ ਆਲ ਇਹ ਗੱਲ ਦਾ ਸਾਰੀ ਚੀਜ਼ਾਂ ਦਾ ਧਿਆਨ ਰੱਖਦੇ ਹੋ। ਅਸੀਂ ਇਨਸਾਫ 'ਚ ਰਹਿਣ ਵਾਲੇ ਕਾਨੂੰਨ। ਕੇਂਦਰ ਸਰਕਾਰ ਦੇ ਵਿਰੁੱਧ ਮੁਜ਼ਾਹਰਾ ਕਰੋਗੇ? ਸਾਰਾ ਕੁਝ ਕਰਾਂਗੇ। ਸਰਕਾਰ ਨੂੰ ਹਰ ਪਾਸੇ ਜਗਾਉਣ ਦਾ ਤੇ ਚੀਕਾ ਕਢਾਉਣ ਦਾ ਕੰਮ। ਜੀ, ਸਰਕਾਰ ਨੂੰ ਜਗਾਉਣ ਤੇ ਚੀਕਾ ਕਢਾਉਣ ਦਾ ਕੰਮ ਕੀਤਾ ਜਾਏਗਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ। ਸੋ ਬਿਕਰਮ ਸਿੰਘ ਮਜੀਠੀਆ ਤੁਸੀਂ ਦੇਖ ਰਹੇ ਹੋ ਅੱਗੇ ਵਧਦੇ ਹੋਏ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 8 ਮਾਰਚ ਨੂੰ ਪੇਸ਼ ਕੀਤਾ ਜਾਣਾ ਹੈ, ਪਰ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨਾਲ ਸਾਡੀ ਗੱਲਬਾਤ ਹੋਈ। ਜਦੋਂ ਅਸੀਂ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਵਿੱਤ ਮੰਤਰੀ ਰਹੇ ਹੋ, ਕੀ ਤੁਹਾਨੂੰ ਉਮੀਦਾਂ ਨੇ ਕਿ ਇਸ ਬਜਟ ਸੈਸ਼ਨ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਦੀ ਜਨਤਾ ਨੂੰ ਕੁਝ ਦੇਵੇਗੀ, ਤਾਂ ਉਹਨਾਂ ਨੇ ਕੀ ਕੁਝ ਕਿਹਾ ਸੁਣਦੇ ਹਾਂ। ਢੀਂਡਸਾ ਸਾਹਿਬ, ਤੁਸੀਂ ਵੀ ਵਿੱਤ ਮੰਤਰੀ ਰਹੇ ਹੋ, ਕੀ ਉਮੀਦਾਂ ਕਰਦੇ ਹੋ 8 ਮਾਰਚ ਨੂੰ ਜਿਹੜਾ ਬਜਟ ਪੇਸ਼ ਕੀਤਾ ਜਾਊਗਾ ਉਸ ਵਿੱਚ ਪੰਜਾਬ ਦੇ ਲੋਕਾਂ ਨੂੰ ਕੁਝ ਦੇ ਸਕੇਗੀ ਸਰਕਾਰ? ਦੇਖੋ, ਵਾਅਦੇ ਤਾਂ ਜ਼ਰੂਰ ਕਰਨਗੇ, ਪਰ ਮੈਨੂੰ ਕੋਈ ਆਸ ਨਹੀਂ ਵੀ ਉਹ ਕੁਝ ਕਰ ਸਕਦੇ ਨੇ, ਕਿਉਂਕਿ ਸੂਬੇ ਦੇ ਆਰਥਿਕ ਹਾਲਾਤ ਐਸੇ ਨੇ ਕਿ ਅੱਜ ਪੰਜਾਬ ਇੱਕ ਆਰਥਿਕ ਸੰਕਟ ਵੱਲ ਵਧ ਰਿਹਾ ਹੈ। ਸੰਕਟ ਤਾਂ ਪਹਿਲਾਂ ਵੀ ਹੈ, ਪਰ ਇਹ ਸੰਕਟ ਪਿਛਲੇ 20 ਸਾਲਾਂ ਤੋਂ ਥੋੜਾ ਕਰਕੇ ਵੱਧਦਾ ਜਾ ਰਿਹਾ ਹੈ। ਚਾਹੇ ਮੈਂ ਇਹਨਾਂ ਨੂੰ ਜੇ ਕਹਾਂਗਾ, ਮੈਂ ਵੀ ਤਾਂ 5 ਸਾਲ ਰਿਹਾ, ਅਸੀਂ ਵੀ ਕੋਈ ਉੱਡਾ ਨਹੀਂ ਕਰ ਸਕੇ, ਕਿਉਂਕਿ ਆਖਰ ਅਲਟੀਮੇਟਲੀ ਸਰਕਾਰਾਂ ਦੀ ਇਹ ਨੀਤੀਆਂ ਹੁੰਦੀਆਂ, ਕੋਈ ਇਕੱਲੇ ਫਾਈਨੈਂਸ ਮਿਨਿਸਟਰ ਦੇ ਹੱਥ 'ਚ ਤਾਂ ਹੁੰਦਾ ਨਹੀਂ। ਚਲੋ ਫਿਰ ਵੀ ਮੈਂ ਇਹ ਬੇਨਤੀ ਉਹਨਾਂ ਨੂੰ ਕਰਾਂਗਾ ਕਿ ਘੱਟੋ ਘੱਟ ਜਿਵੇਂ 4 ਸਾਲ ਇਹਨੇ ਝੂਠੇ ਵਾਅਦੇ ਕੀਤੇ, ਘੱਟੋ ਘੱਟ ਇਸ ਬਜਟ 'ਚ ਲੋਕਾਂ ਨਾਲ ਝੂਠੇ ਵਾਅਦੇ ਨਾ ਕਰਨ ਅਤੇ ਅਸਲੀ ਕਲੀਅਰ ਪਿਕਚਰ ਪੰਜਾਬ ਦੇ ਆਰਥਿਕ ਜੋ ਹਾਲਾਤ ਨੇ ਉਹਨਾਂ ਦੀ ਦੱਸਣੀ ਚਾਹੀਦੀ ਹੈ ਤੇ ਉਹਨੂੰ ਕਿਸ ਤਰੀਕੇ ਨਾਲ ਸੁਧਾਰਨਗੇ ਉਹਦੇ ਵੱਲ ਕਰ ਚੱਲਣਾ ਚਾਹੀਦਾ। ਅਤੇ ਜਿਹੜੇ ਵਾਅਦੇ ਸੀ ਉਹ ਕਿੰਨੇ ਪੂਰੇ ਕਰ ਸਕਦੇ ਆ, ਕਿਵੇਂ ਕਰਨਗੇ, ਉਹਦੇ ਬਾਰੇ ਵੀ ਦੱਸਣਾ ਚਾਹੀਦਾ। ਪਰਮਿੰਦਰ ਸਿੰਘ ਜੀ, ਜਿੱਦਾਂ ਕਿ ਮਨਪ੍ਰੀਤ ਸਿੰਘ ਬਾਦਲ ਜਦੋਂ ਵਿੱਤ ਮੰਤਰੀ ਬਣੇ ਤਾਂ ਇੱਕ ਨਵੀਆਂ ਉਮੀਦਾਂ ਪਹਿਲੇ ਹੀ ਬਜਟ ਤੋਂ ਸ਼ੁਰੂ ਹੋਈਆਂ ਸੀ, ਕੁਝ ਨਵਾਂ ਕੁਝ ਲੈ ਕੇ ਆਉਣਗੇ, ਪਰ 4 ਸਾਲ ਹੋ ਚੁੱਕੇ ਨੇ, ਲੋਕ ਹਾਲੇ ਵੀ ਖੁਸ਼ ਨਜ਼ਰ ਨਹੀਂ ਆ ਰਹੇ। ਸਰਕਾਰ ਦਾ ਕਹਿਣਾ ਹੈ ਕਿ ਜਦੋਂ ਦਾ GST ਲਾਗੂ ਹੋਇਆ ਸਾਨੂੰ ਵੀ ਹੁਣ ਕੇਂਦਰ ਦੇ ਕੋਲ ਪੈਸੇ ਮੰਗਣੇ ਪੈ ਰਹੇ ਨੇ। ਤੁਸੀਂ GST ਨੂੰ ਕਿਵੇਂ ਦੇਖਦੇ ਹੋ ਕਿ GST ਦਾ ਸੂਬਿਆਂ ਨੂੰ ਫਾਇਦਾ ਹੋ ਰਿਹਾ ਜਾਂ ਨੁਕਸਾਨ? ਦੇਖੋ, ਇਹ ਤਾਂ 2-3 ਚੀਜ਼ਾਂ ਨੇ। GST ਦਾ ਮੈਂ ਸਮਝਦਾ ਕਾਰੋਬਾਰ ਲਈ, ਤੇ GST ਨੂੰ ਜੇ ਮੈਂ ਦੇਖਾਂ ਵਪਾਰੀ ਲਈ, ਉਸ ਪੱਖ ਤੋਂ ਤਾਂ ਇਹ ਫਾਇਦੇਮੰਦ ਹੈ ਕਿਉਂਕਿ ਸਿੰਗਲ ਟੈਕਸ ਸਿਸਟਮ ਹੋ ਗਿਆ। ਪਰ ਸੂਬਿਆਂ ਦੀ ਆਰਥਿਕ ਆਜ਼ਾਦੀ ਦੀ ਗੱਲ ਕਰ ਲਓ, ਸੂਬਿਆਂ ਦੇ ਆਰਥਿਕ ਜਿਹੜੇ ਹਾਲਾਤਾਂ ਦੀ ਗੱਲ ਕਰ ਲਓ, ਉਹ ਹੁਣ ਇਸ ਤੋਂ ਬਾਅਦ ਜਿਹੜਾ ਸਮਾਂ ਆਏਗਾ ਉਹ ਸ਼ਾਇਦ GST ਲਾਹੇਵੰਦ ਨਾ ਹੋਵੇ।
ਕਿਉਂਕਿ ਹੁਣ ਤੱਕ ਇਹਨਾਂ ਨੇ ਕੰਪਨਸੇਸ਼ਨ ਅਸ਼ੋਰ ਕੀਤੀ ਸੀ ਵੀ ਜੇ ਕੋਈ ਆਮਦਨ ਘਟਦੀ ਹੈ ਤਾਂ ਅਸੀਂ ਜ਼ਿੰਮੇਵਾਰ ਅਸੀਂ ਪੂਰੀ ਕਰਾਂਗੇ, ਪਰ ਉਹ ਜਿਹੜਾ ਪੀਰੀਅਡ ਹੈ ਉਹ ਖਤਮ ਹੋ ਚੱਲਿਆ ਜੁਲਾਈ 2022 ਚ। ਉਸ ਤੋਂ ਬਾਅਦ ਅੱਜ ਦੀ ਡੇਟ ਜਿਹੜੀ ਹੈ ਸਾਨੂੰ 15,000 ਦੀ ਕੰਪਨਸੇਸ਼ਨ ਮਿਲ ਰਹੀ ਹੈ, ਕਿਉਂਕਿ ਪੰਜਾਬ ਦੀ ਜਿਹੜਾ ਹੈ ਟੈਕਸ ਬੇਸ ਸੀ ਜਿਹੜਾ ਉਹਨੂੰ ਕੁਝ ਟੈਕਸ ਬੇਸ ਨੂੰ ਇਹਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ, ਜਿਵੇਂ ਫੂਡ ਗ੍ਰੇਨ ਸੀ, ਖਾਣ ਪੀਣ ਦੀਆਂ ਵਸਤੂਆਂ ਸੀ, ਤੇ ਇਹ ਸਾਰਾ ਜਿਹੜਾ ਟੈਕਸ ਬੇਸ ਬਾਹਰ ਨਿਕਲ ਕਰਕੇ ਪੰਜਾਬ ਦੀ ਸੁਭਾਵਿਕ ਸੀ ਵੀ ਸਾਡੀ ਜਿਹੜੀ ਟੈਕਸ ਆਮਦਨ ਘਟੇਗੀ, ਉਹ ਅਸੀਂ 5 ਸਾਲ ਲਈ ਕੰਪਨਸੇਸ਼ਨ ਤੋਂ ਪੂਰੀ ਕਰੀ। ਪਰ ਹੁਣ ਉਹ ਕੰਪਨਸੇਸ਼ਨ ਜਦ ਬੰਦ ਹੋਏਗੀ ਤਾਂ ਸਿਰਫ ਸਾਡਾ ਜਿਹੜਾ GST ਸਾਡੇ ਹਿੱਸੇ ਦਾ ਬਣਦਾ ਹੈ ਉਹੀ ਸਾਨੂੰ ਮਿਲੇਗਾ, ਕੰਪਨਸੇਸ਼ਨ ਨਹੀਂ ਮਿਲੇਗੀ। ਸੋ 15,000 ਕਰੋੜ ਦਾ ਜਿਹੜਾ ਘਾਟਾ ਹੈ ਉਹ ਸੂਬੇ ਦਾ ਜਿਹੜਾ ਹੈ ਉਹ ਚੱਲਣ ਦੇ ਸਮਰਥ ਨਹੀਂ ਹੈ। ਸੋ ਉਹਦੇ ਵਾਸਤੇ ਪਹਿਲਾਂ ਤਾਂ ਸਰਕਾਰ ਨੂੰ ਸਾਰੇ ਸੂਬਿਆਂ ਦੇ ਨਾਲ ਰਲ ਕੇ ਕੇਂਦਰ ਤੇ ਦਬਾਅ ਪਾਉਣਾ ਚਾਹੀਦਾ ਵੀ ਇਹ ਕੰਪਨਸੇਸ਼ਨ ਪੀਰੀਅਡ ਵਧਾਇਆ ਜਾਵੇ, ਜਾਂ ਇਹ ਜਿਹੜੀ ਕੰਪਨਸੇਸ਼ਨ ਦੀ ਜਿਹੜੀ ਇਹ ਨੀਤੀ ਹੈ ਇਹਨੂੰ ਟੇਪਰ ਕੀਤਾ ਜਾਵੇ, ਇੱਕੋਦਮ ਬੰਦ ਕਰਨ ਦੀ ਬਜਾਏ ਹੌਲੀ ਹੌਲੀ ਕਰਕੇ ਇਹਨੂੰ ਟੇਪਰ ਕੀਤਾ ਜਾਵੇ, ਤਾਂ ਕਿ ਉਸ ਸਮੇਂ 'ਚ ਸੂਬੇ ਜਿਹੜੇ ਨੇ ਉਹ ਆਰਥਿਕ ਤੌਰ ਤੇ ਸਟੇਬਲ ਹੋ ਜਾਣ, ਇੱਕੋਦਮ ਉਹਨਾਂ ਤੇ ਇੱਕ ਸ਼ੌਕ ਇਫੈਕਟ ਜਿਹੜਾ ਸੂਬੇ ਦੇ ਆਰਥਿਕਤਾ ਤੇ ਨਾ ਪਵੇ। ਸੋ ਇਹ ਸਾਰਾ ਕੁਝ ਜਿਹੜਾ ਹੈ ਪੰਜਾਬ ਦੀ ਸਰਕਾਰ ਨੂੰ ਪਰਸਿਊ ਕਰਨਾ ਚਾਹੀਦਾ। ਸਮਾਂ ਬੜਾ ਥੋੜਾ ਹੈ, 1.5 ਸਾਲ ਦੇ ਵਿੱਚ ਇਹ ਸਾਰਾ ਕੁਝ ਉਹਨਾਂ ਨੂੰ ਕਰਨਾ ਪੈਣਾ। ਨਹੀਂ ਜੇ ਇਹ ਨਹੀਂ ਹੁੰਦਾ ਤਾਂ ਮੈਂ ਇਹ ਮੰਨਦਾ ਕਿ ਪੰਜਾਬ ਦਾ ਜਿਹੜਾ ਆਰਥਿਕ ਸੰਕਟ ਹੈ ਉਹ ਬਹੁਤ ਜ਼ਿਆਦਾ ਗਹਿਰਾ ਤੇ ਗੰਭੀਰ ਹੋਣ ਵਾਲਾ ਹੈ। ਪਰਮਿੰਦਰ ਸਿੰਘ ਢੀਂਡਸਾ ਜੀ, ਜਦੋਂ ਸੱਤਾ ਦੇ ਵਿੱਚ ਹੁੰਦੇ ਹੋ ਤੇ ਉਹਦੇ ਨਾਲ ਜ਼ਿਆਦਾ ਜਦੋਂ ਵਿਰੋਧੀ ਧਿਰ ਦੇ ਵਿੱਚ ਤੁਸੀਂ ਹੁੰਦੇ ਹੋ ਜਾਂ ਕੋਈ ਵੀ ਸ਼ਖਸ ਹੁੰਦਾ ਉਹ ਜ਼ਿਆਦਾ ਸਿੱਖਦਾ ਹੁੰਦਾ, ਬਾਹਰੋਂ ਦੇਖਦਾ ਹੁੰਦਾ, ਸਾਰਾ ਕੁਝ ਫੋਲੋ ਕਰਦਾ ਹੁੰਦਾ, ਤੁਹਾਨੂੰ ਕੀ ਲੱਗਦਾ ਕਿ ਹੁਣ ਤੁਸੀਂ ਕੀ ਕੁਝ ਗ੍ਰੈਬ ਕੀਤਾ ਕਿ ਪੰਜਾਬ ਦੀ ਜਿਹੜੀ ਆਰਥਿਕ ਹਾਲਤ ਹੈ ਉਸ ਨੂੰ ਸੁਧਾਰਨ ਦੇ ਲਈ ਕੀ ਅਹਿਮ ਕਦਮ ਹੋਣੇ ਚਾਹੀਦੇ ਨੇ, ਜੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕ ਤੁਹਾਨੂੰ ਵਿੱਤ ਮੰਤਰੀ ਵਜੋਂ ਵੇਖਦੇ ਨੇ, ਤੁਹਾਡੀ ਸੋਚ ਕੀ ਕਹਿੰਦੀ ਹੈ ਕਿ ਕਿਵੇਂ ਪੰਜਾਬ ਬੈਲੈਂਸ ਦੇ ਵਿੱਚ ਚੱਲ ਸਕਦਾ ਹੈ? ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਮੰਨਦਾ ਕਿ ਜਦ ਤੱਕ ਚੰਗੀ ਗਵਰਨੈਂਸ ਨਹੀਂ ਆਉਂਦੀ, ਜਦ ਤੱਕ ਇਮਾਨਦਾਰ ਪ੍ਰਬੰਧ ਨਹੀਂ ਆਉਂਦਾ, ਉਹਨਾਂ ਚਿਰ ਕੁਝ ਨਹੀਂ ਹੋ ਸਕਦਾ। ਕਿਉਂਕਿ ਜੇ ਲੀਡਰ ਹੈ, ਜੇ ਉਹ ਆਪ ਟੈਕਸ ਦੀ ਚੋਰੀ ਕਰਨਗੇ ਤਾਂ ਫਿਰ ਉਹ ਥੱਲੇ ਅਫਸਰਾਂ ਨੂੰ ਕਿਵੇਂ ਰੋਕਣਗੇ? ਜੇ ਆਪ 1 ਰੁਪਿਆ ਚੋਰੀ ਕਰਦੇ ਤਾਂ ਅਫਸਰ 10 ਰੁਪਏ ਚੋਰੀ ਕਰਾਉਣਗੇ, ਉਹਦਾ ਨੁਕਸਾਨ ਕਿਹਨੂੰ ਹੈ? ਸੂਬੇ ਨੂੰ ਹੋਏਗਾ। ਤੇ ਹੁੰਦਾ ਰਿਹਾ, ਇਹ ਕੋਈ ਅੱਜ ਨਹੀਂ ਪਹਿਲਾਂ ਵੀ ਹੁੰਦਾ ਰਿਹਾ, ਹੁਣ ਵੀ ਹੋ ਰਿਹਾ ਹੈਗਾ। ਇਹਦੇ ਰੋਕਣ ਵਾਸਤੇ ਸਰਕਾਰ ਦਾ ਖੁਦ ਇਮਾਨਦਾਰ ਹੋਣਾ, ਸਰਕਾਰ 'ਚ ਜਿਹੜੇ ਸਰਕਾਰ ਦੀ ਅਗਵਾਈ ਕਰ ਰਿਹਾ ਹੈ ਖੁਦ ਉਹ ਇੱਕ ਜਿਹੜਾ ਸਿਰਫ ਤੇ ਸਿਰਫ ਸੂਬੇ ਦੇ ਹਿੱਤਾਂ ਵੱਲ ਉਹ ਬੰਦੇ ਦਾ ਧਿਆਨ ਹੋਣਾ ਚਾਹੀਦਾ ਹੈ। ਆਪਦੇ ਨਿੱਜੀ ਹਿੱਤ, ਆਪਦੇ ਨਿੱਜੀ ਕਾਰੋਬਾਰ, ਉਹਨਾਂ ਵੱਲ ਜੇ ਧਿਆਨ ਹੋਏਗਾ ਤਾਂ ਸੂਬਾ ਹੋਰ ਬੁਰੇ ਹਾਲਾਤਾਂ ਵੱਲ ਵਧੇਗਾ। ਕਿਉਂਕਿ ਟੈਕਸ ਜਿਹਨੇ ਇਕੱਠਾ ਕਰਨਾ ਹੈ ਉਹਨੂੰ ਇਹ ਹੋ ਜਾਂਦਾ ਵੀ ਯਾਰ ਮੇਰੇ ਕਾਰੋਬਾਰ ਤੇ ਪ੍ਰਭਾਵਿਤ ਪਊਗਾ, ਮੈਂ ਟੈਕਸ ਇੱਥੇ ਵੀ ਛੋਟ ਦੇ ਦਾਂ, ਇੱਥੇ ਟੈਕਸ ਘਟਾ ਦਾਂ, ਜਿੱਥੇ ਜਿੱਥੇ ਉਹਦੇ ਆਪਦੇ ਕਾਰੋਬਾਰ ਨੇ ਉੱਥੇ ਟੈਕਸ ਦੀ ਛੋਟ, ਤੇ ਜਿੱਥੇ ਜਿੱਥੇ ਦੂਜੇ ਨੇ ਉਹਨਾਂ ਦੇ ਟੈਕਸ ਵੱਧ ਪਾਤਾ। ਸੋ ਟੈਕਸ ਪ੍ਰੋਪਰ ਰੈਸ਼ਨਲਾਈਜੇਸ਼ਨ ਨਹੀਂ ਹੁੰਦੀ, ਇਹਦੇ ਨਾਲ ਸੂਬੇ ਦਾ ਜਿਹੜਾ ਹੈ ਆਰਥਿਕ ਜਿਹੜੀਆਂ ਹਾਲਾਤ ਨੇ ਉਹ ਹੋਰ ਮਾੜੀਆਂ ਹੋ ਜਾਂਦੀਆਂ। ਸੋ ਖੁਦ ਜਿਹੜਾ ਹੈ ਉਹਦੀ ਕ੍ਰੈਡੀਬਿਲਟੀ ਸੂਬੇ ਦੇ ਮੁੱਖ ਮੰਤਰੀ ਦੀ, ਸੂਬੇ ਦੇ ਲੀਡਰ ਦੀ, ਖੁਦ ਉਹਦੀ ਸੋਚ ਉਹ ਬਿਯੋਂਡ ਡਾਊਟ ਹੋਣੀ ਚਾਹੀਦੀ ਹੈ। ਉਹਨੂੰ ਕਿਸੇ ਤਰ੍ਹਾਂ ਦਾ ਆਪਦਾ ਨਿੱਜੀ ਹੇਜ ਨਹੀਂ ਹੋਣਾ ਚਾਹੀਦਾ। ਤੇ ਜੇ ਐਸਾ ਵਿਅਕਤੀ ਪੰਜਾਬ ਦੀ ਅਗਵਾਈ ਕਰੇਗਾ ਤਾਂ ਪੰਜਾਬ ਸੁਧਾਰ ਵੱਲ ਜਾਏਗਾ। ਜੇ ਭਵਿੱਖ ਵਿੱਚ ਵੀ ਐਸੇ ਹੀ ਨੇਤਾ ਕੋਈ ਮੂਹਰੇ ਹੋਣਗੇ ਜਿਹੜੇ ਆਪਦਾ ਨਿੱਜ ਸਵਾਰਥ ਪਹਿਲਾਂ ਰੱਖਣਗੇ ਤਾਂ ਫਿਰ ਪੰਜਾਬ ਦਾ ਕੁਝ ਨਹੀਂ ਬਣਨਾ। ਪੰਜਾਬ ਹੋਰ ਜਿਹੜਾ ਹੈ ਮਾੜੇ ਹਾਲਾਤਾਂ ਵੱਲ, ਜਿਹੜਾ ਆਰਥਿਕ ਤੌਰ ਤੇ ਖਾਸ ਤੌਰ ਤੇ ਮੈਂ ਮਹਿਸੂਸ ਕਰਦਾ, ਉਹ ਜਾਏਗਾ। ਪਰਮਿੰਦਰ ਸਿੰਘ ਜੀ, ਮੇਰਾ ਆਖਰੀ ਸਵਾਲ, ਕਿਸਾਨ ਅੰਦੋਲਨ ਚੱਲ ਰਿਹਾ ਹੈ, ਤੁਸੀਂ ਕੀ ਉਮੀਦ ਕਰਦੇ ਹੋ, ਕੀ ਆਸ ਕਰਦੇ ਹੋ ਕਿ ਇਸ ਬਜਟ ਸੈਸ਼ਨ ਦੇ ਵਿੱਚ ਪੰਜਾਬ ਸਰਕਾਰ ਨੂੰ ਕਿਸਾਨਾਂ ਲਈ ਕੀ ਕੁਝ ਕਦਮ ਚੁੱਕਣੇ ਚਾਹੀਦੇ ਨੇ? ਮੈਂ ਕਹਿੰਦਾ ਪੰਜਾਬ ਸਰਕਾਰ ਨੂੰ ਬਹੁਤ ਵੱਡਾ ਕਰਨ ਬਾਰੇ ਨਹੀਂ ਕਹਿੰਦਾ, ਇੱਕ ਆਪਦਾ ਬਿੱਲ ਲਿਆਵੇ। ਹੁਣ ਤਾਂ ਅਸੀਂ ਕੇਂਦਰ ਦੇ ਬਿੱਲ ਰਿਜੈਕਟ ਕੀਤੇ, ਕੇਂਦਰ ਦੇ ਬਿੱਲਾਂ ਸੋਧ ਕਰਤੀ, ਅਸੀਂ ਆਪਦਾ ਬਿੱਲ ਲੈ ਕੇ ਆਈਏ ਸੂਬੇ ਦਾ, ਜਿਹਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਅਸ਼ੋਰ ਕਰੀਏ ਵੀ ਸਾਡੇ ਸੂਬੇ ਦੇ ਵਿੱਚ ਕੋਈ ਵੀ ਵਿਅਕਤੀ ਹੈ, ਕੋਈ ਵੀ ਕੰਪਨੀ ਹੈ, ਕੋਈ ਵੀ ਆਰਗੇਨਾਈਜੇਸ਼ਨ ਹੈ, ਉਹ ਘੱਟੋ ਘੱਟ ਸਮਰਥਨ ਮੁੱਲ ਤੋਂ ਥੱਲੇ ਨਹੀਂ ਖਰੀਦ ਕਰ ਸਕਦੀ। ਇਹ ਬਿੱਲ ਤਾਂ ਸਾਨੂੰ ਲਿਆਉਣਾ ਚਾਹੀਦਾ। ਅਸੀਂ ਕਿਸਾਨ ਨੂੰ ਇੰਨਾ ਤਾਂ ਪ੍ਰੋਟੈਕਟ ਕਰੀਏ, ਕੇਂਦਰ ਸਰਕਾਰ ਨਾ ਲਿਆਵੇ, ਅਸੀਂ ਉਹਨਾਂ ਨੂੰ ਜੇ ਉਹਨਾਂ ਤੋਂ ਆਸ ਰੱਖਦੇ ਆਪ ਕਿਉਂ ਨਹੀਂ ਕਰ ਸਕਦੇ? ਕੇਂਦਰ ਸਰਕਾਰ ਦੇ ਨਾਲ ਲੜਾਈ ਸਾਡੀ ਜਾਰੀ ਰੱਖੀਏ ਤੇ ਆਪਦੇ ਵੱਲੋਂ ਅਸੀਂ ਜਿਹੜਾ ਹੈ ਕਿਸਾਨ ਦੇ ਹਿੱਤਾਂ ਨੂੰ ਪ੍ਰੋਟੈਕਟ ਕਰਨ ਲਈ ਸਾਨੂੰ ਸੈਪਰੇਟ ਜਿਹੜਾ ਹੈ ਆਪਦਾ ਏਜੰਡਾ ਅੱਡ ਤਿਆਰ ਕਰਨਾ ਚਾਹੀਦਾ। ਸਾਰੀਆਂ ਪਾਰਟੀਆਂ ਨਾਲ ਬੈਠ ਕੇ ਕਰਨ ਤੇ ਜਿਹੜੀ ਕਮਿਟਮੈਂਟ ਸਰਕਾਰ ਕਰੇ ਉਹ ਤੇ ਪੂਰੀ ਉਤਰੇ, ਤੇ ਅਸੀਂ ਵੀ ਕਿਸ ਤਰੀਕੇ ਨਾਲ ਕਿਹੜੇ-ਕਿਹੜੇ ਸਟੈਪ ਲੈ ਕੇ ਅਸੀਂ ਕਿਸਾਨਾਂ ਨੂੰ
ਸੂਬੇ ਦੀ ਸਰਕਾਰ ਪ੍ਰੋਟੈਕਟ ਕਰ ਸਕਦੀ ਹੈ ਉਹ ਤਾਂ ਕਰੇ ਨਾ, ਉਹ ਤਾਂ ਅਸੀਂ ਹੁਣ ਤੱਕ ਇੱਕ ਵੀ ਨਹੀਂ ਕਦਮ ਚੱਕਿਆ। ਪਰ ਇਸ ਜਦੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਸੀ 2017 ਵਿੱਚ ਇੱਕ ਕੰਟਰੈਕਟ ਫਾਰਮਿੰਗ ਦਾ ਬਿੱਲ ਆਇਆ ਸੀਗਾ, ਉਸ ਨੂੰ ਪੰਜਾਬ ਸਰਕਾਰ ਹਵਾ ਬਣਾ ਕੇ ਖੜਾ ਕਰ ਰਹੀ ਹੈ ਕਿ ਇਹ ਜਿਹੜਾ ਕੰਟਰੈਕਟ ਫਾਰਮਿੰਗ ਦਾ ਬਿੱਲ ਹੈਗਾ ਅਸੀਂ ਇਸ ਵਿਧਾਨ ਸਭਾ ਸੈਸ਼ਨ ਰੱਦ ਕਰ ਸਕਦੇ ਹਾਂ। ਕਾਂਗਰਸੀ ਜਿਹੜੇ ਸੀਨੀਅਰ ਲੀਡਰ ਨੇ ਕੰਟਰੈਕਟ ਫਾਰਮਿੰਗ ਦਾ ਦੱਸੋ ਕੋਈ ਹੁਣ ਤੱਕ ਕੋਈ ਮਾੜਾ ਨਤੀਜਾ ਆਇਆ ਹੋਵੇ? ਸੋ ਸਾਨੂੰ ਉਹੀ ਅਸੀਂ ਦੂਸ਼ਣਬਾਜ਼ੀ ਕਰੀ ਜਾਂਦੇ ਹਾਂ, ਜਿਹੜੀਆਂ ਕੋਈ ਠੀਕ ਹੈ ਜੇ ਖਾਮੀਆਂ ਜੇ ਤੁਹਾਨੂੰ ਲੱਗਦੀਆਂ ਨੇ ਐਕਟ ਦੇ ਵਿੱਚ ਉਹਨੂੰ ਦੂਰ ਕਰੋ, ਪਰ ਜਿਹੜਾ ਇੱਕ ਸਾਨੂੰ ਬੜਾ ਫਾਈਨ ਬੈਲੈਂਸ ਜਿਹੜਾ ਹੈ ਗਵਰਨਮੈਂਟ ਨੂੰ ਬਣਾਉਣਾ ਪੈਂਦਾ ਹੈਗਾ, ਜਿਹਦੇ ਨਾਲ ਅਸੀਂ ਕਿਸਾਨਾਂ ਦੇ ਹਿੱਤ ਵੀ ਪ੍ਰੋਟੈਕਟ ਕਰੀਏ, ਪਰ ਕਿਤੇ ਨਾ ਕਿਤੇ ਵਪਾਰ ਵੀ ਨਾ ਸਾਡੇ ਤੋਂ ਭੱਜੇ। ਇਹ ਨਾ ਹੋਵੇ ਵੀ ਜਿਹੜੀ ਇੰਡਸਟਰੀਆਂ ਨੇ ਉਹ ਵੀ ਭੱਜ ਜਾਣ, ਉਹ ਦੂਜੇ ਸੂਬਿਆਂ ਤੋਂ ਖਰੀਦਣਾ ਸ਼ੁਰੂ ਕਰ ਦੇਣ। ਇਹੀ ਜਿਹੜੀ ਹੁਣ ਜਿਵੇਂ ਆਪਾਂ ਕਹਿੰਦੇ ਟੈਕਸ ਦੀ ਗੱਲ ਅਸੀਂ ਕਰਦੇ ਹਾਂ, ਟੈਕਸ ਜੇ ਅਸੀਂ ਬਹੁਤ ਵਧਾ ਦਿੰਦੇ ਹਾਂ ਤਾਂ ਉਹਦਾ ਕੀ ਹੁੰਦਾ, ਸਾਡੀ ਜਿਹੜੀ ਸੂਬੇ ਦਾ ਨੁਕਸਾਨ ਕਿਵੇਂ ਹੁੰਦਾ ਹੈ ਵੀ ਜਿਹੜਾ ਸੂਬੇ 'ਚ ਟੈਕਸ ਹੋਣਾ ਚਾਹੀਦਾ ਦੂਜੇ ਸੂਬਿਆਂ 'ਚ ਚਲਾ ਜਾਂਦਾ। ਹੁਣ ਪੰਜਾਬ ਦੇ ਬਾਰਡਰ ਤੇ ਜਿਹੜੇ ਵੀ ਜਿਹੜੇ ਨੇ ਪੈਟਰੋਲ ਪੰਪ ਨੇ ਜੀ ਲੋਕ ਚੰਡੀਗੜ੍ਹ ਆ ਕੇ ਤੇਲ ਪਵਾ ਕੇ ਲੈ ਕੇ ਜਾਂਦੇ ਨੇ। ਕਿਉਂ? ਕਿਉਂਕਿ ਸਾਡਾ ਟੈਕਸ ਬੈਲੈਂਸ ਨਹੀਂ ਹੈ, ਸਾਡਾ ਇੰਨੀ ਡਿਫਰੈਂਸ਼ੀਅਲ ਹੈ ਕਿ ਸਾਡੀ ਸੇਲ ਦਾ ਨੁਕਸਾਨ ਹੋ ਰਿਹਾ, ਉਹਨਾਂ ਸਾਨੂੰ ਫਾਇਦਾ ਨਹੀਂ ਹੋ ਰਿਹਾ ਜਿੰਨਾ ਜੇ ਅਸੀਂ 10 ਰੁਪਏ ਜਿਹੜਾ ਅਸੀਂ ਕਮਾਉਣੇ ਆ ਤਾਂ 20 ਰੁਪਏ ਦਾ ਉਲਟਾ ਨੁਕਸਾਨ ਅਸੀਂ ਕਰ ਲੈਂਦੇ ਹਾਂ। ਸੋ ਉਹ ਚੀਜ਼ਾਂ ਨੂੰ ਸਾਨੂੰ ਧਿਆਨ ਕਰਨਾ ਚਾਹੀਦਾ। ਜਿਵੇਂ ਤੁਸੀਂ ਕਿਹਾ ਕਿ ਸੋਧਾਂ ਕਰ ਲੈਣੀਆਂ ਚਾਹੀਦੀਆਂ ਨੇ, ਜਿਹੜੇ 3 ਖੇਤੀ ਕਾਨੂੰਨ ਆਏ ਨੇ ਤੁਹਾਨੂੰ ਕੀ ਲੱਗਦਾ ਕਿ ਉਹ ਰੱਦ ਹੋਣੇ ਚਾਹੀਦੇ ਨੇ ਜਾਂ ਉਹਨਾਂ ਦੇ ਵਿੱਚ ਵੀ ਸੋਧਾਂ ਹੋਣੀਆਂ ਚਾਹੀਦੀਆਂ ਨੇ? ਨਹੀਂ ਦੇਖੋ, ਉਹਦੇ ਵਿੱਚ ਸਰਕਾਰ ਰੱਦ ਕਰਕੇ ਕਿਸਾਨ ਜਥੇਬੰਦੀਆਂ ਬੈਠੇ ਉਹਨਾਂ ਦੇ ਸ਼ਿਕਵੇ ਉਹਨਾਂ ਦੀਆਂ ਸ਼ੰਕੇ ਦੂਰ ਕਰੇ ਤਾਂ ਫਿਰ ਲਿਆਵੇ। ਜੇ ਕਿਸਾਨਾਂ ਨੂੰ ਕੋਈ ਚੰਗੀ ਗੱਲ ਹੋਏਗੀ ਖੁਦ ਮੰਨ ਲੈਣਗੇ, ਪਰ ਇੱਕ ਵਾਰੀ ਇਹਨਾਂ ਨੂੰ ਰੱਦ ਕਰੇ ਤਾਂ ਕਿ ਚੰਗਾ ਮੈਸੇਜ ਆਵੇ ਲੋਕਾਂ ਨੂੰ। ਸ਼ੁਕਰੀਆ ਗੱਲਬਾਤ ਕਰਨ ਲਈ। ਸਦਨ ਦੇ ਵਿੱਚ ਬਜਟ ਬੇਸ਼ੱਕ 8 ਮਾਰਚ ਨੂੰ ਪੇਸ਼ ਕੀਤਾ ਜਾਣਾ ਹੈ, ਪਰ ਉਸ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆਏ। ਖਾਸ ਤੌਰ ਤੇ ਉਹਨਾਂ ਨੇ ਅਕਾਲੀਆਂ ਨੂੰ ਨਿਸ਼ਾਨੇ ਦੇ ਉੱਤੇ ਲਿਆ। ਪੰਜਾਬ ਕੱਲਾ ਜਵਾਬ ਨਹੀਂ ਮੰਗਦਾ, ਪੰਜਾਬ ਹਿਸਾਬ ਵੀ ਮੰਗਦਾ। ਆ ਮੇਰੇ ਕੋਲ ਡਾਕੂਮੈਂਟ ਹੈ ਗਵਰਨਮੈਂਟ ਆਫ ਇੰਡੀਆ ਦੀ ਮੀਟਿੰਗ ਦਾ, ਉਸ ਮੀਟਿੰਗ ਦਾ ਜਿਸ ਮੀਟਿੰਗ ਦੇ ਅੰਦਰ ਪੰਜਾਬ ਦੀ ਆਰਥਿਕ ਨਿਉ ਜਿਹੜੀ ਹੈ ਉਹਨੂੰ ਪੱਟਿਆ ਗਿਆ ਸੀਗਾ, ਪੰਜਾਬ ਦੇ ਅਰਥਚਾਰੇ ਨੂੰ ਬਹੁਤ ਵੱਡਾ ਘਾਣ ਲਾਇਆ। ਆ ਉਸ ਸਮੇਂ ਦਾ ਹੈ ਜਦੋਂ ਇਹਦੀ ਤੁਲਨਾ ਕੀਤੀ ਜਾ ਸਕਦੀ ਹੈ ਜਿਹੜੇ ਜਰਨੈਲਾਂ ਨੇ ਅੰਗਰੇਜ਼ਾਂ ਦੇ ਨਾਲ ਮਿਲ ਕੇ ਧੋਖਾ ਕੀਤਾ ਸੀ, ਦਰੋਹ ਕੀਤਾ ਸੀਗਾ। ਅੰਗਰੇਜ਼ਾਂ ਦੀ ਉਹ ਲੜਾਈ ਫਿਰੋਜ਼ ਸ਼ਾਹ ਦੇ ਅੰਦਰ ਜਿੱਥੇ ਅੰਗਰੇਜ਼ਾਂ ਦੇ ਜੁੱਲੀ ਬਿਸਤਰੇ ਗੋਲ ਹੋ ਜਾਣੇ ਸੀਗੇ, ਚੰਦ ਲੋਕਾਂ ਦੇ ਦਰੋਹ ਕੀਤਾ। ਉਸ ਕਿਸਮ ਦੇ ਲੈਵਲ ਦਾ ਦਰੋਹ ਹੈ, ਉਹਦੀ ਸੱਚਾਈ ਸਾਹਮਣੇ ਆਣੀ ਚਾਹੀਦੀ ਹੈ। ਆਹ ਡਾਕੂਮੈਂਟ ਹੈ 31,000 ਕਰੋੜ ਰੁਪਏ ਨੂੰ ਲੈ ਕੇ ਜਿਹੜੀ ਮੀਟਿੰਗ ਹੋਈ ਸੀ ਫੂਡ ਸਕੈਮ ਦੀ। ਗਵਰਨਮੈਂਟ ਆਫ ਇੰਡੀਆ ਵਾਸ ਦਾ ਮੀਡੀਏਟਰ, ਫਾਈਨਾਂਸ ਮਿਨਿਸਟਰੀ ਸੀਗੀ ਤੇ ਉਹਦੇ 'ਚ 3 ਪਾਰਟੀਆਂ ਦਾ ਜਿਨ੍ਹਾਂ ਦਾ ਝਗੜਾ ਸੀਗਾ ਉਹ ਸੀਗੀ ਪੰਜਾਬ ਸਰਕਾਰ, FCI ਤੇ ਬੈਂਕਸ। ਜਿਨ੍ਹਾਂ ਬੈਂਕਸ ਨੇ ਗਾਰੰਟੀ ਦੇ ਕੇ ਲਿਮਿਟ ਦਿੱਤੀ ਸੀਗੀ, ਕੈਸ਼ ਕ੍ਰੈਡਿਟ ਲਿਮਿਟ। FCI ਦੇ ਨਾਲ ਜਿਹੜੇ ਰੌਲੇ ਸੀਗੇ ਫਰੇਟ ਚਾਰजेस ਦੇ, ਕਾਰਗੋ ਜਿਹੜੇ ਟਰਾਂਸਪੋਰਟੇਸ਼ਨ ਦੇ ਜਾਂ ਸਟਾਕ ਮੈਜ਼ਰਮੈਂਟ ਦੇ, ਉਹਨਾਂ ਸਾਰਿਆਂ ਨੂੰ ਲੈ ਕੇ ਆ ਸਾਰਿਆਂ ਨੂੰ ਮੈਂ ਕਾਪੀ ਦੇਵਾਂਗਾ ਤਾਂ ਕਿ ਤੁਸੀਂ ਵੀ ਆਪਣੇ ਆਪ ਸਾਰੇ ਉਸ ਨੂੰ ਦੇਖ ਲਓ, ਘੋਖ ਲਓ। ਜਿਹੜਾ ਆਪਰੇਟਿਵ ਪਾਰਟ ਹੈ, ਜਿਹੜਾ ਨਿਚੋੜ ਕੱਢਿਆ ਕੇਂਦਰ ਸਰਕਾਰ ਦੀ ਫਾਈਨਾਂਸ ਮਿਨਿਸਟਰੀ ਨੇ 10 ਮਾਰਚ 2017 ਨੂੰ, ਇੱਕ ਦਿਨ ਪਹਿਲਾਂ ਕਾਂਗਰਸ ਦੀ ਸਰਕਾਰ ਬਣਦੀ ਹੈ ਸੂਬੇ ਦੇ ਅੰਦਰ 11 ਮਾਰਚ ਨੂੰ, ਤੇ 10 ਮਾਰਚ ਨੂੰ ਜਿਹੜਾ ਨਿਚੋੜ ਕੱਢਿਆ ਸੀ ਕੇਂਦਰ ਸਰਕਾਰ ਨੇ, ਜਿਹੜਾ ਸਮਝੌਤਾ ਕਰਾਇਆ ਸੀ ਤਿੰਨੋਂ ਪਾਰਟੀਆਂ ਦਾ, ਉਹਦੇ ਵਿੱਚ ਉਹ ਲਿਖਦੇ ਹੈ ਟੇਕਿੰਗ ਆਲ ਸਰਕਮਸਟੈਂਸਿਸ ਇਨਟੂ ਅਕਾਊਂਟ, ਸਾਰੀ ਗੱਲਾਂ ਮੱਦੇਨਜ਼ਰ ਰੱਖਦੇ ਹੋਏ it is proposed to solve once for all the problem of irregularity in food credit in the following manner। ਆ ਜਿਹੜਾ ਘਪਲਾ ਹੈਗਾ ਇਸ ਫੂਡ ਸਕੈਮ ਦਾ, ਇਹਨੂੰ ਇੱਕ ਵਾਰੀ ਨਿਬੇੜ ਦਈਏ। ਇਹਦੇ ਵਿੱਚ ਕੇਂਦਰ ਸਰਕਾਰ ਨੇ ਕੀ ਕਿਹਾ that the government of India will as a special case
and gesture of goodwill, taking into account the vital contribution of Punjab to the food security in the country, release one-time assistance towards 6,000 ਕਰੋੜ ਰੁਪਏ ਦਾ ਕੇਂਦਰ ਸਰਕਾਰ ਨੇ ਬੋਝ ਆਪਣੇ ਉੱਤੇ ਲੈਣਾ ਕੀਤਾ ਸੀ ਵੀ ਅਸੀਂ ਪੰਜਾਬ ਨੂੰ 6,000 ਕਰੋੜ ਰੁਪਏ ਦੇਵਾਂਗੇ, ਕਿਉਂਕਿ ਪੰਜਾਬ ਨੇ ਦੇਸ਼ ਦਾ ਜਿਹੜਾ ਅੰਨ ਸੁਰੱਖਿਆ ਹੈ ਉਹਦੇ ਵਾਸਤੇ ਜਿਹੜੀ ਕੰਟਰੀਬਿਊਸ਼ਨ ਕੀਤੀ ਹੈ 6,000 ਕਰੋੜ ਰੁਪਇਆ ਅਸੀਂ ਕੇਂਦਰ ਸਰਕਾਰ ਦੇਊਗੀ ਪੰਜਾਬ ਨੂੰ। that will be the government of Punjab shall utilize this entire amount for repaying the food credit from the banks। ਪੰਜਾਬ ਸਰਕਾਰ ਆ ਜਿਹੜਾ 6,000 ਕਰੋੜ ਰੁਪਇਆ ਬੈਂਕਾਂ ਦਾ ਜਿਹੜਾ ਬਕਾਇਆ ਖੜਾ ਹੈ ਉਹਨਾਂ ਨੂੰ ਸਿੱਧੇ ਉਹਨਾਂ ਨੂੰ ਦੇਊਗੀ, ਹੋਰ ਕਿਸੇ ਵਾਸਤੇ ਇਸਤੇਮਾਲ ਨਹੀਂ ਸੀ ਕਰੂਗੀ। ਉਹਦੇ ਬਾਅਦ ਅਗਲੀ ਜਿਹੜੀ ਲਾਈਨ ਹੈ ਜਿਹਦੇ ਵਿੱਚ ਅਕਾਲੀਆਂ ਦਾ ਬੀਜੇਪੀ ਦਾ ਜਿਹੜਾ ਅਸਲ ਚਿਹਰਾ ਸਾਹਮਣੇ ਆਉਂਦਾ ਹੈ ਉਹ ਬੜਾ ਗੌਰ ਨਾਲ ਸੁਣਿਓ ਸਰ। The government of Punjab will accept the responsibility for rupees 13,000 crores। ਪੰਜਾਬ ਦੀ ਜ਼ਿੰਮੇਵਾਰੀ ਇਸ ਦੇਣਦਾਰੀ ਜਿਹੜੀ ਹੈ 13,000 ਕਰੋੜ ਰੁਪਏ ਦੀ ਦੇਣਦਾਰੀ ਹੋਊਗੀ। ਟੋਟਲ ਉਹਨਾਂ ਨੇ ਜਿਹੜਾ ਨਿਚੋੜ ਕੱਢਿਆ ਸੀ 19,000 ਕਰੋੜ ਰੁਪਏ ਦਾ ਫਰਕ ਬਣਦਾ। 6,000 ਕਰੋੜ ਰੁਪਏ ਅਸੀਂ ਦੇ ਦਿੰਦੇ ਆ ਪੰਚਾਇਤੀ ਕਰਾਉਣ ਦੇ ਸਾਡੀ ਫੀਸ, ਤੇ 13,000 ਕਰੋੜ ਰੁਪਇਆ ਜਿਹੜਾ ਪੰਜਾਬ ਸੂਬਾ ਦੇਊਗਾ। ਤੇ ਉਹਦੇ ਵਾਸਤੇ ਵੀ ਉਹਨਾਂ ਨੇ ਕਿਹਾ ਦਿਸ ਵਿਲ ਬੀ ਬੌਂਡ ਬਣਾ ਕੇ, however in view of the cash constraints faced by the state, this amount will be converted into state government bonds to be issued to the banks in proportion to their contribution to the food credit। ਜਿਨ੍ਹਾਂ ਬੈਂਕਾਂ ਦਾ ਜਿੰਨਾ ਹਿੱਸਾ ਬਣਦਾ ਹੈ ਉਹਨਾਂ ਨੂੰ ਇਹ ਇੱਕ ਬੌਂਡ ਦੇ ਤੌਰ ਤੇ ਦੇ ਦਿੱਤੇ ਜਾਣਗੇ ਤੇ ਉਹ ਆਉਣ ਵਾਲੇ 20 ਸਾਲਾਂ ਦੇ ਅੰਦਰ ਇਹਨਾਂ ਦੀ ਭੁਗਤਾਨ ਕਰਨਗੇ। ਗੱਲ ਇੱਥੇ ਨਹੀਂ ਖਤਮ ਹੋਈ ਸਾਹਿਬ, ਬੜੇ ਉਹਨਾਂ ਨੇ ਘੋਖ ਕੇ ਸਾਰੇ ਮਸਲੇ ਨੂੰ ਫਾਈਨਾਂਸ ਮਿਨਿਸਟਰੀ ਨੇ ਜਾਂਚ ਕਰਕੇ ਉਹਨੇ ਕਿਹਾ ਵੀ ਇਹਦੇ ਬਾਵਜੂਦ ਜਿਹੜਾ ਅਸੀਂ ਫੈਸਲਾ ਕੀਤਾ 19,000 ਕਰੋੜ ਰੁਪਏ ਦਾ, ਹੋ ਸਕਦਾ ਵੀ ਬੈਂਕ ਕੋਈ ਹੋਰ 19 ਇੱਧਰੋਂ ਕੱਢ ਲੈਣ। ਦੇਖੋ ਅਗਲੀ ਲਾਈਨ ਇੰਨੀ ਇੰਪੋਰਟੈਂਟ ਹੈ, ਕੀ ਕਹਿੰਦੇ ਹੈ, ਇਨ ਕੇਸ ਆਫ irregularity is greater than 19,000 crores, one of the following options may be adopted। ਕਿਹੜੀ ਵੀ ਅਗਰ ਜੇ ਫਿਰ ਵੀ ਕੋਈ ਬਕਾਇਆ ਕੱਢ ਲੈਂਦੇ ਤਾਂ ਉਹਦਾ ਕੀ ਇਲਾਜ ਕਰੋਗੇ? ਉਹਦੇ ਵਾਸਤੇ ਕਹਿੰਦੇ ਹੈ the amount remaining shall be treated as a sacrifice by the banks। ਇਸ ਦੇ ਇਲਾਵਾ ਵੀ ਕੋਈ ਅਗਰ ਹੋਰ ਨੁਕਤਾਚੀਨੀ ਕੱਢ ਲੈਂਦੇ ਵੀ ਨਹੀਂ ਸਾਡੇ ਤਾਂ 500 ਕਰੋੜ 1000 ਕਰੋੜ ਹੋਰ ਰੁਪਈਆ ਬਣਦਾ ਹੈ, ਉਹ ਬੈਂਕਾਂ ਨੂੰ ਝੇਲਣਾ ਪਊਗਾ। ਇਨ ਫਾਈਨੈਂਸ਼ੀਅਲ ਟਰਮਸ ਇਟ ਇਜ਼ ਨੋਨ, ਅੱਜ ਕੱਲ੍ਹ ਇੱਕ ਨਵੀਂ ਟਰਮੀਨੋਲੋਜੀ ਬਣ ਗਈ ਜਦੋਂ ਦੇ ਵੇਵ ਆਫ ਕਰੀ ਜਾਂਦੇ ਹੈ, ਇਜ਼ ਕਾਲਡ ਹੇਅਰ ਕੱਟ। ਦ ਬੈਂਕਸ ਵਿਲ ਟੇਕ ਅ ਹੇਅਰ ਕੱਟ ਆਫ ਵਟ ਐਵਰ ਇਜ਼ ਦ ਰਿਮੇਨਿੰਗ ਅਮਾਊਂਟ। ਕਿਉਂ? ਉਹਦਾ ਵੀ ਉਹਨਾਂ ਨੇ ਦਿੱਤਾ ਵੀ ਕਿਉਂ ਬੈਂਕਾਂ ਨੂੰ ਆ ਰਗੜਾ ਲੱਗੂਗਾ ਜੇ ਅਗਰ ਕੋਈ ਹੋਰ ਵੀ ਹੈ। ਦ ਅਮਾਊਂਟ ਆਫ ਰਿਮੇਨਿੰਗ ਸ਼ੈਲ ਬੀ ਟ੍ਰੀਟਡ ਐਜ਼ ਅ ਸੈਕਰੀਫਾਈਸ ਬਾय ਦ ਬੈਂਕਸ। This is on the basis that the banks have earned a much higher rate of interest on the food credit than they would have earned if the cost of the borrowing was the same as that of government of Punjab। ਵੀ ਉਹਨਾਂ ਨੇ 11.5% ਵਿਆਜ ਲਾ ਕੇ ਇੰਨੇ ਸਾਲਾਂ ਦਾ ਬਣਾਈ ਬੈਠੇ ਹੈ, ਜਿਹੜਾ ਕਿ ਅਦਰਵਾਈਜ਼ 7.5% ਹੋਣਾ ਚਾਹੀਦਾ ਸੀਗਾ। ਆਹ ਜਿਹੜਾ ਪੈਸਾ ਇਹਨਾਂ ਬੈਂਕਾਂ ਨੇ ਮੰਗਿਆ ਉਹ ਉਹਨਾਂ ਦੇ ਇਸ ਅਕਾਊਂਟ 'ਚ ਸੈਟਲ ਹੋਊਗਾ। ਮੁੱਕਦੀ ਜੀ ਗੱਲ ਸੀਗੀ ਵੀ 6,000 ਕਰੋੜ ਕੇਂਦਰ ਸਰਕਾਰ ਨੇ ਦੇਣਾ ਕੀਤਾ ਸੀਗਾ ਵੀ ਅਸੀਂ ਦਿੰਦੇ ਹਾਂ, 13,000 ਕਰੋੜ ਪੰਜਾਬ ਸਰਕਾਰ ਦੇਊਗੀ। ਉਹਦੇ ਬੌਂਡ ਬਣਾ ਕੇ ਜਿਹੜਾ ਕਰਜ਼ਾ ਇਹਦੇ ਚੜ੍ਹ ਜੂਗਾ 20 ਸਾਲਾਂ 'ਚ ਦੇਣਗੇ, ਤੇ ਬਾਕੀ ਜੇ ਕੋਈ ਬਕਾਇਆ ਨਿਕਲਿਆ ਤਾਂ ਬੈਂਕ ਵਾਲਿਆਂ ਦੇ ਰਗੜਾ ਲੱਗੂਗਾ। ਪਰ ਸਾਡੇ ਵਾਲੇ ਸ਼੍ਰੀਮਾਨ ਕਿੰਨਾ ਹਾਂ ਕਰਕੇ ਆਏ ਉੱਥੇ, ਇਹ ਹਾਂ ਕਰਕੇ ਆਏ ਵੀ ਅਸੀਂ ਨਹੀਂ ਜੀ, ਅਸੀਂ 13,000 ਨਹੀਂ, ਅਸੀਂ 31,000 ਕਰੋੜ ਦੇਵਾਂਗੇ। ਸਾਹਿਬ ਮੈਂ ਇਸ ਕਰਕੇ ਕਹਿ ਰਿਹਾ ਵੀ ਜਿਹੜਾ ਉਹ ਜਰਨੈਲ ਜਿਹੜੇ ਸੀਗੇ ਲਾਲ ਸਿੰਘ ਤੇ ਉਹਨਾਂ ਨੇ ਦਰੋਹ ਕੀਤਾ ਸੀਗਾ ਆਪਣੀ ਫੌਜਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਉਸ ਫਸਟ ਬੈਟਲ ਤੇ ਉਹਦੇ ਵਿੱਚ ਜਿਹੜੀ ਸੀਗੀ, ਓਡਾ ਹੀ ਵੱਡਾ ਦਰੋਹ ਅਕਾਲੀਆਂ ਨੇ ਤੇ ਬੀਜੇਪੀ ਦੀ ਸਰਕਾਰ ਨੇ ਪੰਜਾਬ ਦੇ ਭਵਿੱਖ ਦੇ ਨਾਲ ਕੀਤਾ। ਅੱਜ ਮੈਂ ਆਹ ਡਾਕੂਮੈਂਟ ਲੈ ਕੇ ਤੁਹਾਡੇ ਕੋਲ ਇਸ ਕਰਕੇ ਪੇਸ਼ ਹੋਇਆ ਕਿਉਂਕਿ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ। ਉਸ ਸਮੇਂ ਦੇ ਜਿਹੜੇ ਫੂਡ ਮਿਨਿਸਟਰ ਸੀਗੇ ਆਦੇਸ਼ ਪ੍ਰਤਾਪ ਕੈਰੋਂ ਜੀ ਅੱਜ ਉਸ ਅਸੈਂਬਲੀ ਦੇ ਹਿੱਸਾ ਨਹੀਂ, ਪਰ ਉਸ ਸਮੇਂ ਦੇ ਜਿਹੜੇ ਫਾਈਨਾਂਸ ਮਿਨਿਸਟਰ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਜੀ, ਅੱਜ ਮੈਂ ਇਸ ਕਰਕੇ ਤੁਹਾਡੇ ਕੋਲ ਆਇਆ, ਮੈਂ ਥੋੜੀ ਦੇਰ ਪਹਿਲਾਂ ਤੁਹਾਡੇ ਇੱਥੇ ਚੈਨਲ ਤੇ ਚੱਲ ਰਿਹਾ ਸੀ, ਢੀਂਡਸਾ ਸਾਹਿਬ ਦਾ ਬਿਆਨ ਬੜੀ ਚਿੰਤਾ ਜ਼ਾਹਿਰ ਕਰ ਰਹੇ ਸੀਗੇ ਪੰਜਾਬ ਦੇ ਫਾਈਨਾਂਸਿਸ ਨੂੰ ਲੈ ਕੇ। ਉਸ ਚਿੰਤਾ ਨੂੰ ਸਾਹਮਣੇ ਰੱਖਦੇ ਹੋਏ ਆਈ ਕੰਸੀਡਰ ਹਿਮ ਟੂ ਬੀ ਅ ਸਿੰਸੀਅਰ ਮੈਨ
ਚਾਹੇ ਰਾਜਨੀਤਿਕ ਸਾਡੇ ਉਹਨਾਂ ਨਾਲ ਡਿਫਰੈਂਸਿਸ ਰਹੇ ਹੈ, ਬਟ ਹੀ ਸੀਮਸ ਟੂ ਹੈਵ ਪ੍ਰੋਮਿਸ। ਉਹਨਾਂ ਨੇ ਕੌਮ ਦੇ ਨਾਲ ਜਦੋਂ ਦਰੋਹ ਕੀਤਾ, ਅਕਾਲੀ ਲੀਡਰਸ਼ਿਪ ਨੇ ਪੰਥ ਦੀ ਪਿੱਠ 'ਤੇ ਛੁਰਾ ਮਾਰਿਆ, ਉਹਨਾਂ ਨੇ ਆਪਣਾ ਰਸਤਾ ਅੱਡ ਕਰ ਲਿਆ। ਪਰ ਮੈਂ ਅੱਜ ਪੁੱਛਣਾ ਚਾਹੁੰਦਾ ਵੀ ਜਦੋਂ ਕੌਮ ਦੀ ਪਿੱਠ 'ਚ, ਪੰਥ ਦੀ ਪਿੱਠ 'ਚ ਛੁਰਾ ਮਾਰਿਆ, ਤੁਸੀਂ ਪਾਸੇ ਹੋ ਗਏ, ਪਰ ਜਦੋਂ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ, ਹੁਣ ਜਵਾਬ ਦਿਓਗੇ ਵੀ ਉਸ ਮੀਟਿੰਗ ਦੇ ਅੰਦਰ ਜਦੋਂ ਕੇਂਦਰ ਸਰਕਾਰ ਫੈਸਲਾ ਕਰ ਰਹੀ ਹੈ 13,000 ਕਰੋੜ ਦਾ, ਤੁਸੀਂ 31,000 ਕਰੋੜ ਰੁਪਏ ਦੇ ਉੱਤੇ ਕਿਉਂ ਦੇਣਦਾਰੀ ਕਰਨ ਵਾਸਤੇ ਮੰਨੇ? ਜਿਹੜਾ ਮੰਨੂ, ਕਿਉਂਕਿ ਗੱਲ ਮੀਟਿੰਗ 'ਚ ਰਿਕਾਰਡ ਨਹੀਂ, ਪਰ ਉੱਥੇ ਜਦੋਂ ਕੇਂਦਰ ਸਰਕਾਰ ਮੰਨ ਗਈ, ਜਿਹੜੇ ਅਫਸਰ ਲੋਕ ਦੱਸਦੇ ਉੱਥੇ ਕੇਂਦਰ ਸਰਕਾਰ ਦੇ ਬੈਠੇ ਸੀ, ਇਹਨਾਂ ਦੋਨਾਂ ਨੇ ਆਪਸ 'ਚ ਗੱਲਬਾਤ ਕੀਤੀ ਤੇ ਆਦੇਸ਼ ਪ੍ਰਤਾਪ ਕੈਰੋ ਜੀ ਨੇ ਕਿਹਾ ਵੀ ਮੰਨੂ ਉੱਤੋਂ ਆਦੇਸ਼ ਆਪਾਂ 31,000 ਕਰੋੜ ਰੁਪਇਆ ਦੇਣਾ ਹੈ, ਤੇ ਢੀਂਡਸਾ ਸਾਹਿਬ ਨੇ ਕਿਹਾ ਨਹੀਂ, ਆਪ 13,000 'ਚ ਮੰਨ ਰਹੇ, ਆਪਾਂ ਕਿਉਂ ਦੇਣਾ ਹੈ? ਕਹਿੰਦੇ ਨਹੀਂ, ਮੈਨੂੰ ਸੀਐਮ ਸਾਹਿਬ ਦੇ ਆਦੇਸ਼ ਹੈ, ਮੈਂ ਸੀਐਮ ਸਾਹਿਬ ਨਾਲ ਗੱਲ ਕਰਕੇ ਆਇਆ। ਕੌਣ ਸੀਗੇ ਸੀਐਮ ਸਾਹਿਬ? ਮਾਨਯੋਗ ਬਾਦਲ ਸਾਹਿਬ। ਉਹਨਾਂ ਨਾਲ ਗੱਲ ਕਰਕੇ ਆਏ, ਇਸ ਕਰਕੇ ਆਪਾਂ 31,000 ਕਰੋੜ ਰੁਪਇਆ ਇਹਨਾਂ ਨੂੰ ਦੇਣ ਦਾ ਸਾਈਨ ਕਰਕੇ ਆਏ ਸਾਹਿਬ। ਅਗਰ ਮੈਂ ਝੂਠ ਬੋਲ ਰਿਹਾ, ਅਗਰ ਆ ਡਾਕੂਮੈਂਟਸ ਗਲਤ ਹੈ, ਤਾਂ ਮੇਰੀ ਬੇਨਤੀ ਹੈ ਦੁਸ਼ਯੰਤ ਗੌਤਮ ਜੀ ਨੂੰ, ਬੀਜੇਪੀ ਦੇ ਜਿਹੜੇ ਇੰਚਾਰਜ ਹੈ, ਮੇਰੀ ਬੇਨਤੀ ਹੈ ਚੁੱਗ ਸਾਹਿਬ ਨੂੰ, ਮੇਰੀ ਬੇਨਤੀ ਹੈ ਸ਼ਵੇਤ ਮਲਿਕ ਜੀ ਨੂੰ, ਜਿਹੜੇ ਬੜੇ ਨਜ਼ਦੀਕੀ ਸੇ ਉਸ ਸਮੇਂ ਦੇ ਫਾਈਨਾਂਸ ਮਿਨਿਸਟਰ ਜੇਟਲੀ ਸਾਹਿਬ ਦੇ, ਤੇ ਬਾਕੀ ਬੀਜੇਪੀ ਦੇ ਸਾਰੇ ਲੀਡਰ ਹੈ, ਉਹ ਗੱਲ ਸਪਸ਼ਟ ਕਰਨ, ਕਿਉਂਕਿ ਉਹ ਤਾਂ ਕਹਿ ਸਕਦੇ ਆ ਵੀ ਸਾਡੀ ਤਾਂ ਜਿਹੜੀ ਫਾਈਨਾਂਸ ਮਿਨਿਸਟਰੀ ਸੀ ਉਹ ਕਹਿ ਰਹੀ ਸੀ ਵੀ ਅਸੀਂ 13,000 'ਚ ਨਿਬੇੜ ਦਿੰਦੇ ਆ। ਕੀ ਅਕਾਲੀਆਂ ਨੇ ਬਾਂਹ ਮਰੋੜ ਕੇ 31,000 ਕਰੋੜ ਰੁਪਏ ਦਾ ਦੇਣਦਾਰੀ ਐਕਸੈਪਟ ਕੀਤੀ, ਜਾਂ ਆਪਣੀ ਫਾਈਨਾਂਸ ਮਿਨਿਸਟਰੀ ਦੀ ਜਿਹੜੀ ਸੀਗੀ ਉਹਨੂੰ ਮੋਦੀ ਸਾਹਿਬ ਨੇ ਓਵਰਰਾਈਡ ਕਰਤਾ? ਨਹੀਂ, ਪੰਜਾਬ ਵਾਲੇ ਨੂੰ ਰਗੜਾ ਲਾਓ, ਕਿਉਂਕਿ ਉਹਨਾਂ ਨੂੰ ਆਈਬੀ ਦੀ ਰਿਪੋਰਟ ਪਹੁੰਚ ਗਈ ਹੋਣੀ ਵੀ ਪੰਜਾਬ ਦੇ ਅੰਦਰ ਤੁਹਾਡੇ ਜੇਟਲੀ ਸਾਹਿਬ ਹਾਰ ਰਹੇ ਅੰਮ੍ਰਿਤਸਰ ਦੀ ਸੀਟ ਤੋਂ। ਉਹ ਸੀਟ ਦਾ ਨਤੀਜਾ ਜਿਹੜਾ ਆਣਾ ਸੀ, ਉਹਨਾਂ ਨੂੰ ਇਸ ਗੱਲ ਦਾ ਉੱਥੋਂ ਹਾਰ ਕੇ ਆਇਆ ਸੀ, ਪਤਾ ਸੀ ਵੀ ਯਾਰ ਜਿਹੜਾ ਰਗੜਾ ਲੱਗਿਆ ਉੱਥੋਂ ਉਸ ਆਪਣੀ ਖੁੰਦਕ 'ਚ ਬੀਜੇਪੀ ਨੇ ਰਗੜਿਆ ਜਾਂ ਅਕਾਲੀਆਂ ਨੇ ਪੰਜਾਬ ਨੂੰ ਮਾਰਿਆ? ਇਸ ਗੱਲ ਦਾ ਖੁਲਾਸਾ ਮੈਂ ਚਿੱਠੀ ਪ੍ਰਧਾਨ ਮੰਤਰੀ ਜੀ ਨੂੰ ਵੀ ਲਿਖ ਰਿਹਾ, ਮੈਂ ਚਿੱਠੀ ਸੀਤਾਰਮਨ ਜੀ ਜਿਹੜੇ ਫਾਈਨਾਂਸ ਮਿਨਿਸਟਰ ਹੈ ਉਹਨਾਂ ਨੂੰ ਵੀ ਲਿਖ ਰਿਹਾ। ਫॉर द sake of credibility, for the sake of truth being revealed, ਆ ਜਿਹੜੇ ਮਿੰਟਸ ਆਫ ਮੀਟਿੰਗ ਉੱਥੇ ਹੈਗੇ, this is called the non paper because they are, ਉਹਨਾਂ ਨੇ ਰਿਕਾਰਡ ਤੇ ਚੜਾਇਆ ਨਹੀਂ, ਬਟ these are recording, ਜਿਵੇਂ ਵਿਧਾਨ ਸਭਾ ਦੇ ਅੰਦਰ ਇੱਕ ਇੱਕ ਗੱਲ ਉੱਥੇ ਲਿਖੀ ਜਾਂਦੀ ਹੈ, these are all the minutes, they can be called the minutes of the meeting which is in a non paper form। ਉਹਦੇ ਤੇ ਉਹ ਆ ਕੇ ਸਪਸ਼ਟੀਕਰਨ ਦੇਣ। ਅਗਰ ਉਹ ਮਹਿਸੂਸ ਕਰ ਰਹੇ ਹੈ ਵੀ ਅਕਾਲੀਆਂ ਨੇ ਉਹਨਾਂ ਦੀ ਪਿੱਠ 'ਚ ਛੁਰਾ ਮਾਰਿਆ, this is a opportune time for them to expose ਅਕਾਲੀਜ਼, ਅਕਾਲੀਆਂ ਨੂੰ ਚਿਹਰਾ ਜਿਹੜਾ ਸਾਫ਼ ਸਾਹਮਣੇ ਨੰਗਾ ਕਰਨਾ ਚਾਹੀਦਾ ਬੀਜੇਪੀ ਵਾਲੇ ਨੂੰ। ਤੇ ਜੋ ਰਲੇ ਹੋਏ ਹੈ, ਤੇ ਜੇ ਢੀਂਡਸਾ ਸਾਹਿਬ ਕਹਿ ਦੇਣ ਵੀ ਨਹੀਂ ਜੀ, ਉਦੋਂ ਉੱਤੋਂ ਆਦੇਸ਼ ਆ ਗਏ ਪ੍ਰਧਾਨ ਮੰਤਰੀ ਦੇ ਵੀ ਨਹੀਂ ਜੀ, ਇਹਦਾ ਪੰਜਾਬ ਦੇ ਰਗੜਾ ਲਾਣਾ, ਫਿਰ ਬੀਜੇਪੀ ਦਾ ਚਿਹਰਾ ਸਾਹਮਣੇ ਆ ਜੇ। ਤੇ ਅਕਾਲੀ ਜਿਹੜੇ ਤੁਰੇ ਫਿਰਦੇ ਅੱਜ ਕਹਿੰਦੇ ਆ ਜਵਾਬ ਦਿਓ। ਮੈਂ ਕਹਿੰਦਾ ਅਸੀਂ 8 ਤਰੀਕ ਨੂੰ ਅਕਾਲੀ ਐਮਐਲਏ ਸਾਰੇ ਇੱਥੇ ਹੈ, ਉਹਨਾਂ ਸਾਰਿਆਂ ਨੂੰ ਮੈਂ ਕਾਪੀ, ਉਹ ਦਿਨ ਸਾਡੇ ਐਮਐਲਏਜ਼ ਨੂੰ ਮੈਂ ਰਿਕੁਐਸਟ ਕਰੂੰਗਾ ਵੀ ਵਿਧਾਨ ਸਭਾ 'ਚ ਜਦੋਂ ਆਣ, ਕਿਉਂਕਿ ਬਜਟ ਦਾ ਸੈਸ਼ਨ ਹੈ, ਉਦੋਂ ਉਹਨਾਂ ਸਾਰਿਆਂ ਨੂੰ ਇੱਕ ਕਾਪੀ ਦਿੱਤੀ ਜਾਵੇ ਤੇ ਹਿਸਾਬ ਮੰਗਿਆ ਜਾਵੇ। ਇਸੇ ਤਰ੍ਹਾਂ ਸਾਡੇ ਜਿਹੜੇ ਵਰਕਰ ਹੈ, ਕਿਉਂਕਿ ਐਮਐਲਏ ਸਾਹਿਬਾਨ ਤਾਂ ਸਾਰੇ ਇੱਥੇ ਹੈ, ਸਾਡੇ ਡੀਸੀਸੀ ਪ੍ਰੈਜ਼ੀਡੈਂਟ, ਕਾਂਗਰਸ ਦੇ ਆਗੂ ਸਾਹਿਬਾਨ, ਯੂਥ ਕਾਂਗਰਸ, ਐਨਐਸਯੂਆਈ, ਸਾਰੇ ਲੀਡਰਸ ਜਾ ਕੇ ਚੁੱਗ ਸਾਹਿਬ ਦੇ, ਦੁਸ਼ਯੰਤ ਜੀ ਦੇ ਜਾ ਕੇ, ਕੀ ਨਾਮ ਇਹਨਾਂ ਦਾ, ਗੌਤਮ ਜੀ ਦੇ, ਚੁੱਗ ਸਾਹਿਬ ਦੇ, ਬਾਕੀ ਜਿੰਨੇ ਬੀਜੇਪੀ ਦੇ ਲੀਡਰ ਹੈ, ਅਕਾਲੀ ਲੀਡਰ ਹੈ ਸਾਰੇ, ਜਿਹੜੇ ਆਦੇਸ਼ ਪ੍ਰਤਾਪ ਕੈਰੋ ਜੀ ਹੈ, ਇਹਨਾਂ ਦੇ ਘਰੇ ਜਾ ਕੇ ਆ ਡਾਕੂਮੈਂਟ ਜਿਹੜਾ ਦੇ ਕੇ ਆਵਾਂਗੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਹਿਸਾਬ ਦੇ ਸਕਣ। ਐਡਾ ਵੱਡਾ ਦਰੋਹ ਪੰਜਾਬ ਦੇ ਭਵਿੱਖ ਨਾਲ ਕੀਤਾ ਗਿਆ, ਅੱਜ ਜਵਾਬ ਮੰਗਦੇ ਹੈ ਵੀ ਵਾਅਦੇ ਹੁਣ ਪੂਰੇ ਹੋਣ 'ਚ ਦੇਰ ਕਿਉਂ ਹੋਈ, ਇਸ ਗੱਲ ਦਾ ਹਿਸਾਬ ਦੇਣ। ਇਸ ਕਰਕੇ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ। ਮੈਂ ਸਾਰਿਆਂ ਨੂੰ ਇਹਦੀ ਕਾਪੀ ਸਾਰਿਆਂ ਨੂੰ ਹੁਣੇ ਦੇ ਰਿਹਾ, ਪਲੀਜ਼ ਇਸ ਕਾਪੀ ਨੂੰ ਦੇਖ ਕੇ ਉਹਦੇ ਬਾਅਦ ਅਗਰ ਕੋਈ ਸ਼ੰਕਾ ਰਹਿ ਜਾਂਦੀ ਹੈ, ਮੈਂ ਨਹੀਂ ਸਮਝਦਾ ਵੀ ਇਸ ਤੋਂ ਕੋਈ ਕਲੀਅਰ ਡਾਕੂਮੈਂਟ ਕਦਾ ਕਿਸੇ ਟਾਈਮ ਸਾਹਮਣੇ ਆਇਆ ਹੋਵੇ, ਇਹਨੂੰ ਮੈਂ ਸਮਝਦਾ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਬੜਾ ਜ਼ਰੂਰੀ ਹੈ। ਥੈਂਕ ਯੂ ਸਰ।
ਅੱਜ ਚੌਥੇ ਦਿਨ ਦੀ ਕਾਰਵਾਈ ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੀ ਕੱਲ ਤੱਕ ਲਈ ਮੁਲਤਵੀ ਹੋ ਗਈ ਹੈ। ਅੱਜ ਜਿਹੜੇ ਵਾਅਦੇ ਅੱਜ ਅੰਦਰ ਕੀਤੇ ਗਏ, ਜਿਹੜੇ ਮੁੱਦੇ ਚੁੱਕੇ ਗਏ, ਦੇਖਣਾ ਬੜਾ ਦਿਲਚਸਪ ਹੋਏਗਾ ਕਿ ਇਹਨਾਂ ਦਾ ਕੋਈ ਹੱਲ ਵੀ ਨਿਕਲਦਾ ਹੈ ਜਾਂ ਸਿਰਫ ਅੰਦਰ ਕਾਵਾਂ ਰੋਲੀ ਹੀ ਪਵੇਗੀ। ਪਰ ਪਿਛਲੇ ਕੁਝ ਸਮੇਂ ਤੋਂ ਦੇਖਿਆ ਜਾਵੇ ਤਾਂ ਜਿਹੜੀ ਸਦਨ ਦੀ ਮਰਿਆਦਾ ਹੈਗੀ ਹੈ ਉਹ ਭੰਗ ਹੋ ਰਹੀ ਹੈ। ਅੰਦਰ ਖਾਸ ਤੌਰ ਤੇ ਨਿੱਜੀ ਟਿੱਪਣੀਆਂ ਜਿਹੜੇ ਵਿਧਾਇਕ ਕਰਦੇ ਨਜ਼ਰ ਆਉਂਦੇ ਨੇ। ਇੱਕ ਵੱਡਾ ਕਾਰਨ ਇਹੀ ਹੈਗਾ ਕਿ ਪੰਜਾਬ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਹੈਗੀ ਹੈ ਉਹ ਲਾਈਵ ਲੋਕਾਂ ਨੂੰ ਨਹੀਂ ਦਿਖਾਈ ਜਾਂਦੀ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਕੱਲ ਦਾ ਜਿਹੜਾ 5ਵਾਂ ਦਿਨ ਹੈਗਾ ਉਸ ਵਿੱਚ ਕਿਹੜੇ ਮੁੱਦੇ ਭਾਰੂ ਰਹਿਣਗੇ। ਹੁਣ ਪੰਜਾਬ ਵਿਧਾਨ ਸਭਾ ਤੋਂ ਮੈਨੂੰ ਅਮਨ ਮੋਹਨ ਮੋਹਜਾਲ ਨੂੰ ਦਿਓ ਇਜਾਜ਼ਤ। ਕੈਮਰਾਮੈਨ ਵੇਦਰਾਮ ਦੇ ਨਾਲ ਸਤਿ ਸ਼੍ਰੀ ਅਕਾਲ।